ਸੋ ਮੈਂਟਲ ਹੈਲਥ ਦੇ ਨਾਲ ਇਹ ਆਪਾਂ ਨੂੰ ਟੈਗ ਲੱਗ ਜਾਂਦਾ ਵੀ ਦਿਮਾਗ ਖਰਾਬ, ਦਿਮਾਗ 'ਚ ਨੁਕਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ। ਤੇ ਉਹ ਚੀਜ਼ਾਂ ਨੂੰ ਆਪਾਂ ਇੱਕ ਫਿਜ਼ੀਕਲੀ ਮੈਂਟਲੀ ਐਕਸੈਪਟ ਕਰਨ ਦੀ ਜਗ੍ਹਾ ਦੇ ਉੱਤੇ ਉਹ ਸਟਿਗਮਾ ਬਣਾ ਲੈਂਦੇ ਆ ਕਿ ਸਾਇੰਸ ਹਾਲੇ ਉੱਥੇ ਤੱਕ ਪਹੁੰਚੀ ਹੀ ਨਹੀਂ ਕਿ ਆਪਾਂ ਐਗਜ਼ੈਕਟਲੀ ਦੱਸ ਸਕੀਏ ਵੀ ਜਿਹੜਾ ਡਿਪਰੈਸ਼ਨ ਉਹ 5 ਪ੍ਰਕਾਰ ਦਾ ਹੁੰਦਾ, ਇਹ ਨਹੀਂ ਆਪਾਂ ਕਹਿ ਸਕਦੇ। ਆਫ ਕੋਰਸ ਜੇ ਕੋਈ ਨਵਾਂ ਜਿਹਾ ਐਕਸਪੀਰੀਅੰਸ ਆਪਣੀ ਲਾਈਫ 'ਚ ਆਉਂਦਾ ਆ, ਕੋਈ ਨਵਾਂ ਪੀਰੀਅਡ ਆਉਂਦਾ ਪਿਆ ਆਪਣੀ ਲਾਈਫ ਦੇ ਵਿੱਚ, ਉਹ ਡਿਪਰੈਸਿਵ ਹੋ ਸਕਦਾ ਹੈ। ਨੀਂਦ ਨੂੰ ਇਫੈਕਟ ਕਰਦਾ ਹੈ, ਮੂਡ ਨੂੰ ਇਫੈਕਟ ਕਰਦਾ ਹੈ ਬਹੁਤ ਜ਼ਿਆਦਾ, ਐਂਡ ਈਵਨ ਦੋ ਡੇਲੀ ਐਕਟੀਵਿਟੀਜ਼ ਨੂੰ ਬਹੁਤ ਇਫੈਕਟ ਕਰਦਾ। ਜਿੱਦਾਂ ਜੇ ਕਿਸੇ ਨੂੰ ਵਾਕਿੰਗ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ, ਇੱਕੋ ਦਮ ਛੱਡਤੀ ਆ, ਹੁਣ ਬਿਲਕੁਲ ਘਰੇ ਬੈਠੇ ਨੇ, ਉਹ ਓਬਵੀਅਸਲੀ ਜਿਹੜੀ ਨੈਗੇਟਿਵ ਥਿੰਕਿੰਗ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਲੀਡ ਕਰਦੀ ਆ, ਤਾਂ ਉਹ ਨੈਗੇਟਿਵ ਥਿੰਕਿੰਗ ਕੱਲ੍ਹ ਨੂੰ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਆ। ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਕਹਿਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਇਹ ਪ੍ਰੋਗਰਾਮ ਤੁਹਾਡੇ ਲਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾਂਦਾ ਅਤੇ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਖਿੱਤੇ ਦੇ ਵਿੱਚ ਰਹਿੰਦੇ ਯਾਨੀ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਸਾਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਅਸੀਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਨਵਜੋਤ ਚਾਹਲ ਜੀ ਆਏ ਹੋਏ ਹਨ, ਜੋ ਕਿ ਮੈਂਟਲ ਹੈਲਥ ਐਂਡ ਐਡਿਕਸ਼ਨ ਵੈਲਬੀਇੰਗ ਦੇ ਨਾਲ ਕੰਮ ਕਰਦੇ ਨੇ, ਕੇਸ ਮੈਨੇਜਰ ਨੇ। ਸੋ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਮੈਂਟਲ ਹੈਲਥ ਇਸ਼ੂਜ਼ ਬਾਰੇ, ਖਾਸ ਕਰਕੇ ਡਿਪਰੈਸ਼ਨ ਬਾਰੇ। ਸੋ ਪਹਿਲਾਂ ਆਪਾਂ ਉਹਨਾਂ 'ਤੇ ਕਰਦੇ ਹਾਂ ਸਵਾਗਤ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਨਵਜੋਤ ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸੋ ਨਵਜੋਤ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਹੁਣੇ ਆਪਾਂ ਅੱਜ ਮੈਂਟਲ ਹੈਲਥ ਦੇ ਉੱਪਰ ਥੋੜ੍ਹੀ ਜਿਹੀ ਗੱਲ ਕਰਨੀ ਹੈ, ਖਾਸ ਕਰਕੇ ਡਿਪਰੈਸ਼ਨ ਦੇ ਉੱਪਰ। ਔਰ ਜਦੋਂ ਆਪਾਂ ਦੇਖਦੇ ਹਾਂ ਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਅਸੀਂ ਜਿਹੜਾ ਫਿਜ਼ੀਕਲ ਦਾ ਬਹੁਤ ਖਿਆਲ ਰੱਖਦੇ ਹਾਂ, ਅਸੀਂ ਨਹਾਉਂਦੇ ਹਾਂ, ਅਸੀਂ ਵਧੀਆ ਫੂਡ ਖਾਂਦੇ ਹਾਂ, ਐਕਸਰਸਾਈਜ਼ ਕਰਦੇ ਹਾਂ, ਔਰ ਜੇ ਕਿਤੇ ਸਾਨੂੰ ਥੋੜ੍ਹੀ ਜਿਹੀ ਬਿਮਾਰੀ ਲੱਗ ਜਾਏ ਅਸੀਂ ਭੱਜੇ ਡਾਕਟਰ ਕੋਲ ਜਾਂਦੇ ਹਾਂ। ਈਵਨ ਦੋ ਜ਼ੁਕਾਮ ਵੀ ਹੋਵੇ ਕਈ ਵਾਰੀ, ਜਾਂ ਬੁਖਾਰ ਹੋ ਜਾਏ, ਜਾਂ ਕੱਪ ਨੂੰ ਫਲੂ ਹੋ ਜਾਏ, ਡਾਕਟਰ ਦਵਾਈ ਨਹੀਂ ਦਿੰਦਾ, ਵੈਸੇ ਹੀ ਮੋੜ ਦਿੰਦਾ ਕਹਿ ਕੇ, ਪਰ ਅਸੀਂ ਡਾਕਟਰ ਕੋਲ ਠਾਹ ਵੱਜਦੇ ਹਾਂ ਔਰ ਅਸੀਂ ਫੋਨ ਕਰਕੇ ਸਾਰਿਆਂ ਨੂੰ ਦੱਸਦੇ ਹਾਂ ਮੈਂ ਅੱਜ ਸਿੱਕ ਹਾਂ, ਮੈਂ ਅੱਜ ਕੰਮ 'ਤੇ ਨਹੀਂ ਆਉਣਾ। ਪਰ ਹੁਣ ਜਦੋਂ ਆਪਾਂ ਮੈਂਟਲ ਹੈਲਥ ਖਾਸ ਕਰਕੇ ਜਦੋਂ ਆਪਾਂ ਦੇਖਦੇ ਹਾਂ, ਇਹ ਥੋੜ੍ਹਾ ਜਿਹਾ ਇੱਕ ਸਟਿਗਮਾ ਹੈ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਅਸੀਂ ਲੁਕਾਉਂਦੇ ਹਾਂ, ਅਸੀਂ ਦੱਸਦੇ ਨਹੀਂ, ਅਸੀਂ ਡਾਕਟਰ ਕੋਲ ਨਹੀਂ ਜਾਂਦੇ। ਇਹ ਬਹੁਤ ਵੱਡਾ ਫੈਕਟਰ ਹੈ। ਵੈਸੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਿਹੜੇ ਸਾਡੇ ਦਰਸ਼ਕ ਆ ਜਾਂ ਕਹਿ ਲਈਏ ਪੰਜਾਬੀ ਕਮਿਊਨਿਟੀ ਹੈ, ਕਾਫੀ ਅਵੇਅਰ ਹੋਈ ਆ। ਨਵਜੋਤ ਜੀ, ਇੱਥੇ ਵੀ ਅਵੇਅਰ ਹੋਈ ਆ ਔਰ ਬੈਕ ਹੋਮ ਇੰਡੀਆ ਦੇ ਵਿੱਚ ਵੀ ਲੋਕ ਅਵੇਅਰ ਨੇ। ਹੁਣ ਥੋੜ੍ਹਾ ਬਹੁਤ ਯਾਨੀ ਕਹਿ ਸਕਦੇ ਹਾਂ ਕਿ ਰਿਸਪੌਂਡ ਦਿੰਦੇ ਆ ਲੋਕ ਕਿ ਬਿਮਾਰ ਆ, ਇਹ ਮੈਂਟਲੀ ਸਿੱਕ ਆ, ਜਾਂ ਕੋਈ ਦਿਮਾਗੀ ਬਿਮਾਰੀ ਆ ਜਾਂ ਪਰੇਸ਼ਾਨੀ ਆ, ਪਰ ਹਲੇ ਵੀ ਹਿਚਕਚਾਉਂਦੇ ਆ ਆਪਾਂ ਇਸ ਚੀਜ਼ ਤੋਂ। ਸੋ ਪਹਿਲੀ ਗੱਲ ਤਾਂ ਇਹ, ਆਪਾਂ ਆਪਣੇ ਮਨ 'ਚ ਇਹ ਇਸ ਤਰ੍ਹਾਂ ਦਾ ਸਟਿਗਮਾ ਕਿਉਂ ਬਣਿਆ ਪਿਆ ਲੋਕਾਂ ਦੇ ਦਿਮਾਗ ਦੇ ਵਿੱਚ ਵੀ, ਜਦੋਂ ਕੋਈ ਬਿਮਾਰੀ, ਹੁਣ ਜੇ ਮੈਂਟਲ ਹੈਲਥ, ਜਿਵੇਂ ਆਪਾਂ ਫਿਜ਼ੀਕਲ ਦੀ ਮੈਂ ਗੱਲ ਕੀਤੀ ਆ, ਫਿਜ਼ੀਕਲ 'ਚ ਆਪਾਂ ਠੀਕ ਹੋ ਜਾਂਦੇ ਹਾਂ, ਆਪਾਂ ਕੰਮ 'ਤੇ ਚਲੇ ਜਾਂਦੇ ਹਾਂ, ਕੋਈ ਆਪਾਂ ਨੂੰ ਇਹ ਤਾਂ ਨਹੀਂ ਕਹਿੰਦਾ ਤੂੰ ਤਾਂ ਬਿਮਾਰ ਆ, ਬਈ ਇੱਕ ਵਾਰੀ ਬਿਮਾਰ ਹੋਇਆ ਸੀ, ਦਵਾਈ ਲਈ, ਮੈਂ ਠੀਕ ਹੋ ਗਿਆ। ਸੋ ਮੈਂਟਲ ਹੈਲਥ ਦੇ ਨਾਲ ਇਹ ਆਪਾਂ ਨੂੰ ਟੈਗ ਲੱਗ ਜਾਂਦਾ ਵੀ ਦਿਮਾਗ ਖਰਾਬ, ਦਿਮਾਗ 'ਚ ਨੁਕਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ। ਤੁਸੀਂ ਇਹਦੇ ਬਾਰੇ ਕੀ ਕਰੋਗੇ? ਕਿਉਂ ਸਟਿਗਮਾ ਆਪਣੀ ਕਮਿਊਨਿਟੀ ਦੇ ਵਿੱਚ? ਸੋ ਪਹਿਲਾਂ ਤਾਂ ਨਿਰਲੇਪ ਜੀ ਦੇਖੋ, ਜਦੋਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੋਂ ਸਟਾਰਟ ਕਰ ਲੈਂਦੇ ਹਾਂ। ਜਦੋਂ ਆਪਾਂ ਬੱਚੇ ਹੁੰਦੇ, ਛੋਟੇ ਹੁੰਦੇ ਹਾਂ, ਅਤੇ ਆਪਾਂ ਨੂੰ ਇਹ ਕਹਿ ਕੇ ਕਦੇ ਟੌਂਟ ਨਹੀਂ ਮਾਰੀਗੀ ਕਿ ਤੇਰੇ ਗੋਡੇ 'ਤੇ ਸੱਟ ਵੱਜੀ ਆ, ਤੇਰੇ ਲਾਈਕ ਤੂੰ ਕਿਤੇ ਸੱਟ ਤਾਂ ਨਹੀਂ ਖਾ ਕੇ ਆ ਗਿਆ ਜੋ ਤੂੰ ਇੱਦਾਂ ਦੀਆਂ ਗੱਲਾਂ ਕਰਦਾ। ਆਪਾਂ ਨੂੰ ਟੀਚਰ ਜੋ ਕੀਤੀ ਜਾਂਦੀ ਹੈ ਕਿ ਤੇਰਾ ਦਿਮਾਗ ਠੀਕ ਹੈ। ਉਹ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਕਿਸੇ ਡਾਕਟਰ ਕੋਲ ਵੀ ਜਾਂਦੇ ਹਾਂ, ਉਸ ਚੀਜ਼ ਨੂੰ ਆਪਣੇ ਘਰ ਦੇ ਬਹੁਤ ਪੋਜ਼ੀਟਿਵਲੀ ਲੈਂਦੇ ਆ ਕਿ ਠੀਕ ਆ, ਇਹਦੇ ਸੱਟ ਵੱਜੀ ਸੀ, ਇਹ ਡਾਕਟਰ ਕੋਲੇ ਹੋ ਕੇ ਆਇਆ, ਬਹੁਤ ਜ਼ਰੂਰੀ ਆ ਡਾਕਟਰ ਕੋਲ ਜਾਣਾ। ਈਵਨ ਦੋ ਜਿਹੜੇ ਆਪਣੇ ਪੇਰੈਂਟਸ, ਆਪਣੇ ਫੈਮਿਲੀ ਮੈਂਬਰ ਹੁੰਦਾ, ਈਵਨ ਫਰੈਂਡਸ ਐਂਡ ਕਮਿਊਨਿਟੀ ਜੋ ਆ, ਉਹ ਵੀ ਆਪਾਂ ਨੂੰ ਇਸ ਚੀਜ਼ ਦਾ ਬਹੁਤ ਆਪਣੇ ਲਈ ਕੇਅਰ ਕਰਦੀ ਆ ਕਿ ਹਾਂ ਇਸ ਬੱਚੇ ਦੇ ਸੱਟ ਵੱਜੀ ਹੋਈ ਆ, ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗ ਗਈ ਆ, ਉਹ ਠੀਕ ਹੋਣੀ ਬਹੁਤ ਜ਼ਰੂਰੀ ਆ। ਪਰ ਜਿੱਥੇ ਮੈਂਟਲ ਹੈਲਥ ਦੀ ਗੱਲ ਆਉਂਦੀ ਆ, ਉੱਥੇ ਆਪਾਂ ਇਹ ਚੀਜ਼ ਨੋਟਿਸ ਕਰਦੇ ਆ ਵੀ ਉੱਥੇ ਆਪਣੀ ਕਮਿਊਨਿਟੀ ਆਪਣਾ ਸਾਥ ਨਹੀਂ ਦਿੰਦੀ, ਉੱਥੇ ਮਜ਼ਾਕ ਉਡਾਇਆ ਜਾਂਦਾ ਆ, ਉੱਥੇ ਉਹਨੂੰ ਪੁੱਛਿਆ ਜਾਂਦਾ ਕਿ ਤੇਰੇ ਦਿਮਾਗ 'ਚ ਕੀ ਫਰਕ ਪੈ ਗਿਆ ਆ, ਤੂੰ ਇੱਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਆ, ਇਹਨੂੰ ਪਤਾ ਨਹੀਂ ਲੱਗਦਾ ਕੁਛ, ਇਹਨੂੰ ਪੁੱਛਣੋਂ ਹਟ ਜਾਓ, ਇਹਨੂੰ ਬੁਲਾਉਣੋਂ ਹਟ ਜਾਓ।
ਤੇ ਉਸ ਚੀਜ਼ ਨੇ ਜੋ ਇੱਕ ਸਟਿਗਮਾ ਪਾ ਦਿੱਤਾ ਛੋਟੇ ਹੁੰਦੇ ਤੋਂ ਹੀ ਇੱਕ ਬੱਚੇ ਦੇ ਬ੍ਰੇਨ ਦੇ ਵਿੱਚ ਕਿ ਜੇ ਮੇਰੇ ਬ੍ਰੇਨ 'ਚ ਸੱਟ ਵੱਜੂਗੀ ਇਹਦਾ ਕੋਈ ਇਲਾਜ ਨਹੀਂ ਹੈਗਾ, ਇਹ ਮੈਨੂੰ ਕਿਸੇ ਨੇ ਨਹੀਂ ਪੁੱਛਣਾ। ਪਰ ਜੇ ਮੇਰੇ ਫਿਜ਼ੀਕਲੀ ਸੱਟ ਵੱਜੂਗੀ ਉੱਥੇ ਮੈਨੂੰ ਸਾਰੇ ਆ ਕੇ ਪੁੱਛਣਗੇ, ਉੱਥੇ ਮੈਨੂੰ ਅਟੈਂਸ਼ਨ ਮਿਲੂਗੀ, ਰਾਈਟ। ਸੋ ਉੱਥੇ ਆਪਾਂ ਉਹ ਚੀਜ਼ਾਂ ਨੂੰ ਲੁਕਾਉਣ ਲੱਗ ਗਏ ਤੇ ਜੋ ਫਿਜ਼ੀਕਲੀ ਆਪਣਾ ਕੁਝ ਵੀ ਹੁੰਦਾ ਆਪਾਂ ਓਬਵੀਅਸਲੀ ਡਾਕਟਰ ਕੋਲ ਚਲ ਜਾਂਦੇ ਹਾਂ ਉਸੇ ਟਾਈਮ। ਸੋ ਇੱਕ ਚੀਜ਼ ਹੋਰ ਆ, ਜਦੋਂ ਆਪਾਂ ਥੋੜੀ ਜੀ ਸਾਇੰਟੀਫਿਕ ਤਰੀਕੇ ਨਾਲ ਗੱਲ ਕਰਦੇ ਜਿਹੜੇ ਬ੍ਰੇਨ ਕੈਮੀਕਲਸ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਬੈਲੈਂਸ ਨਹੀਂ ਰਹੇ, ਇੰਬੈਲੈਂਸ ਹੋ ਗਏ। ਹਾਂਜੀ। ਸੋ ਹੁਣ ਜਿਹੜਾ ਇਹ ਕੈਮੀਕਲਸ ਦੀ ਖੇਡ ਆ ਇਹ ਕਈ ਵਾਰੀ ਆਮ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੰਮ ਡੇਲੀ ਕੰਮਕਾਜ ਵਾਲੇ ਲੋਕ ਹੈਗੇ ਆ ਜਾਂ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ, ਉਹਨਾਂ ਨੂੰ ਨਹੀਂ ਸਮਝ ਆਉਂਦੀ ਇਸ ਤਰ੍ਹਾਂ। ਸੋ ਤੁਸੀਂ ਕਿਸ ਤਰੀਕੇ ਨਾਲ ਸਮਝਾਵੋ ਕਿ ਜਿਹੜੇ ਕੈਮੀਕਲਸ ਆ ਉਹ ਕੀ ਕਰਦੇ ਆ, ਕਿਵੇਂ ਬੈਲੈਂਸ ਰੱਖਦੇ ਆ, ਸਾਡਾ ਸੰਤੁਲਨ ਜਿਹੜਾ ਬਣਿਆ ਰਹਿੰਦਾ ਜਦੋਂ ਇੰਬੈਲੈਂਸ ਹੁੰਦੇ ਆ ਤੇ ਉਦੋਂ ਕੀ ਹੁੰਦਾ? ਦੇਖੋ ਇਹ ਇੱਕ ਬਹੁਤ ਹੀ ਲਾਈਕ ਡਾਕਟਰੀ ਵੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਮੈਂ ਇਹ ਕਹੂੰਗੀ ਕਿ ਜਦੋਂ ਕਿਸੇ ਪਰਸਨ ਨੂੰ ਇਸ ਦੇ ਵਿੱਚ ਬਹੁਤ ਡੀਪਲੀ ਜਾਣਾ ਹੁੰਦਾ ਤਾਂ ਓਬਵੀਅਸਲੀ ਜਿਹੜਾ ਬੈਸਟ ਪਰਸਨ ਆ ਉਹ ਪ੍ਰੋਪਰ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਆਪਣੇ ਆ ਗਏ, ਡਾਕਟਰਸ ਆ ਗਏ, ਸਾਈਕੈਟਰਿਸਟ ਆ ਗਏ, ਉਹ ਆਪਾਂ ਨੂੰ ਪ੍ਰੋਪਰ ਇਸ ਚੀਜ਼ ਦੇ ਉੱਪਰ ਨੌਲੇਜ ਦੇ ਸਕਦੇ ਆ। ਪਰ ਜਦੋਂ ਆਪਾਂ ਥੋੜ੍ਹੀ ਜਿਹੀ ਵੈਸੇ ਇਸ ਚੀਜ਼ ਦੇ ਉੱਪਰ ਗੱਲ ਕਰਦੇ ਆ ਤਾਂ ਮੈਂ ਇੰਨਾ ਕੁ ਕਹਿ ਸਕਦੀ ਹਾਂ ਕਿ ਦੇਖੋ ਆਪਣੇ ਬ੍ਰੇਨ ਦੇ ਵਿੱਚ ਵੀ ਇੱਕ ਹਿੱਸੇ ਹੁੰਦੇ ਆ ਜੋ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਨ ਦੇ ਵਿੱਚ ਹੈਲਪ ਕਰਦਾ ਆ। ਜਿਵੇਂ ਫੋਰ ਐਗਜ਼ਾਮਪਲ ਆਪਣੀ ਜੀਭ ਆ, ਜੀਭ ਦੇ ਆਪਾਂ ਛੋਟੇ ਹੁੰਦੇ ਪੜ੍ਹਿਆ ਹੁੰਦਾ ਸਾਇੰਸ ਦੇ ਵਿੱਚ ਕਿ ਉਹਦੇ ਹਿੱਸੇ ਆ ਨਾ, ਉਹ ਆਪਾਂ ਨੂੰ ਕਿੱਥੇ ਖੱਟੇ ਦਾ ਪਤਾ ਲੱਗਦਾ, ਕਿਹੜੇ ਰਸ ਆਪਣੇ ਜੀਭ ਦੇ ਹਿੱਸੇ ਦੇ ਵਿੱਚ ਮਿੱਠੇ ਵਾਸਤੇ ਰਸ ਹੁੰਦਾ, ਕੌੜੇ ਵਾਸਤੇ ਹੁੰਦਾ। ਇਹ ਬ੍ਰੇਨ ਵੀ ਸੇਮ ਹੀ ਚੀਜ਼ ਆ, ਉਹਦੇ ਵੀ ਪਾਰਟਸ ਬਣੇ ਹੋਏ ਨੇ, ਉਹਦੇ ਵੀ ਕੈਮੀਕਲਸ ਨੇ, ਉਹਨੂੰ ਵੀ ਪਤਾ ਕਿ ਕਿੱਥੋਂ ਉਹਨੇ ਤੁਹਾਨੂੰ ਖੁਸ਼ੀ ਜ਼ਾਹਿਰ ਕਰਾਉਣੀ ਆ, ਕਦੋਂ ਉਹਨੇ ਤੁਹਾਨੂੰ ਦੁੱਖ ਜ਼ਾਹਿਰ ਕਰਾਉਣਾ ਆ। ਤੇ ਉਹ ਚੀਜ਼ਾਂ ਨੂੰ ਆਪਾਂ ਇੱਕ ਫਿਜ਼ੀਕਲੀ ਮੈਂਟਲੀ ਐਕਸੈਪਟ ਕਰਨ ਦੀ ਜਗ੍ਹਾ ਦੇ ਉੱਤੇ ਉਹ ਸਟਿਗਮਾ ਬਣਾ ਲੈਂਦੇ ਆ ਕਿ ਮੈਨੂੰ ਕਿਉਂ ਹੁੰਦਾ ਪਿਆ, ਰਾਈਟ। ਉਹ ਜਿਹੜਾ ਬੈਲੈਂਸ ਆ ਉਹ ਆਪਾਂ ਸਮਝ ਨਹੀਂ ਪਾਉਂਦੇ। ਹੁਣ ਜੇ ਅੱਜ ਆਪਾਂ ਗੱਲ ਕਰਨੀ ਹੈ ਡਿਪਰੈਸ਼ਨ ਦੇ ਉੱਤੇ ਤਾਂ ਮੈਂ ਥੋੜ੍ਹਾ ਜਿਹਾ ਦੱਸੂੰਗੀ ਕਿ ਜਦੋਂ ਡਿਪਰੈਸ਼ਨ ਹੁੰਦਾ ਆ ਤਾਂ ਡਿਪਰੈਸ਼ਨ ਦੇ ਸਿੰਪਟਮਸ ਨਹੀਂ ਦੇਖੇ ਜਾਂਦੇ, ਡਿਪਰੈਸ਼ਨ ਦੇ ਸਾਈਨਸ ਨਹੀਂ ਦੇਖੇ ਜਾਂਦੇ, ਡਿਪਰੈਸ਼ਨ ਕਿਉਂ ਹੋ ਰਿਹਾ ਆ, ਕਿੱਦਾਂ ਹੋ ਰਿਹਾ ਆ, ਉਸ ਚੀਜ਼ ਦੇ ਉੱਤੇ ਨੋਟਿਸ ਨਹੀਂ ਕੀਤਾ ਜਾਂਦਾ। ਬਸ ਇਹ ਟੈਗ ਜ਼ਰੂਰ ਲਾ ਦਿੱਤਾ ਜਾਂਦਾ ਆ ਕਿ ਇਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਚੁੱਕੇ ਤੇ ਇਹਨੂੰ ਦਵਾਈ ਦਿਓ। ਜਿਸ ਤਰ੍ਹਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਅਕਸਰ ਆਪਾਂ ਗੱਲਬਾਤ ਕਰਦੇ ਹਾਂ ਕਲਾਇੰਟਸ ਦੇ ਨਾਲ ਵੀ ਵੈਸੇ ਵੀ ਕਿ ਜਿਹੜੀ ਆ ਜਦੋਂ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਦਿਮਾਗੀ ਬਿਮਾਰੀਆਂ ਦੀ ਗੱਲ ਕਰਦੇ ਹਾਂ, ਮੈਂਟਲ ਇਲਨੈਸ ਦੀ ਗੱਲ ਕਰਦੇ ਹਾਂ, ਬਸ ਉਹਦੇ ਵਿੱਚ ਜਿਵੇਂ ਫਿਜ਼ੀਕਲ ਇਲਨੈਸ ਆ ਉਹਦੇ ਵਿੱਚ ਕਈ ਬਿਮਾਰੀਆਂ, ਇੱਕ ਬਿਮਾਰੀਆਂ ਨਹੀਂ ਕੋਈ 1000 ਬਿਮਾਰੀ ਹੋਊਗੀ, ਉਹਦੇ ਵੱਖਰੇ ਵੱਖਰੇ ਨਾਂ ਹੈਗੇ। ਸੋ ਇਵੇਂ ਆਪਾਂ ਹੁਣ ਜਿਹੜੇ ਆਪਾਂ ਪਿੱਛੇ ਜਿਹੜਾ ਸਟਿਗਮਾ ਬਣਿਆ ਸੀਗਾ ਜਦੋਂ ਆਪਾਂ ਇਸ ਚੀਜ਼ ਗੱਲ ਕਰਨ ਤੋਂ ਡਰਦੇ ਸੀ, ਲੋਕਾਂ ਨੂੰ ਨੌਲੇਜ ਨਹੀਂ ਸੀ, ਸੋ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਸਿਰਫ ਇੱਕੋ ਹੀ ਸੀਗਾ ਕਿ ਦਿਮਾਗ ਖਰਾਬ ਹੈ ਜਾਂ ਇਹ ਪਾਗਲ ਹੈ, ਦੋ ਚੀਜ਼ਾਂ ਆਪਣੇ ਕੋਲੇ ਸੀਗੀਆਂ। ਪਰ ਜਿਵੇਂ ਜਿਵੇਂ ਸਾਨੂੰ ਅਸੀਂ ਸਾਇੰਟੀਫਿਕ ਤਰੀਕੇ ਨਾਲ ਇਸ ਚੀਜ਼ ਨੂੰ ਦੇਖਿਆ, ਘੋਖਿਆ, ਵਿਚਾਰਿਆ, ਸੋ ਉਹਦੇ ਵਿੱਚ ਕਿੰਨੀਆਂ ਹੀ ਬਿਮਾਰੀਆਂ ਜਿਨ੍ਹਾਂ ਦੇ ਨਾਂ ਨੇ ਤੇ ਇਲਾਜ ਨੇ। ਇਹ ਗੱਲ ਵੱਖਰੀ ਹੈ ਕਿ ਬਿਮਾਰੀ ਕਿਉਂ ਹੁੰਦੀ ਹੈ ਮੈਂਟਲ ਹੈਲਥ ਦੀ ਹਾਲੇ ਸਾਇੰਸ ਇਹ ਤੱਕ ਨਹੀਂ ਪਹੁੰਚ ਸਕੀ। ਮਲਟੀਪਲ ਫੈਕਟਰਸ ਜਿਹੜੇ ਹੈਗੇ ਆ ਉਹ ਹੈਗੇ ਆ, ਜੈਨੇਟਿਕ ਵੀ ਹੋ ਸਕਦਾ, ਇਨਵਾਇਰਮੈਂਟਲ ਵੀ ਹੋ ਸਕਦਾ, ਸੋ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਮੈਂਟਲ ਇਲਨੈਸ ਦੇ। ਪਰ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਇੱਕ ਠੋਸ ਵਜ੍ਹਾ ਇਸ ਕਰਕੇ ਜਿਹੜੀ ਹੈਗੀ ਹੈ ਬਿਮਾਰੀ ਹੁੰਦੀ ਹੈ। ਪਰ ਖੁਸ਼ੀ ਦੀ ਗੱਲ ਇਹ ਆ, ਵਧੀਆ ਗੱਲ ਇਹ ਆ ਕਿ ਹਰ ਇੱਕ ਬਿਮਾਰੀ ਦਾ ਇਲਾਜ ਹੈਗਾ, ਹੈ ਨਾ। ਜੇ 100% ਨਹੀਂ ਕਿਉਰ ਹੁੰਦਾ ਬੰਦਾ ਤਾਂ 90% ਤਾਂ ਕਿਉਰ ਹੋ ਹੀ ਜਾਂਦਾ, ਹੈ ਨਾ। ਕਿਵੇਂ ਨਾ ਕਿਵੇਂ ਤੁਸੀਂ ਆਪਦੀ ਜ਼ਿੰਦਗੀ ਨੂੰ ਚਲਾ ਸਕਦੇ ਹੋ, ਰੋਜ਼ਮਰਾ ਦਾ ਕੰਮ ਕਰ ਸਕਦੇ ਹੋ। ਔਰ ਇਸ ਮੈਂਟਲ ਇਲਨੈਸ ਦੇ ਨਾਲ ਚਾਹੇ ਕੋਈ ਬਿਮਾਰੀ ਹੈ, ਚਾਹੇ ਡਿਪਰੈਸ਼ਨ ਹੈ, ਬਾਈਪੋਲਰ ਹੈ, ਚਾਹੇ ਸਕਿਜ਼ੋਫਰੀਨੀਆ, ਚਾਹੇ ਕੋਈ ਵੀ ਡਿਸਆਰਡਰ ਹੈਗਾ, ਉਹਦੇ ਨਾਲ ਤੁਸੀਂ ਆਪਦੀ ਜਿਹੜੀ ਜ਼ਿੰਦਗੀ ਆ ਵਧੀਆ ਨਿਰਵਾਹ ਕਰ ਸਕਦੇ ਹੋ। ਤੁਸੀਂ ਉਹਦੇ ਨਾਲ ਪਾਇਲਟ ਵੀ ਬਣ ਸਕਦੇ ਹੋ। ਈਵਨ ਦੋ ਸਮ ਡਾਕਟਰਸ ਵੀ ਹੈਗੇ ਆ ਜਿਹੜੇ ਆਪ ਦਵਾਈ ਲੈਂਦੇ ਆ, ਪਰ ਉਹ ਇੰਜੀਨੀਅਰ ਵੀ ਹੈਗੇ ਆ। ਹੋਰ ਆਪਾਂ ਕਹਿ ਲਈਏ ਵੱਡੀਆਂ ਵੱਡੀਆਂ ਕੰਪਨੀਆਂ ਦੇ CEOs ਵੀ ਹੈਗੇ ਆ, ਉਹ ਹੈ ਡਿਪਰੈਸ਼ਨ ਜਾਂ ਉਹਨਾਂ ਨੂੰ ਕੋਈ ਮੈਂਟਲ ਇਲਨੈਸ ਹੈ, ਪਰ ਉਹ ਮੈਡੀਸਨ ਲੈਂਦੇ ਆ ਅਤੇ ਬਿਲਕੁਲ ਆਪਦਾ ਉਹ ਜਿਹੜਾ ਸਾਰਾ ਕੁਛ ਉਹ ਠੀਕ ਕਰਦੇ ਹੈਗੇ ਆ। ਸੋ ਅੱਜ ਆਪਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਆਪਾਂ ਗੱਲ ਕਰਨੀ ਹੈ ਡਿਪਰੈਸ਼ਨ ਦੀ। ਆਪਾਂ ਆਮ ਸੁਣਿਆ ਕਿ ਬੰਦਾ ਡਿਪਰੈਸਡ ਆ, ਹੈ ਨਾ। ਸੋ ਕਿਵੇਂ ਡਿਪਰੈਸ਼ਨ ਨੂੰ ਤੁਸੀਂ ਲਵੋਗੇ? ਡਿਪਰੈਸ਼ਨ ਕੀ ਬਿਮਾਰੀ ਹੈ ਜਾਂ ਬਿਮਾਰੀ ਦਾ ਸਿੰਪਟਮ ਹੈ ਜਾਂ ਇਹ ਖੁਦ ਇੱਕ ਬਿਮਾਰੀ ਹੈ? ਸੋ ਡਿਪਰੈਸ਼ਨ ਇੱਕ ਬਿਮਾਰੀ ਹੈ, ਇਹ ਬਹੁਤ ਹੀ ਸੀਰੀਅਸ ਬਿਮਾਰੀ ਹੈ। ਦੇਖੋ ਡਿਪਰੈਸ਼ਨ ਨੂੰ ਆਪਾਂ ਹੋਰ ਵੀ ਕਾਫੀ ਨਾਮਾਂ ਨਾਲ ਜਾਣਦੇ ਆ, ਜਿੱਦਾਂ ਤੁਸੀਂ ਕਲੀਨਿਕਲੀ ਕਈ ਵਾਰੀ ਆਪਾਂ ਨਾਮ ਸੁਣਦੇ ਆ ਕਿ ਇਹਨੂੰ ਕਲੀਨਿਕਲ ਡਿਪਰੈਸ਼ਨ ਆ, ਮੇਜਰ ਡਿਪਰੈਸ਼ਨ ਆ। ਬੇਸਿਕਲੀ ਡਿਪਰੈਸ਼ਨ ਇਜ਼ ਡਿਪਰੈਸ਼ਨ।
ਇਹ ਬਹੁਤ ਕਾਮਨ ਹੋਣ ਦੇ ਨਾਲ ਬਹੁਤ ਸੀਰੀਅਸ ਵੀ ਆ, ਕਿਉਂਕਿ ਇਹਨੂੰ ਛੇਤੀ ਦੇਰ ਨੇ ਦੇਖਿਆ ਨਹੀਂ ਜਾਂਦਾ, ਇਹਨੂੰ ਛੇਤੀ ਪਛਾਣਿਆ ਨਹੀਂ ਜਾਂਦਾ। ਐਂਡ ਈਵਨ ਦੋ ਐਟਲੀਸਟ 2 ਵੀਕਸ ਦਾ ਟਾਈਮ ਚਾਹੀਦਾ ਹੁੰਦਾ ਹੈ ਕਿਸੇ ਪਰਸਨ ਨੂੰ ਕਹਿਣ ਵਾਸਤੇ ਕਿ ਯੈਸ ਇਹਨੂੰ ਡਿਪਰੈਸ਼ਨ ਹੋ ਸਕਦਾ। ਸਿਰਫ ਇੰਨਾ ਹੀ ਕਹਿਣ ਵਾਸਤੇ ਮਾਈਟ ਵੀ ਜਿੱਥੇ ਆਪਾਂ ਲਾ ਦਿੰਦੇ ਨੇ ਕਿ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਉਹਦੇ ਵਾਸਤੇ ਵੀ ਸਾਨੂੰ 2 ਵੀਕਸ ਦੇ ਟਾਈਮ ਦੀ ਵੇਟ ਕਰਨੀ ਪੈਂਦੀ ਆ। ਬਿਕਾਜ਼ ਡੇਲੀ ਮੂਡ ਸਵਿੰਗਸ ਤਾਂ ਦੇਖੋ ਸਭ ਦੇ ਹੁੰਦੇ ਆ ਨਾ, ਅੱਜ ਤੁਸੀਂ ਖੁਸ਼ ਹੋ, ਕੱਲ੍ਹ ਨੂੰ ਤੁਸੀਂ ਉਦਾਸ ਹੋ, ਪਰਸੋਂ ਨੂੰ ਤੁਸੀਂ ਐਕਸਾਈਟਮੈਂਟ ਹੋ ਸਕਦੀ ਹੈ, ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ, ਬੈਡ ਨਿਊਜ਼ ਮਿਲ ਸਕਦੀ ਹੈ। ਸੋ ਮੂਡਸ ਆਪਣੇ ਓਬਵੀਅਸਲੀ ਆਪਣੇ ਐਨਵਾਇਰਨਮੈਂਟ ਦੇ ਜਿੱਦਾਂ ਤੁਸੀਂ ਕਿਹਾ ਕਿ ਡਿਪੈਂਡ ਹੁੰਦਾ ਆ ਚੀਜ਼ਾਂ। ਪਰ ਜਿੱਥੇ ਡਿਪਰੈਸ਼ਨ ਦੀ ਗੱਲ ਆਉਂਦੀ ਆ ਤਾਂ ਉੱਥੇ ਆਪਣੇ ਜਿਹੜੇ ਮਾਹਿਰ ਨੇ ਇਹੀ ਕਹਿੰਦੇ ਆ ਕਿ 2 ਵੀਕਸ ਐਟਲੀਸਟ ਉਸ ਚੀਜ਼ ਨੂੰ ਨੋਟਿਸ ਕੀਤਾ ਜਾਣਾ ਚਾਹੀਦਾ ਕਿ ਉਹ ਕਿੱਥੇ ਜਾ ਰਿਹਾ, ਜੋ ਉਹਦੇ ਸਾਈਨਸ ਨੇ, ਸਿੰਪਟਮਸ ਨੇ, ਉਹ ਸ਼ੋ ਹੁੰਦੇ ਪਏ ਆ ਨਹੀਂ ਹੁੰਦੇ ਪਏ ਆ। ਤੇ ਡਿਪਰੈਸ਼ਨ ਇੱਕ ਇੱਦਾਂ ਦੀ ਬਿਮਾਰੀ ਆ ਦੇਖੋ ਜਿਹਦਾ ਪਹਿਲੇ ਟਾਈਮ ਦੇ ਵਿੱਚ ਕੋਈ ਚੰਗੀ ਤਰ੍ਹਾਂ ਇਲਾਜ ਨਹੀਂ ਕੀਤਾ ਗਿਆ, ਐਂਡ ਈਵਨ ਦੋ ਕਿ ਪ੍ਰੋਪਰ ਸਹੂਲਤ ਨਹੀਂ ਸੀ। ਜਦੋਂ ਪਹਿਲੀ ਸਮਿਆਂ ਦੇ ਵਿੱਚ ਇਸ ਚੀਜ਼ ਨੂੰ ਸਟਾਰਟ ਕੀਤਾ ਕਿ ਤੁਸੀਂ ਅੱਜ ਵੀ ਦੇਖਿਆ ਹੋਏਗਾ ਕਿ ਪਾਗਲਖਾਨੇ ਬਣਾਏ ਹੋਏ ਸੀ, ਦੈਟਸ ਇਟ। ਲੋਕਾਂ ਦੇ ਬ੍ਰੇਨ ਦੇ ਵਿੱਚ ਉਹ ਚੀਜ਼ ਬੈਠ ਚੁੱਕੀ ਸੀ ਕਿ ਜੇ ਮੈਂ ਚੀਜ਼ਾਂ ਨੂੰ ਸ਼ੋਅ ਕਰੂੰਗਾ ਤਾਂ ਮੈਂ ਪਾਗਲਖਾਨੇ ਚੱਲਿਆ। ਐਂਡ ਦੈਨ ਉੱਥੋਂ ਦੀ ਹਾਲਤ ਜੋ ਸੀ ਉਹ ਆਪਾਂ ਸਭ ਹੀ ਜਾਣੂ ਆ ਕਿ ਕਿੱਦਾਂ ਦੀ ਹਾਲਾਤ ਦੇ ਵਿੱਚ ਰਹੇ ਜਾਂ ਨਹੀਂ ਰਹੇ। ਹੁਣ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਚੇਂਜ ਆ ਚੁੱਕੀ ਆ, ਪ੍ਰੋਪਰ ਕੇਅਰ ਦਿੱਤੀ ਜਾਂਦੀ ਆ, ਉਹਨਾਂ ਨੂੰ ਟ੍ਰੀਟਮੈਂਟ ਮਿਲਦਾ, ਸਫਾਈ ਦੇ ਵਿੱਚ ਹੁੰਦੇ ਨੇ ਉਹ। ਈਵਨ ਦੋ ਜੇ ਕੋਈ ਪਰਸਨ ਖੁਦ ਇੱਕ ਬਿਕਾਜ਼ ਆਫ ਡਿਪਰੈਸ਼ਨ ਉਹ ਆਪਣੀ ਹਾਈਜੀਨ ਦਾ ਖਿਆਲ ਨਹੀਂ ਰੱਖ ਸਕਦਾ, ਉਹਦੇ ਵਾਸਤੇ ਵੀ ਸਹੂਲਤਾਂ ਹੁਣ ਪ੍ਰੋਵਾਈਡ ਹੋ ਗਈਆਂ ਨੇ। ਸੋ ਡਿਪਰੈਸ਼ਨ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ। ਐਂਡ ਜਦੋਂ ਵੀ ਡਿਪਰੈਸ਼ਨ ਨੂੰ ਨੋਟਿਸ ਕਰਨਾ ਤਾਂ ਐਟਲੀਸਟ 2 ਵੀਕਸ ਦੇ ਟਾਈਮ ਦੇ ਵਿੱਚ ਇਹ ਦੇਖਣਾ ਚਾਹੀਦਾ ਆ ਕਿ ਉਹਦੇ ਮੂਡ ਕਿੱਦਾਂ ਹੋ ਰਿਹਾ, ਕਿਉਂਕਿ ਇਹ ਸਭ ਤੋਂ ਜ਼ਿਆਦਾ ਇਫੈਕਟ ਜੋ ਅਫੈਕਟ ਕਰਦਾ ਹੈ ਉਹ ਆਪਣੇ ਮੂਡ ਨੂੰ ਕਰਦਾ। ਤੁਹਾਡਾ ਮੂਡ ਦੱਸ ਦਿੰਦਾ ਆ ਕਿ ਤੁਸੀਂ ਕਿੰਨੇ ਕੁ ਉਦਾਸ ਹੋ, ਤੁਸੀਂ ਕਿੰਨੇ ਕੁ ਅਪਸੈਟ ਹੋ, ਤੁਹਾਡਾ ਇੰਟਰਸਟ ਨਹੀਂ ਹੈਗਾ ਕਿਸੇ ਚੀਜ਼ ਦੇ ਵਿੱਚ, ਤੁਸੀਂ ਨਮ ਫੀਲ ਕਰਦੇ ਪਏ ਹੋ। ਤੇ ਇਹ ਜਿਹੜੇ ਸਾਈਨਸ ਨੇ ਇਹਨਾਂ ਤੋਂ ਤੁਸੀਂ ਦੱਸ ਸਕਦੇ ਹੋ ਕਿ ਨਹੀਂ ਬੰਦੇ ਨੂੰ ਡਿਪਰੈਸ਼ਨ ਹੋ ਸਕਦਾ ਜੀ। ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਡਿਪਰੈਸ਼ਨ ਦੀਆਂ ਜਿਹੜੀ ਕਈ ਕਿਸਮਾਂ, ਜਿਵੇਂ ਮੈਂ ਹੁਣੇ ਕਹਿ ਰਿਹਾ ਸੀ ਕਿ ਮੈਂਟਲ ਹੈਲਥ ਜਦੋਂ ਇਲਨੈਸ ਦੀ ਆਪਾਂ ਗੱਲ ਕਰਦੇ ਹਾਂ, ਕੋਈ ਇੱਕ ਬਿਮਾਰੀ ਨਹੀਂ, ਇੱਕ ਬਿਮਾਰੀ ਆ, ਬਿਮਾਰੀ ਦੇ ਗਾਂ ਸਬ ਕੈਟਾਗਰੀਜ਼ ਵੀ ਹੈਗੀਆਂ। ਜੇ ਹੁਣ ਡਿਪਰੈਸ਼ਨ ਆ ਤਾਂ ਡਿਪਰੈਸ਼ਨ ਵੀ ਗਾਂ ਕਿੰਨੀ ਕਿਸਮ ਦਾ ਡਿਪਰੈਸ਼ਨ ਹੈਗਾ। ਸੋ ਕਿੰਨੇ ਕੁ ਟਾਈਪਸ ਦਾ ਜਿਹੜਾ ਡਿਪਰੈਸ਼ਨ ਆ ਤੁਸੀਂ ਤੁਹਾਡੇ ਨੋਟਿਸ 'ਚ ਆਇਆ ਕਿ ਆਪਾਂ, ਕਿਉਂਕਿ ਇੱਕ ਚੀਜ਼ ਹੋਰ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ 5 ਕਿਸਮ ਦਾ 6 ਕਿਸਮ ਦਾ, ਇਹਦੀ ਤੇ ਕੋਈ ਗਿਣਤੀ ਨਹੀਂ, ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਸਾਇੰਸ ਹਾਲੇ ਉੱਥੇ ਤੱਕ ਪਹੁੰਚੀ ਹੀ ਨਹੀਂ ਕਿ ਆਪਾਂ ਐਗਜ਼ੈਕਟਲੀ ਦੱਸ ਸਕੀਏ ਵੀ ਜਿਹੜਾ ਡਿਪਰੈਸ਼ਨ ਉਹ 5 ਪ੍ਰਕਾਰ ਦਾ ਹੁੰਦਾ, ਇਹ ਨਹੀਂ ਆਪਾਂ ਕਹਿ ਸਕਦੇ। ਸੋ ਕਿੰਨੇ ਕੁ ਟਾਈਪਸ ਪਾਏ ਗਏ ਆ ਹੁਣ ਤੱਕ ਜਿਹੜੀ ਰਿਸਰਚ ਆ ਇਹਦੇ ਤੇ? ਸੋ ਇਹਦੀ ਜਦੋਂ ਆਪਾਂ ਟਾਈਪਸ ਦੀ ਗੱਲ ਕਰਦੇ ਹਾਂ ਤਾਂ ਮੈਂ ਸਿਰਫ ਇੰਨਾ ਹੀ ਕਹੂੰਗੀ ਕਿ ਜਿਹੜੇ ਮੇਨ ਡਿਪਰੈਸ਼ਨ ਦੇ ਟਾਈਪਸ ਨੇ ਜੋ ਆਪਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਦੇਖਦੇ ਹਾਂ ਆਪਾਂ ਉਹਦੇ ਤੇ ਗੱਲ ਕਰਦੇ ਹਾਂ, ਕਿਉਂਕਿ ਦੇਖੋ ਜਿੰਨਾ ਡੀਪਲੀ ਜਾਵਾਂਗੇ ਉਹ ਸਮਝ ਤੋਂ ਵੀ ਪਾਰ ਹੁੰਦਾ ਜਾਊਗਾ, ਉਹ ਓਨਾ ਹੀ ਕਨਫਿਊਜ਼ ਕਰਦਾ। ਪਰ ਐਟਲੀਸਟ ਇੰਨੀ ਕੁ ਸਮਝ ਹੋਣੀ ਚਾਹੀਦੀ ਹੈ ਕਿ ਕਿਹੜੇ ਡਿਪਰੈਸ਼ਨ ਨੇ ਜੋ ਆਪਾਂ ਐਵਰੀਡੇ ਲਾਈਫ ਦੇ ਵਿੱਚ ਦੇਖ ਰਹੇ ਹਾਂ ਤੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਉਹਨਾਂ ਨੂੰ ਪ੍ਰਭਾਵ ਪੈ ਰਿਹਾ ਉਹ ਚੀਜ਼ ਦਾ। ਫੋਰ ਐਗਜ਼ਾਮਪਲ ਜਿੱਦਾਂ ਪ੍ਰੈਗਨੈਂਸੀ ਟਾਈਮ ਦੇ ਵਿੱਚ ਇੱਕ ਮਦਰ ਡਿਪਰੈਸ਼ਨ ਫੀਲ ਕਰਦੀ ਆ, ਉਹ ਤੇ ਆਈ ਥਿੰਕ ਕਿ 50% ਪੀਪਲ ਨੂੰ ਆਫਕੋਰਸ ਪਤਾ ਹੋਊਗਾ ਕਿ ਜਿਹੜਾ ਪ੍ਰੈਗਨੈਂਸੀ ਟਾਈਮ ਦੇ ਵਿੱਚ ਪ੍ਰੀਨੈਟਲ ਐਂਡ ਜਿਹੜਾ ਪੋਸਟਪਾਰਟਮ ਡਿਪਰੈਸ਼ਨ ਆ ਉਹ ਹੁੰਦਾ ਹੀ ਹੁੰਦਾ ਆ। ਇਹ 90% ਚਾਂਸਿਸ ਹੁੰਦੇ ਆ। 10% ਚਾਂਸਿਸ ਇਹ ਵੀ ਹੋ ਸਕਦੇ ਆ ਕਿ ਉਹ ਸ਼ੋ ਨਹੀਂ ਹੋਇਆ, ਉਹ ਅੰਡਰਲਾਈਂਗ ਹੋ ਗਿਆ ਐਂਡ ਦੈਨ ਜਾਂ ਫਿਰ ਉਹਨੂੰ ਕੇਅਰ ਦੇ ਨਾਲ ਠੀਕ ਕਰ ਲਿਆ ਗਿਆ। ਕਿਉਂਕਿ ਇਟਸ ਆਫ ਕੋਰਸ ਕਿ ਜਦੋਂ ਇੱਕ ਵੂਮਨ ਦੀ ਲਾਈਫ ਦੇ ਵਿੱਚ ਇੱਕ ਕੰਪਲੀਟ ਚੇਂਜ ਆਉਂਦਾ, ਉਹਦੀ ਬਾਡੀ ਦੇ ਵਿੱਚ ਚੇਂਜ ਆਉਂਦਾ ਹੈ ਨਾ, ਉਹਨੂੰ ਬਹੁਤ ਕੁਝ ਸੁਣਨਾ ਪੈਂਦਾ, ਉਹ ਸੋਚਣ ਵੀ ਲੱਗ ਜਾਂਦੀ ਆ। ਐਂਡ ਈਵਨ ਦਾ ਇੱਕ ਡਰ ਵੀ ਹੁੰਦਾ ਮਨ ਦੇ ਵਿੱਚ ਕਿ ਕਿੱਦਾਂ ਹੋ ਰਿਹਾ ਕੀ ਨਹੀਂ ਹੋ ਰਿਹਾ, ਬਿਕਾਜ਼ ਦੈਟ ਸਮਥਿੰਗ ਲਾਈਕ ਵੈਰੀ ਨੈਚੁਰਲ ਹੈ ਨਾ। ਆਪਾਂ ਕਹਿ ਸਕਦੇ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆ, ਆਪਾਂ ਨੂੰ ਨਹੀਂ ਪਤਾ ਕਦੋਂ ਕੀ ਹੋ ਜਾਣਾ, ਤੇ ਜਦੋਂ ਹੁੰਦਾ ਬਹੁਤ ਹੀ ਭਿਆਨਕ ਵੀ ਹੁੰਦਾ ਐਂਡ ਇਟ ਕਈ ਵਾਰੀ ਨੋਰਮਲ ਵੀ ਹੁੰਦਾ। ਸੋ ਇਟਸ ਸਮਥਿੰਗ ਲਾਈਕ ਦੈਟ। ਉਹਦੇ ਮਨ ਦੇ ਵਿੱਚ ਉਹਦੇ ਬ੍ਰੇਨ ਜੋ ਉਸ ਟਾਈਮ ਦੇ ਉੱਤੇ ਚੇਂਜਸ ਆ ਰਹੀਆਂ ਹੁੰਦੀਆਂ ਬਾਡੀ ਦੇ ਵਿੱਚ, ਉਹ ਬਹੁਤ ਹੀ ਜ਼ਿਆਦਾ ਇਫੈਕਟ ਕਰਦੀਆਂ ਨੇ। ਸੋ ਇੱਕ ਡਿਪਰੈਸ਼ਨ ਹੁੰਦਾ ਜੋ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਸਟਾਰਟ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਦੋਂ ਪ੍ਰੀਨੈਟਲ ਡਿਪਰੈਸ਼ਨ ਕਹਿੰਦੇ ਉਹਨੂੰ ਆਪਾਂ, ਤੇ ਜਦੋਂ ਮਦਰ ਨੂੰ ਇੱਕ ਪ੍ਰੋਪਰ ਕੇਅਰ ਨਹੀਂ ਮਿਲਦੀ ਜਾਂ ਫਿਰ ਉਹਦੇ ਜਿਹੜੀ ਸਰਾਊਂਡਿੰਗ ਹੁੰਦੀ ਆ ਉਸ ਅਕੋਰਡਿੰਗਲੀ ਬਣ ਜਾਂਦੀ ਆ, ਜਿਹਦੇ ਵਿੱਚ ਉਹ ਵਿਚਰ ਨਹੀਂ ਸਕਦੀ, ਉਹਨੂੰ ਪ੍ਰੋਪਰ ਕੇਅਰ ਨਹੀਂ ਮਿਲਦੀ ਪਈ, ਮੈਡੀਕੇਸ਼ਨ ਨਹੀਂ ਮਿਲਦੀ ਪਈ, ਡਾਕਟਰ ਦੇ ਕੋਲ ਜਿਹੜੀ ਸਹੂਲਤ ਚਾਹੀਦੀ ਆ ਉਹਨੂੰ ਉਹ ਨਹੀਂ ਮਿਲਦੀ ਪਈ, ਰਾਈਟ। ਐਂਡ ਦੈਨ ਉਹ ਓਵਰ ਥਿੰਕ ਕਰਦੀ ਪਈ। ਇਟ ਕੁਡ ਬੀ ਬਿਕਾਜ਼ ਆਫ ਐਨੀਥਿੰਗ। ਹੋ ਸਕਦਾ ਕਿ ਜੋ ਬੱਚਾ ਆ ਉਹਦੇ ਰੱਬ ਨਾ ਕਰੇ ਚਲੋ ਹੈ ਨਾ ਇੱਦਾਂ ਕਿਸੇ ਨਾਲ ਹੋਵੇ, ਪਰ ਸਮਟਾਈਮਸ ਹੁੰਦਾ ਆ ਕਿ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਨੇ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਡਿਸੀਜ਼ ਹੋ ਸਕਦੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਸ਼ੂ ਪੈ ਸਕਦਾ। ਸੋ
ਆਬਵੀਅਸ ਆ ਕਿ ਜਦੋਂ ਆਪਣੇ ਅੰਦਰ ਇੱਕ ਪੈਦਾ ਹੋ ਰਹੀ ਹੈ, ਜਨਮ ਲੈ ਰਹੀ ਹੈ ਕੋਈ ਚੀਜ਼, ਤੇ ਉਹਨੂੰ ਆਪਾਂ ਨੂੰ ਪਤਾ ਲੱਗੇ ਕਿ ਉਹ ਨਾਰਮਲ ਨਹੀਂ ਹੈਗੀ, ਤਾਂ ਡਿਪਰੈਸ਼ਨ ਦਾ ਰੀਜ਼ਨ ਤਾਂ ਬਣੇਗੀ ਹੀ। ਐਂਡ ਉਸ ਤੋਂ ਇਲਾਵਾ ਜਦੋਂ ਦੂਸਰਾ ਜਿਹੜਾ ਡਿਪਰੈਸ਼ਨ ਆਪਾਂ ਕਹਿੰਦੇ ਪੋਸਟਮਾਰਟਮ ਡਿਪਰੈਸ਼ਨ ਹੁੰਦਾ, ਜੋ ਬੱਚੇ ਦੇ ਜਨਮ ਤੋਂ ਬਾਅਦ ਹੋਣਾ ਸਟਾਰਟ ਹੋ ਜਾਂਦਾ, ਉਹਦਾ ਵੀ ਰੀਜ਼ਨ ਇਹੀ ਹੁੰਦਾ ਜਦੋਂ ਉਹਨਾਂ ਨੂੰ ਪ੍ਰੋਪਰ ਕੇਅਰ ਨਹੀਂ ਮਿਲਦੀ, ਕਿਉਂਕਿ 80% ਕੇਸਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਮਾਂ ਦੇ ਉੱਪਰ ਹੀ ਆ ਜਾਂਦੀ ਆ। ਈਵਨ ਦੋ ਬੱਚੇ ਜਿਹੜੇ ਇੱਥੇ ਆ ਕੇ ਪੈਦਾ ਹੁੰਦੇ ਆ, ਮਦਰਸ ਇਕੱਲੀਆਂ ਆਉਂਦੀਆਂ ਨੇ, ਈਵਨ ਦੋ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ 'ਚ ਬਹੁਤ ਕਾਮਨ ਆ ਕਿ ਵੂਮਨ ਇਕੱਲੀਆਂ ਆਈਆਂ ਨੇ, ਸਭ ਤੋਂ ਪਹਿਲਾਂ ਸਟਾਰਟਿੰਗ ਹੋਈ ਆ ਉਹਨਾਂ ਦੇ ਇੱਥੇ ਆਉਣ ਦੀ, ਰਾਈਟ, ਸਟੱਡੀ ਬੇਸ ਦੇ ਉੱਪਰ ਜਾਂ ਵਰਕ ਪਰਮਿਟ ਦੇ ਉੱਪਰ, ਉਹ ਇੱਥੇ ਇਕੱਲੀਆਂ ਰਹੀਆਂ ਨੇ, ਕਈਆਂ ਨੇ ਆਪਣੇ ਬੱਚਿਆਂ ਨੂੰ ਜਨਮ ਵੀ ਇਕੱਲੇ ਹੀ ਦਿੱਤਾ, ਉਹਨਾਂ ਨੂੰ ਪਾਲਿਆ ਇਕੱਲੇ ਆ। ਤਾਂ ਉਹ ਜਿਹੜਾ ਟਾਈਮ ਪੀਰੀਅਡ ਹੁੰਦਾ ਇੱਕ ਨਵੇਂ ਜੀਵ ਨੂੰ ਪਾਲਣ ਦਾ, ਇੱਕ ਇਟਸ ਕਾਈਂਡ ਆਫ ਲਾਈਕ ਅ ਪਪੀ, ਹੈ ਨਾ, ਤੁਸੀਂ ਕਿਸੇ ਜਾਨਵਰ ਨੂੰ ਵੀ ਘਰੇ ਲਿਆਓਗੇ, ਤੁਹਾਨੂੰ ਇੱਕ ਰਾਤ 'ਚ ਇੱਕ ਤਰ੍ਹਾਂ ਤੋਂ ਡਿਪਰੈਸ਼ਨ ਵਾਲਾ ਕੰਮ ਹੋ ਜਾਂਦਾ ਕਿ ਇਹ ਤਾਂ ਸੌਂਦਾ ਹੀ ਨਹੀਂ, ਰੋਈ ਜਾਂਦੇ, ਹੈ ਨਾ, ਮੈਨੂੰ ਨਹੀਂ ਸੌਣ ਦਿੰਦੇ, ਇਹਦੇ ਖਿਆਲ ਕਿੱਦਾਂ ਰੱਖਣਾ, ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ ਉਹਨੂੰ ਕੀ ਕਰਨਾ ਹੈ, ਜਿਹੜਾ ਖਾਸ ਕਰਕੇ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਕੀ ਚੀਜ਼ ਦੀ ਲੋੜ ਹੈ ਤੇ ਮੈਂ ਕਿਉਂ ਤੰਗ ਹੋ ਰਿਹਾ ਆ। ਤੇ ਇਹ ਦੋ ਮੇਜਰ ਡਿਪਰੈਸ਼ਨ ਦੇ ਜਿਹੜੀ ਕੈਟਾਗਰੀਜ਼ ਹੈ, ਇਹ ਬਹੁਤ ਹੀ ਜ਼ਿਆਦਾ ਕਾਮਨ ਆ, ਜਿਹੜੀ ਤੁਸੀਂ ਓਬਵੀਅਸਲੀ ਮਦਰਸ ਵਿੱਚ ਦੇਖ ਸਕਦੇ ਹੋ ਜੀ। ਇਸ ਤੋਂ ਇਲਾਵਾ ਇੱਕ ਜਿਹੜਾ ਡਿਪਰੈਸ਼ਨ ਹੁੰਦਾ ਓਬਵੀਅਸਲੀ ਮੇਜਰ ਡਿਪਰੈਸ਼ਨ, ਜਿਹਨੂੰ ਆਪਾਂ ਨਾਰਮਲ ਡਿਪਰੈਸ਼ਨ ਦਾ ਨਾਮ ਵੀ ਦੇ ਸਕਦੇ ਹਾਂ ਕਿ ਕਾਮਨ ਆ, ਸਾਰਿਆਂ ਦੇ ਵਿੱਚ ਮੋਸਟਲੀ ਪਾਇਆ ਹੀ ਜਾਂਦਾ ਆ, ਜਿਹੜਾ ਕਿ ਇਫੈਕਟ ਹੁੰਦਾ ਮੂਡ ਦੇ ਰਾਹੀਂ। ਇਹ ਤੁਹਾਡੀ ਡੇਲੀ ਐਕਟੀਵਿਟੀਜ਼ ਨੂੰ ਇਫੈਕਟ ਕਰਦਾ ਆ, ਜਿੱਦਾਂ ਵਾਕਿੰਗ 'ਤੇ ਤੁਸੀਂ ਜਿਵੇਂ ਰੋਜ਼ ਵਾਕ 'ਤੇ ਜਾਂਦੇ ਸੀ ਪਰ ਹੁਣ ਤੁਹਾਡਾ ਇੰਟਰਸਟ ਨਹੀਂ ਰਿਹਾ ਜਾਣ ਦੇ ਵਿੱਚ, ਤੁਸੀਂ ਆਪਣੇ ਰੂਮ 'ਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਪਏ, ਤੁਹਾਨੂੰ ਡੇ ਲਾਈਟ ਵੀ ਬੋਦਰ ਕਰਦੀ ਪਈ ਆ। ਹਾਈਜੀਨ ਦੇ ਵਿੱਚ ਆਪਾਂ ਲੈ ਲੈਂਦੇ ਹਾਂ ਕਿ ਆਪਾਂ ਹਾਈਜੀਨ ਦਾ ਖਿਆਲ ਨਹੀਂ ਰੱਖਦੇ ਪਏ, ਆਪਣੇ ਆਪਾਂ ਨੂੰ ਨੀਂਦ ਨਹੀਂ ਪ੍ਰੋਪਰ ਆਉਂਦੀ ਪਈ, ਓਵਰ ਥਿੰਕ ਕਰਦੇ ਪਏ ਆ, ਓਵਰ ਥਿੰਕਿੰਗ, ਲੈਕ ਆਫ ਸਲੀਪਿੰਗ, ਇਹ ਸਾਰੇ ਦੇ ਸਾਰੇ ਜਿਹੜੇ ਸਿੰਪਟਮਸ ਹੁੰਦੇ, ਜਦੋਂ ਤੁਸੀਂ ਐਟਲੀਸਟ ਆਪਣੇ ਆਪ ਨੂੰ 2 ਵੀਕਸ ਤੱਕ ਨੋਟਿਸ ਕਰੋਗੇ ਕਿ ਸਾਰਾ ਕੁਝ ਮੇਰੇ ਨਾਲ ਹੁੰਦਾ ਹੈ, ਦੈਟ ਮੀਨਸ ਹੋ ਸਕਦਾ ਕਿ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹੋ ਜੀ ਜੀ। ਕਿਉਂਕਿ ਇਟਸ ਕਾਈਂਡ ਆਫ ਲਾਈਕ ਤੁਹਾਡਾ ਜਿਹੜਾ ਇੰਟਰਸਟ ਹੁੰਦਾ ਆ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਦੇ ਲਈ ਜਾਂ ਫਿਰ ਕੋਈ ਫਨ ਐਕਟੀਵਿਟੀਜ਼ ਲਈ ਖਤਮ ਹੁੰਦਾ ਲੱਗ ਜਾਂਦਾ ਆ। ਇਸ ਤੋਂ ਇਲਾਵਾ ਜਿਹੜਾ ਡਿਪਰੈਸ਼ਨ ਇੱਕ ਆਪਾਂ ਕਹਿ ਸਕਦੇ ਹਾਂ ਕਿ ਸੀਜ਼ਨਲ ਇਫੈਕਟਿਵ ਡਿਪਰੈਸ਼ਨ ਆਪਾਂ ਨਾਮ ਦਿੰਦੇ ਹਾਂ ਉਹਨੂੰ, ਉਹਦੇ ਵਿੱਚ ਇਹ ਹੁੰਦਾ ਹੈ ਕਿ ਕਈ ਸੀਜ਼ਨਸ ਹੀ ਇੱਦਾਂ ਦੇ ਹੁੰਦੇ ਜਿਹੜੇ ਡਿਪਰੈਸ਼ਨ ਵਰਗੇ ਹੁੰਦੇ ਆ। ਐਂਡ ਦੈਨ ਇਹ ਤਾਂ ਆਪਾਂ ਸਾਰੇ ਹੀ ਵਿਟਨੈਸ ਆ ਕਿ ਜਦੋਂ ਵਿੰਟਰ ਆਉਂਦੀ ਆ, ਕਈ ਜਿਹੜੇ ਘਰੇ ਬਜ਼ੁਰਗ ਹੁੰਦੇ ਨੇ ਜਾਂ ਫਿਰ ਹੋਮ ਮੇਕਰਸ ਹੁੰਦੇ ਨੇ, ਹੈ ਨਾ, ਆਪਣੇ ਘਰੇ ਹੀ ਜਿਨ੍ਹਾਂ ਨੇ ਰਹਿਣਾ, ਜੋਬ ਵਰਕ ਫਰੋਮ ਹੋਮ ਆ, ਉਹਨਾਂ ਨੂੰ ਮੋਸਟਲੀ ਡਿਪਰੈਸ਼ਨ ਇਹਨਾਂ ਟਾਈਮਸ ਦੇ ਵਿੱਚ ਹੁੰਦਾ, ਕਿਉਂਕਿ ਵਿੰਟਰ ਦੇ ਵਿੱਚ ਖਾਸ ਕਰਕੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਿੱਥੇ ਸਨੋ ਬਹੁਤ ਪੈਂਦੀ ਆ, ਆਪਣੀ ਆਵਾਜਾਈ ਬੰਦ ਹੋ ਜਾਂਦੀ ਆ, ਬਾਹਰ ਆਉਣ ਜਾਣ ਦੇ ਰਸਤੇ ਬੰਦ ਹੋ ਜਾਂਦੇ ਆ। ਤਾਂ ਇਹ ਜਿਹੜੇ ਸੀਜ਼ਨਲ ਇਫੈਕਟਿਵ ਆਪਣਾ ਡਿਪਰੈਸ਼ਨ ਹੁੰਦਾ, ਇਹ ਹੁੰਦਾ ਸ਼ਾਰਟ ਟਰਮ ਹੀ ਆਪਾਂ ਕਹਿ ਸਕਦੇ ਹਾਂ। ਸਪਰਿੰਗ ਦੇ ਆਉਣ ਨਾਲ ਥੋੜ੍ਹਾ ਜਿਹਾ ਫਰਕ ਪੈਣ ਲੱਗ ਜਾਂਦਾ, ਜਦੋਂ ਡੇ ਲਾਈਟ ਦਿਸਣ ਲੱਗ ਜਾਂਦੀ ਆ। ਡੇ ਲਾਈਟ ਆਪਣੇ ਮੂਡ ਨੂੰ ਬਹੁਤ ਇਫੈਕਟ ਕਰਦੀ ਆ। ਆਪਾਂ ਹਮੇਸ਼ਾ ਕਹਿੰਦੇ ਹੀ ਰਹਿੰਦੇ ਹਾਂ ਦੇਖ ਕੇ ਕਿ ਬਾਹਰ ਮੌਸਮ ਬੜਾ ਸੋਹਣਾ ਹੈ ਨਾ, ਕੁਛ ਨਵਾਂ ਕੀਤਾ ਜਾਵੇ, ਫਨ ਐਕਟੀਵਿਟੀ ਕੀਤੀ ਜਾਵੇ, ਪਰ ਜਦੋਂ ਬਾਹਰੀ ਮੌਸਮ ਆਪਾਂ ਨੂੰ ਲੱਗਦਾ ਕਿ ਨਹੀਂ ਡੇ ਲਾਈਟ ਵੀ ਹੈ ਨਹੀਂ, ਅੱਜ ਵੈਦਰ ਬੜਾ ਅਜੀਬ ਜਿਹਾ ਆ, ਉਹ ਆਪਣੇ ਮੂਡ ਨੂੰ ਵੀ ਬੜਾ ਇਫੈਕਟ ਕਰਦਾ ਹੈ ਜੀ। ਸੋ ਦਰਸ਼ਕੋ ਦੇਖਿਓ, ਜਿਸ ਤਰ੍ਹਾਂ ਨਵਜੋਤ ਨੇ ਹੁਣੀ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਮੈਂ ਇਹਨਾਂ ਨੂੰ ਇੰਟਰਪਟ ਨਹੀਂ ਕੀਤਾ, ਬਹੁਤ ਵਧੀਆ ਤੁਸੀਂ ਐਕਸਪਲੇਨ ਕਰ ਰਹੇ ਸੀਗੇ। ਔਰ ਇਹਦੇ 'ਚ ਜਿਹੜਾ ਜਦੋਂ ਆਪਾਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ, ਹੁਣ ਜਿਵੇਂ ਆਪਾਂ ਕਹਿ ਦਈਏ ਬੰਦਾ ਡਿਪਰੈਸਡ, ਆਪਾਂ ਡਿਪਰੈਸ਼ਨ ਦੀਆਂ ਵੀ ਗਾਂ ਕਿੰਨੀਆਂ ਹੀ ਕਿਸਮਾਂ ਹੈਗੀਆਂ, ਹਾਲੇ ਅਸੀਂ 2 3 4 ਤੁਹਾਡੇ ਨਾਲ ਜ਼ਿਕਰ ਕੀਤਾ, ਔਰ ਇਹ ਕੁਡ ਵੀ ਹੋਰ ਵੀ ਹੋ ਸਕਦੀਆਂ, ਕਿਉਂਕਿ ਹਰ ਇੱਕ ਬੰਦੇ ਦੀ ਇੰਡੀਵਿਜੂਅਲ ਜਿਹੜੀ ਹੈਗੀ ਆ ਕੈਮਿਸਟਰੀ, ਉਹਦੇ ਹਿਸਾਬ ਨਾਲ ਡਿਫਰੈਂਟ ਤਰੀਕੇ ਜਿਹੜੇ ਹੈਗੇ ਆ ਸਾਈਨ ਐਂਡ ਸਿੰਪਟਮਸ, ਆਪਾਂ ਗਾਹ ਜਾ ਕੇ ਗੱਲ ਕਰਾਂਗੇ, ਹੋ ਸਕਦੇ ਆ ਡਿਪਰੈਸ਼ਨ ਦੇ ਹੋਰ ਜਿਹੜੇ ਆਪਾਂ ਦੇਖ ਲੱਛਣ ਜਿਹੜੇ ਹੈਗੇ ਆ ਹੋਰ ਤਰੀਕੇ ਨਾਲ ਵੀ ਹੋ ਸਕਦੇ ਆ। ਸੋ ਨਵਜੋਤ, ਇੱਥੇ ਮੈਂ ਇੱਕ ਜਿਹੜੀ ਤੁਸੀਂ ਮਦਰ ਨੂੰ ਡਿਪਰੈਸ਼ਨ ਹੁੰਦਾ, ਜਿਹਨੂੰ ਪੋਸਟਮਾਰਟਮ ਡਿਪਰੈਸ਼ਨ ਕਹਿੰਦੇ, ਜਾਂ ਬੱਚਾ ਹੋਣ ਤੋਂ ਪਹਿਲਾਂ ਵੀ ਹੁੰਦਾ, ਸੋ ਉਦੋਂ ਜਿਹੜੀ ਮਦਰ ਹੈ ਉਹ ਕਿਵੇਂ ਪਤਾ ਲੱਗਦਾ? ਕਿਉਂਕਿ ਇਹਦੇ 'ਚ ਵੀ ਹੁਣ ਇੱਕ ਜ਼ਿਕਰ ਮੈਂ ਇੱਥੇ ਹੋਰ ਕਰ ਦਿੰਦਾ ਜਿਹੜਾ ਤੁਹਾਡੇ ਕੋਲੋਂ ਰਹਿ ਗਿਆ, ਕਿ ਆਪਣੇ ਕੋਲ 2 ਤਰ੍ਹਾਂ ਦੀ ਪੇਸ਼ੈਂਟ ਆਉਂਦੇ, ਜਾਂ ਕਲਾਇੰਟ ਕਹਿ ਲਈਏ, ਜਾਂ ਪੇਸ਼ੈਂਟ ਜੋ ਵੀ ਇਸ ਬਿਮਾਰੀ ਦੇ ਨਾਲ ਪੀੜਤ ਹੁੰਦੇ ਆ, ਮੈਂਟਲ ਇਲਨੈਸ ਦੇ ਨਾਲ। ਸੋ ਉਹਦੇ ਵਿੱਚ ਇੱਕ ਜਿਹੜੇ ਪੇਸ਼ੈਂਟ ਹੈਗੇ ਆ, ਜਾਂ ਇੱਕ ਜਿਹੜੇ ਕਲਾਇੰਟਸ ਹੈਗੇ ਆ, ਜਾਂ ਇੰਡੀਵਿਜੂਅਲਸ, ਉਹ ਮੰਨਦੇ ਆ ਕਿ ਮੈਨੂੰ ਪ੍ਰੋਬਲਮ ਹੈ, ਔਰ ਉਹ ਭੱਜ ਕੇ ਡਾਕਟਰ ਕੋਲ ਜਾਂਦੇ ਆ, ਕਾਉਂਸਲਿੰਗ ਵੀ ਲੈਂਦੇ ਆ, ਉਹ ਸਾਰੀਆਂ ਐਕਸਰਸਾਈਜ਼ ਵੀ ਕਰਦੇ ਆ, ਉਹ ਸਾਰਾ ਕੁਛ ਕਰਦੇ ਆ, ਐਨ ਉਹ ਜਲਦੀ ਠੀਕ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕੁਛ ਹੋਣ ਲੱਗ ਗਿਆ, ਹੈ ਨਾ। ਇੱਕ ਇਹਦੇ 'ਚ ਪੇਸ਼ੈਂਟ ਉਹ ਵੀ ਹੈਗੇ ਆ ਕਿ ਜਿਹੜੇ ਇਹ ਮੰਨਦੇ ਨਹੀਂ ਕਿ ਅਸੀਂ ਬਿਮਾਰ ਹਾਂ,
ਉਹਨਾਂ ਨੂੰ ਇਦਾਂ ਲੱਗਦਾ ਕਿ ਜਿਹੜਾ ਉਹਨਾਂ ਨੂੰ ਰਾਇ ਦੇ ਰਿਹਾ ਜਾਂ ਡਾਕਟਰ ਹੀ ਬਿਮਾਰ ਹੈ ਜਾਂ ਜਿਹੜਾ ਉਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਟ੍ਰੀਟਮੈਂਟ ਦੀ ਲੋੜ ਆ ਉਹ ਬਿਮਾਰ ਹੈ। ਸੋ ਉੱਥੇ ਹੀ ਥੋੜ੍ਹਾ ਜਿਹਾ ਕਈ ਵਾਰੀ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਔਰ ਇਸ ਕੈਟਾਗਰੀ ਦੇ ਵਿੱਚ ਇਹ ਜਿਹੜੇ ਕਾਉਂਸਲਰ ਆਪਾਂ ਹੈਗੇ ਆਪਾਂ ਨੂੰ ਵੀ ਚੈਲੰਜ ਹੁੰਦਾ, ਫੈਮਿਲੀ ਨੂੰ ਵੀ ਚੈਲੰਜ ਹੁੰਦਾ, ਸਿਸਟਮ ਨੂੰ ਵੀ ਚੈਲੰਜ ਹੁੰਦਾ, ਡਾਕਟਰਸ ਨੂੰ ਵੀ ਚੈਲੰਜ ਹੁੰਦਾ ਔਰ ਬੜੀ ਮੁਸ਼ਕਿਲ ਹੁੰਦੀ ਆ ਉਹਨਾਂ ਨੂੰ ਟ੍ਰੀਟਮੈਂਟ ਤੱਕ ਲੈ ਕੇ ਜਾਣਾ। ਪਰ ਬਹੁਤ ਸਾਰੇ ਤਰੀਕੇ ਹੈਗੇ ਆ ਉਹਨਾਂ ਨੂੰ ਟ੍ਰੀਟਮੈਂਟ ਤੱਕ ਲਿਜਾਇਆ ਜਾ ਸਕਦਾ। ਟਫ ਆ ਥੋੜ੍ਹੇ ਜਿਹੇ, ਪਰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਵਾਸਤੇ ਇਲਾਜ ਹੈ ਨਹੀਂ ਗਾ। ਹੌਲੀ 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 ਆਪਾਂ ਟਾਈਮ ਜ਼ਰੂਰ ਲੱਗਦਾ ਪਰ ਉਹਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ। ਉਹਨਾਂ ਵਾਸਤੇ ਕੁਛ ਕਾਨੂੰਨ ਲਾਜ਼ ਇਸ ਤਰ੍ਹਾਂ ਦੇ ਹੈਗੇ ਆ ਕਿ ਉਹਨਾਂ ਨੂੰ ਟ੍ਰੀਟਮੈਂਟ ਤੱਕ ਪਹੁੰਚਾਇਆ ਜਾ ਸਕਦਾ। ਸੋ ਬਹੁਤ ਵਧੀਆ ਉਹਨਾਂ ਨਾਲ ਕੰਮ ਕਰਨਾ ਚੰਗਾ ਲੱਗਦਾ ਜਿਹੜੇ ਮੰਨਦੇ ਆ ਤੇ ਠੀਕ ਵੀ ਹੋ ਜਾਂਦੇ ਹਨ। ਹਾਂ ਗੋ ਹੈਡ, ਤੁਸੀਂ ਕਹਿਣ ਲੱਗੇ ਸੀ। ਇੱਥੇ ਮੈਂ ਕਿਹਾ ਆਪਾਂ ਕੈਟਾਗਰੀਜ਼ ਡਿਵਾਈਡ ਕਰਦੇ ਹਾਂ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ, ਤਾਂ ਮੋਸਟਲੀ ਤੁਸੀਂ ਦੇਖਿਆ ਹੋਊਗਾ ਕਿ ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਮਦਰਸ ਨੂੰ ਕਿੱਦਾਂ ਪਤਾ ਚੱਲਦਾ ਰਾਈਟ ਕਿ ਉਹ ਡਿਪਰੈਸ਼ਨਸ ਨੇ, ਕਿ ਕਈ ਤਾਂ ਐਕਸਪ੍ਰੈਸ ਕਰ ਦਿੰਦੇ ਕਿ ਨਹੀਂ ਕਰਦੇ। ਸੋ ਇੱਥੇ ਜਾ ਕੇ ਤੁਸੀਂ ਉਹੀ ਅੱਗੇ ਆਪਾਂ ਕਹਿੰਦੇ ਕਿ ਸਿੰਪਟਮਸ ਨੂੰ ਦੇਖੋ, ਕਿਉਂਕਿ ਚਲੋ ਜਿਹੜੀ ਫਿਜ਼ੀਕਲੀ ਸਿੰਪਟਮਸ ਹੁੰਦੇ ਆ ਪ੍ਰੈਗਨੈਂਸੀ ਦੇ ਵਿੱਚ, ਜਿੱਦਾਂ ਪੈਰਾਂ ਦੇ ਵਿੱਚ ਸਵੈਲਿੰਗ ਆਉਣੀ ਸਟਾਰਟ ਹੋ ਜਾਂਦੀ ਆ, ਕਈ ਵਾਰੀ ਭੁੱਖ ਅਨਬੈਲੈਂਸ ਜੀ ਹੋ ਜਾਂਦੀ ਆ, ਈਟਿੰਗ ਹੈ ਨਾ ਉਹਨਾਂ ਦੀ, ਕਦੇ ਕੁਛ ਖਾਣ ਨੂੰ ਨਹੀਂ ਵੀ ਦਿਲ ਕਰਦਾ ਵੀ ਆ। ਦੈਟ ਇਜ਼ ਸਮਥਿੰਗ ਕਾਮਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਵਿਜ਼ੀਬਲ ਹੁੰਦੇ ਆ ਪ੍ਰੈਗਨੈਂਸੀ ਦੇ ਟਾਈਮ ਦੇ ਉੱਤੇ। ਪਰ ਜਿਹੜੀ ਚੀਜ਼ ਇਨਵਿਜ਼ੀਬਲ ਹੁੰਦੀ ਆ ਉਹਨੂੰ ਕਿੱਦਾਂ ਦੇਖਣਾ, ਉਹ ਓਬਵੀਅਸਲੀ ਬਹੁਤ ਜ਼ਰੂਰੀ ਵੀ ਹੁੰਦਾ ਤੇ ਉਹਨੂੰ ਮਿਹਨਤ ਵੀ ਲੱਗਦੀ ਆ ਕਰਨ ਦੇ ਵਿੱਚ, ਰਾਈਟ। ਹੁਣ ਜਿੱਦਾਂ ਤੁਹਾਨੂੰ ਪਤਾ ਹੈ ਕਿ ਬੰਦਾ 2 ਹਫ਼ਤਿਆਂ ਤੋਂ ਲਗਾਤਾਰ ਸੁੱਤਾ ਨਹੀਂ, ਤੁਹਾਨੂੰ ਇਹ ਤੇ ਪਤਾ ਕਿ ਤੁਹਾਡੇ ਕੋਲੇ ਕੋਈ ਫਿਰ ਰਿਹਾ, ਉਹ ਪ੍ਰੈਗਨੈਂਟ ਆ, ਉਹਨੂੰ ਨੀਂਦ ਕਿਉਂ ਨਹੀਂ ਆ ਰਹੀ। ਇਹ ਤਾਂ ਹੋ ਨਹੀਂ ਸਕਦਾ ਨਾ ਕਿ ਪ੍ਰੈਗਨੈਂਸੀ ਦੇ ਵਿੱਚ ਬੰਦੇ ਨੂੰ ਨੀਂਦ ਆਵੇ ਹੀ ਨਾ, ਉਹ ਵੀ 2 ਵੀਕਸ। ਜਿੱਦਾਂ ਤੁਹਾਨੂੰ ਕਿਹਾ ਕਿ ਐਟਲੀਸਟ 2 ਵੀਕਸ ਤੱਕ ਨੋਟਿਸ ਕਰੋ ਚੀਜ਼ ਨੂੰ, ਕਿਉਂਕਿ ਸਮਟਾਈਮਸ ਹੁੰਦਾ ਆ ਕਿ ਪ੍ਰੋਬੇਬਲੀ ਲਾਈਕ 1 ਵੀਕ ਆਪਣੀ ਕਈ ਵਾਰੀ ਜੈਟ ਲੈਗ ਹੋਇਆ ਹੁੰਦਾ, ਕੋਈ ਬਾਹਰੋਂ ਆਉਂਦਾ, ਆਪਾਂ ਉਹਨੂੰ ਡਿਪਰੈਸ਼ਨ 'ਚ ਨਹੀਂ ਲੈ ਸਕਦੇ ਹੈ ਨਾ ਕਿ ਸੁੱਤਾ ਨਹੀਂ ਗਾ 4-5 ਦਿਨ। ਦੈਟ ਇਜ਼ ਨਾਟ ਕਾਈਂਡ ਆਫ ਦੈਟ। ਪਰ ਜਦੋਂ 2 ਵੀਕਸ ਦੀ ਗੱਲ ਆਪਾਂ ਕਰ ਲੈਂਦੇ ਹਾਂ ਕਿ ਐਟਲੀਸਟ ਉੱਥੇ ਜਾ ਕੇ ਉਹਨੂੰ ਨੀਂਦ ਨਹੀਂ ਪ੍ਰੋਪਰ ਆ ਰਹੀ, ਉਹਦੀ ਐਕਟੀਵਿਟੀਜ਼ ਡੇਲੀ ਲਾਈਫ ਦੀਆਂ ਖਤਮ ਹੋ ਰਹੀਆਂ ਨੇ, ਉਹਦਾ ਇੰਟਰਸਟ ਲੂਜ਼ ਹੋ ਰਿਹਾ ਆ ਫਨ ਐਕਟੀਵਿਟੀਜ਼ ਦੇ ਵਿੱਚ, ਉਹ ਕਰਨਾ ਨਹੀਂ ਚਾਹੁੰਦੇ ਕੋਈ ਵੀ ਕੰਮ, ਆਪਣੇ ਆਪ ਨੂੰ ਇੱਕ ਰੂਮ 'ਚ ਬੰਦ ਕੀਤਾ ਹੋਇਆ ਆ, ਕਿਸੇ ਨਾਲ ਗੱਲ ਵੀ ਨਹੀਂ ਕਰ ਰਹੇ, ਕਿਸੇ ਨੂੰ ਦੱਸ ਵੀ ਨਹੀਂ ਰਹੇ ਕੀ ਹੋ ਰਿਹਾ, ਤਾਂ ਓਬਵੀਅਸਲੀ ਫਿਰ ਉੱਥੇ ਡਿਪਰੈਸ਼ਨ ਦੀ ਗੱਲ ਕਰਨੀ ਚਾਹੀਦੀ। ਸੋ ਇਹਦੇ 'ਚ ਜਦੋਂ ਪੋਸਟਮਾਰਟਮ ਡਿਪਰੈਸ਼ਨ ਦੇ ਵਿੱਚ ਜਿਹੜੀ ਮਦਰ ਤੇ ਬੱਚੇ ਦਾ ਰਿਸ਼ਤਾ ਵੀ ਜਿਹੜਾ ਹੈਗਾ, ਜਾਂ ਮਦਰ ਬੱਚੇ ਦੀ ਕੇਅਰ ਵੀ ਨਹੀਂ ਕਰਦੀ, ਜਾਂ ਉਹਨੂੰ ਚੱਕਦੀ ਨਹੀਂ, ਉਹਨੂੰ ਦੁੱਧ ਨਹੀਂ ਦਿੰਦੀ, ਜਾਂ ਉਹਨੂੰ ਉਹ ਰੋਂਦਾ ਤਾਂ ਉਹਦੀ ਕੇਅਰ ਨਹੀਂ ਕਰਦੀ, ਕੋਈ ਇਸ ਤਰ੍ਹਾਂ ਦਾ। ਯੈਸ, ਸੋ ਹੁਣ ਤੁਸੀਂ ਇਹ ਦੇਖੋ ਕਿ ਲੋਸ ਆਫ ਇੰਟਰਸਟ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਹੁਣ ਇਹ ਤਾਂ ਇੰਪੋਸੀਬਲ ਹੀ ਆਪਾਂ ਕਹਿ ਸਕਦੇ ਹਾਂ ਕਿ ਨਿਊ ਬੋਰਨ ਬੇਬੀ ਹੋਵੇ। ਈਵਨ ਦੋ ਐਨੀਮਲਸ ਦੇ ਵਿੱਚ ਵੀ ਉਹ ਫੀਲਿੰਗ ਹੁੰਦੀ ਹੈ ਕਿ ਸਾਡੇ ਬੱਚੇ ਆ, ਹੈ ਨਾ, ਉਹ ਬੱਚੇ ਕੋਈ ਵੀ ਹਰਕਤ ਕਰਦੇ ਆ, ਮਦਰ ਬਹੁਤ ਜਲਦੀ ਇੱਕਦਮ ਉੱਠਦੀ ਹੈ। ਈਵਨ ਦੋ ਤੁਸੀਂ ਦੇਖਿਆ ਹੋਣਾ ਰੈਗੂਲਰਲੀ ਆਪਾਂ ਕੈਨੇਡਾ ਗੂਸ ਜਿਹੜੀ ਇੱਥੇ ਆਪਣੇ ਦੇਖਦੇ ਹਾਂ, ਉਹ ਵੀ ਉਹਨਾਂ ਦੇ ਕਿਤੇ ਐਗ ਪਏ ਹੋਣਗੇ ਤੁਹਾਨੂੰ ਨੇੜੇ ਨਹੀਂ ਜਾਣ ਦਿੰਦੀਆਂ। ਸੋ ਦਿਸ ਇਜ਼ ਸਮਥਿੰਗ ਲਾਈਕ ਕਿ ਜਦੋਂ ਇੱਕ ਮਦਰ ਦਾ ਇੰਟਰਸਟ ਹੀ ਲੂਜ਼ ਹੋ ਗਿਆ ਕਿ ਉਹਦਾ ਬੱਚਾ ਕੀ ਕਰ ਰਿਹਾ, ਨਿਊ ਬੋਰਨ ਆ, ਉਹ ਰੋ ਰਿਹਾ, ਉਹਨੂੰ ਭੁੱਖ ਲੱਗੀ ਆ, ਉਹਨੂੰ ਕੋਈ ਇੰਟਰਸਟ ਹੀ ਨਹੀਂ ਪੈ ਰਿਹਾ ਕੀ ਕਰਨਾ ਕੀ ਨਹੀਂ ਕਰਨਾ, ਦੈਟ ਮੀਨਸ ਕਿ ਪੋਸਟਮਾਰਟਮ ਡਿਪਰੈਸ਼ਨ ਜਿਹੜਾ ਆ ਉੱਥੇ ਇਫੈਕਟ ਕਰ ਰਿਹਾ ਉਹ ਚੀਜ਼ ਨੂੰ। ਕਿਉਂਕਿ ਇਹ ਤਾਂ ਦੇਖੋ ਹੁਣ ਜਦੋਂ ਇੱਕ ਪਰਸਨ ਦੇ ਉੱਤੇ ਕੋਈ ਵੀ ਰਿਸਪੌਂਸਿਬਿਲਿਟੀ ਆਪਾਂ ਪਾ ਦਾਂਗੇ, ਉਹ ਕਿਤੇ ਤਾਂ ਇਫੈਕਟ ਕਰੇਗੀ, ਰਾਈਟ। ਕਿਸੇ ਪਾਸੇ ਜਾ ਕੇ ਤਾਂ ਉਹ ਬੰਦਾ ਕਹੇਗਾ ਕਿ ਬਸ ਹੱਦ ਹੋ ਗਈ ਹੈ, ਇਸ ਤੋਂ ਜ਼ਿਆਦਾ ਮੈਂ ਨਹੀਂ ਕਰ ਸਕਦਾ, ਰਾਈਟ। ਤਾਂ ਇਹ ਜਿਹੜੀ ਰਿਸਪੌਂਸਿਬਿਲਿਟੀ ਹੁੰਦੀ ਹੈ ਹਮੇਸ਼ਾ ਸ਼ੇਅਰਡ ਹੋਣੀ ਚਾਹੀਦੀ ਹੈ ਤਾਂ ਕਿ ਮਦਰ ਉਹ ਚੀਜ਼ ਨੂੰ ਨਾ ਫੇਸ ਕਰੇ। ਇਹਦੇ ਵਿੱਚ ਆਪਾਂ ਕਦੇ ਵੀ ਇਹ ਚੀਜ਼ ਨੂੰ ਨਹੀਂ ਲੈ ਕੇ ਆ ਸਕਦੇ ਕਿ ਜਿਹੜਾ ਪੋਸਟਮਾਰਟਮ ਡਿਪਰੈਸ਼ਨ ਉਹ ਦਾਦਾ ਜੀ ਨੂੰ ਹੋ ਜਾਊਗਾ ਜਾਂ ਦਾਦੀ ਜੀ ਨੂੰ ਹੋ ਜਾਊਗਾ, ਰਾਈਟ। ਆਪਾਂ ਮਦਰਸ ਨੂੰ ਮੋਸਟਲੀ ਕੰਸੀਡਰ ਕਰਦੇ ਕਿਉਂਕਿ ਆਪਣੀਆਂ ਫੈਮਲੀਜ਼ ਦੇ ਵਿੱਚ ਮਦਰ ਨੂੰ ਹੀ ਪ੍ਰਾਇਮਰੀ ਮੈਂਬਰ ਮੰਨਿਆ ਜਾਂਦਾ ਹੈ ਕਿ ਜਿਹੜਾ ਬੱਚੇ ਦਾ 24 ਘੰਟੇ ਧਿਆਨ ਰੱਖੇਗਾ। ਦੈਟ ਕੁਡ ਬੀ ਸ਼ੇਅਰਡ ਰਿਸਪੌਂਸਿਬਿਲਿਟੀ ਕਿ ਦਿਨ ਦੇ ਵਿੱਚ ਚਲੋ ਬੱਚਿਆਂ ਨੂੰ ਖਿਡਾ ਲਿਆ ਗਿਆ, ਬਾਹਰ ਲੈ ਗਏ, ਹੈ ਨਾ, ਆਪਾਂ ਆਪਣੇ ਮਨੋਰੰਜਨ ਲਈ ਵੀ ਇੱਕ ਤੁਸੀਂ ਦੇਖਿਆ ਹੋਣਾ ਆਪਣੇ ਮੂਹਰੇ ਕੋਈ ਬੱਚਾ ਵੀ ਬੈਠਾ ਹੋਊਗਾ, ਆਪਣਾ ਵੈਸੇ ਹੀ ਮੱਲੋ ਮੱਲੀ ਪਿਆਰ ਆ ਜਾਂਦਾ ਕਿ ਇਹਨੂੰ ਖਿਡਾ ਲਓ, ਇਹਦੇ ਨਾਲ ਖੇਡ ਲਓ, ਇਹਨੂੰ ਬਾਹਰ ਲੈ ਜਾਓ। ਪਰ ਜਿੱਥੇ ਗੱਲ ਆਉਂਦੀ ਹੈ ਹੁਣ ਰਾਤ ਨੂੰ ਉਹਦੀ ਪ੍ਰੋਪਰ ਕੇਅਰ ਕਰਨ ਦੀ ਜਾਂ ਫਿਰ ਉਹਦੀ ਹਾਈਜੀਨ ਦੀ ਕੇਅਰ ਕਰਨਗੀ, ਉਹਨੂੰ ਆਪਣੀ ਖਾਣਾ ਖਵਾਉਣਾ ਕਿੱਦਾਂ ਆ, ਲਾਈਕ ਨਵੀਆਂ ਚੀਜ਼ਾਂ ਕਿੱਦਾਂ ਸਿਖਾਉਣੀਆਂ, ਉਹ ਸਾਰੀਆਂ ਆਪਾਂ ਇੱਕ ਮਦਰ ਨੂੰ ਦਿੰਦੇ ਹਾਂ ਕਿ ਨਹੀਂ ਇਹੀ ਇਹਨੂੰ ਸਿਖਾਊਗੀ ਬੋਲਣਾ ਵੀ, ਇਹੀ ਇਹਨੂੰ ਸਿਖਾਊਗੀ ਤੁਰਨਾ ਵੀ, ਇਹ ਨਹੀਂ ਇਹਦੇ ਕੱਪੜੇ ਚੇਂਜ ਕਰਨੇ, ਇਹ ਨਹੀਂ ਇੱਦਾਂ ਕਰਨਾ। ਦੈਟ ਇਜ਼ ਆਫ ਕੋਰਸ ਡਿਪਰੈਸਿੰਗ ਟੂ ਕਿ ਜਦੋਂ ਉਹਨੂੰ ਇੱਕ ਪ੍ਰਾਇਮਰੀ ਉਹਨੂੰ ਇਹ ਹੋ ਜਾਂਦਾ ਕਿ ਮੇਰੀ ਜੋਬ ਬਣ ਚੁੱਕੀ ਆ ਪਰਮਾਨੈਂਟਲੀ। ਵੈਸੇ ਤਾਂ ਹੁਣ ਤੁਸੀਂ ਦੇਖੋਗੇ ਕਿ ਜਦੋਂ ਬੱਚੇ ਨੂੰ ਖਿਡਾਉਣਾ ਤਾਂ ਕੋਈ ਵੀ ਚੱਕ ਕੇ ਲੈ ਗਿਆ, ਮਾਂ ਫਿਰ ਖੇਡਦੀ ਵੀ ਨਹੀਂ ਉਹਦੇ ਨਾਲ, ਪਰ ਜਦੋਂ ਮੇਨ ਡਿਊਟੀਜ਼ ਆਉਂਦੀਆਂ ਉੱਥੇ ਉਹਦੀ ਜ਼ਿੰਮੇਵਾਰੀ ਪੈ ਜਾਂਦੀ ਆ। ਤਾਂ ਓਬਵੀਅਸਲੀ ਜਦੋਂ ਉਹਨੂੰ ਕੋਈ ਚੇਂਜ ਨਹੀਂ ਮਿਲਦਾ ਪਿਆ,
ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ ਹੁਣ ਉਹਦੇ ਕਰਕੇ, ਕਿਉਂਕਿ ਬੱਚਾ ਆ, ਬੱਚੇ ਨੂੰ ਲੈ ਕੇ ਜਾਣਾ, ਨਾਲ ਲੈ ਕੇ ਜਾਣਾ ਪਊਗਾ, ਉਹਦੇ ਤੋਂ ਦੂਰ ਵੀ ਨਹੀਂ ਹੁੰਦੀ ਪਈ ਹੈ ਨਾ, ਸੈਪਰੇਟ ਹੋਣਾ ਵੀ ਇੱਕ ਤਾਂ ਕਾਈਂਡ ਆਫ ਇੰਪੋਸੀਬਲ ਹੀ ਹੋ ਜਾਂਦਾ ਉਹ ਟਾਈਮ ਦੇ ਉੱਤੇ। ਤਾਂ ਉਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ, ਜਿਹੜੀਆਂ ਫੈਮਿਲੀ ਨੂੰ ਬਹੁਤ ਸਮਝਣੀਆਂ ਚਾਹੀਦੀਆਂ ਕਿ ਇਸ ਟਾਈਮ ਬਹੁਤ ਹੀ ਜ਼ਿਆਦਾ ਸ਼ੇਅਰਡ ਰਿਸਪੌਂਸਿਬਿਲਿਟੀਜ਼ ਦੀ ਲੋੜ ਆ, ਕੇਅਰ ਪਲਾਨ ਦੀ ਲੋੜ ਆ। ਈਵਨ ਦੋ ਡਾਕਟਰਸ ਨੂੰ ਇਨਵੋਲਵ ਕਰਕੇ, ਕਿਸੇ ਵੀ ਤਰ੍ਹਾਂ ਦੇ ਕਾਉਂਸਲਰ ਨੂੰ ਇਨਵੋਲਵ ਵੀ ਕਰ ਸਕਦੇ ਹਾਂ ਆਪਾਂ, ਸੋਸ਼ਲ ਵਰਕਰਸ ਨੂੰ ਇਨਵੋਲਵ ਕਰ ਸਕਦੇ ਤਾਂ ਕਿ ਮਦਰ ਦੀ ਪ੍ਰੋਪਰ ਕੇਅਰ ਹੋ ਸਕੇ। ਜੀ ਬਿਲਕੁਲ। ਔਰ ਇੱਥੇ ਮੈਂ ਨਵਜੋਤ, ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਕੁਐਸਚਨ ਆ ਰਿਹਾ ਕਿ ਜਿਹੜਾ ਜਦੋਂ ਆਪਾਂ ਪੋਸਟਮਾਰਟਮ ਡਿਪਰੈਸ਼ਨ ਦੀ ਗੱਲ ਕਰਦੇ, ਬਹੁਤ ਸਾਰੇ ਇਹ ਜਦੋਂ ਇਹ ਹੁੰਦਾ ਮਦਰਸ ਨੂੰ, ਨਿਊ ਬੇਬੀ ਬੋਰਨ ਹੁੰਦਾ, ਉਦੋਂ ਜੇ ਹਸਬੈਂਡ ਨੂੰ ਜਾਂ ਫੈਮਿਲੀ ਨੂੰ ਇਸ ਚੀਜ਼ ਦੀ ਅੰਡਰਸਟੈਂਡਿੰਗ ਨਾ ਹੋਵੇ ਕਿ ਇਹ ਇੱਕ ਸਿਕਨੈਸ ਆ, ਯੈਸ, ਅਤੇ ਉੱਥੇ ਕਈ ਵਾਰੀ ਘਰ ਦੇ ਮਾਹੌਲ ਖ਼ਰਾਬ ਹੋ ਕੇ ਡਾਈਵੋਰਸ ਤੱਕ ਗੱਲ, ਸੈਪਰੇਸ਼ਨ ਤੱਕ ਗੱਲ ਪਹੁੰਚ ਜਾਂਦੀ ਹੈ। ਸੋ ਉਹਦੇ 'ਚ ਜਦੋਂ ਇੱਕ ਮਦਰ ਨੂੰ ਪੋਸਟਮਾਰਟਮ ਡਿਪਰੈਸ਼ਨ ਹੁੰਦਾ, ਬਿਹੇਵੀਅਰਸ ਦੇ ਵਿੱਚ ਚੇਂਜ ਆਉਂਦੀ ਹੈ, ਜਿਹੜੀ ਡੇਲੀ ਜੋ ਉਹ ਆਪਦਾ ਜਿਸ ਤਰ੍ਹਾਂ ਵਿਚਰਦੀ ਸੀ ਪਹਿਲਾਂ ਪਰਿਵਾਰ ਦੇ ਵਿੱਚ ਹਸਬੈਂਡ ਦੇ ਨਾਲ ਜਾਂ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ, ਬਹੁਤ ਸਾਰਾ ਚੇਂਜਸ ਆ ਜਾਂਦਾ ਉਹਦੇ ਬਿਹੇਵੀਅਰ ਦੇ ਵਿੱਚ, ਪਤਾ ਲੱਗਣ ਲੱਗ ਜਾਂਦਾ ਵੀ ਇਹ ਅਨਯੂਜ਼ੁਅਲ ਥਿੰਗਸ ਕਰ ਰਹੀ ਆ। ਦੇਖੋ ਪਹਿਲੇ 2 ਵੀਕਸ ਤਾਂ ਜਿੱਦਾਂ ਆਪਾਂ ਕਹਿੰਦੇ ਨੋਟਿਸ ਕਰਦੇ ਹਾਂ, ਕੋਈ ਵੀ ਚੀਜ਼ ਆ ਇੱਕੋ ਦਮ ਬਾਹਰ ਤਾਂ ਨਹੀਂ ਆਉਂਦੀ, ਰਾਈਟ। ਹੁਣ ਜਿਵੇਂ ਅੱਜ ਜੇ ਬੇਬੀ ਦੀ ਡਿਲੀਵਰੀ ਹੋਈ ਆ, ਓਬਵੀਅਸਲੀ ਕਿ ਅੱਜ ਤੁਸੀਂ ਉਹ ਚੀਜ਼ ਨੂੰ ਨਹੀਂ ਨੋਟਿਸ ਕਰ ਸਕਦੇ ਕਿ ਕੀ ਹੋ ਰਿਹਾ। 1 ਮੰਥ ਹੋਇਆ, ਮੰਥ ਦੇ ਵਿੱਚ ਤੁਹਾਨੂੰ ਐਟਲੀਸਟ ਉਹ ਇੱਕ ਨਵਾਂਪਨ ਜਿਹਾ ਫੀਲ ਹੋਊਗਾ। ਆਪਾਂ ਸੋਚਾਂਗੇ ਕਿ ਸ਼ਾਇਦ ਹੁਣੇ ਬੇਬੀ ਹੋਇਆ, ਇਹਨੂੰ ਆਪ ਨੂੰ ਵੀ ਟਾਈਮ ਚਾਹੀਦਾ ਆ, ਬੰਦੇ ਨੂੰ ਖਿੱਚ ਚੜ੍ਹਨ ਲੱਗ ਜਾਂਦੀ ਆ, ਹੋਰ ਫਿਜ਼ੀਕਲੀ ਇੰਜਰੀ ਹੁੰਦੀਆਂ ਨੇ ਹੈ ਨਾ, ਜਿਨ੍ਹਾਂ ਨੂੰ ਉਹਨੇ ਕੋਪ ਅਪ ਕਰਨਾ ਹੁੰਦਾ ਆ। ਅਤੇ ਬਾਕੀ ਉਹਨਾਂ ਨੂੰ ਇਹ ਵੀ ਹੋ ਜਾਂਦਾ ਹੈ ਕਿ ਨਹੀਂ ਕੋਈ ਗੱਲ ਨਹੀਂ, ਨਵਾਂ ਆ, ਥੋੜ੍ਹਾ ਜਿਹਾ ਠੀਕ ਹੋਊਗਾ, ਸੈਟਲ ਡਾਊਨ ਹੋਏਗਾ, ਠੀਕ ਹੋ ਜਾਏਗਾ। ਆਪਾਂ ਮੋਸਟਲੀ ਟਾਈਮ ਵੀ ਦਿੰਦੇ ਹਾਂ। ਈਵਨ ਦੋ ਕਿਸੇ ਰਿਲੇਸ਼ਨਸ਼ਿਪ ਵਿੱਚ ਵੀ ਜਦੋਂ ਤੁਸੀਂ ਦੇਖਿਆ ਹੈਗਾ ਕਿ ਬੱਚੇ ਤੋਂ ਬਾਅਦ ਜੇ ਹਸਬੈਂਡ ਵਾਈਫ 'ਚ ਵੀ ਕੋਈ ਇੱਦਾਂ ਦਾ ਇਸ਼ੂ ਆਉਂਦਾ ਤਾਂ ਮੋਸਟਲੀ ਆਪਣੇ ਪੇਰੈਂਟਸ ਕਹਿ ਦਿੰਦੇ ਕੋਈ ਨਹੀਂ, ਟਾਈਮ ਦਿਓ ਥੋੜ੍ਹਾ ਜਿਹਾ, ਠੀਕ ਹੋ ਜਾਏਗਾ, ਬੱਚੇ ਦੇ ਕਰਕੇ ਹੋ ਜਾਂਦਾ ਹੈ। ਆਪਾਂ ਇਹ ਮਾਈਂਡ ਸੈਟ ਬਣਾ ਰੱਖਿਆ ਆ ਕਿ ਨਹੀਂ 1 ਮੰਥ 2 ਮੰਥ ਠੀਕ ਹੋ ਜਾਊਗਾ। ਪਰ ਹੁਣ ਜਦੋਂ 6 ਮੰਥ ਬਾਅਦ ਵੀ ਉਹੀ ਚੀਜ਼ ਰਹਿੰਦੀ ਆ ਤਾਂ ਦੈਟ ਮੀਨਸ ਤੁਸੀਂ ਉਸ ਜਿਹੜੀ ਬਿਮਾਰੀ ਆ ਹੈ ਨਾ, ਜੋ ਪ੍ਰੋਲੋਂਗ ਚੱਲਦਾ ਪਿਆ ਪੀਰੀਅਡ, ਉਹਨੂੰ ਤੁਸੀਂ ਹੋਰ ਵਧਾਵਾ ਦੇ ਰਹੇ ਹੋ, ਉਹਨੂੰ ਠੀਕ ਨਹੀਂ ਕੀਤਾ ਜਾ ਰਿਹਾ, ਉਹਨੂੰ ਇੱਕ ਤਰ੍ਹਾਂ ਤੋਂ ਕਹਿ ਲਓ ਕਿ ਨਾਮ ਨਹੀਂ ਦਿੱਤਾ ਗਿਆ ਕਿਸੇ ਦਾ, ਉਹਦੀ ਫੀਲਿੰਗਸ ਨੂੰ ਦੇਖਿਆ ਨਹੀਂ ਗਿਆ ਉੱਥੇ। ਅਤੇ ਈਵਨ ਤੋਂ ਜਦੋਂ ਇਹ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਮਦਰ ਹੀ ਐਕਸਪੀਰੀਅੰਸ ਕਰ ਸਕਦੇ, ਹੋ ਸਕਦਾ ਇੱਕ ਪੇਰੈਂਟ ਦੇ ਤੌਰ ਦੇ ਉੱਤੇ ਉਹਦਾ ਡੈਡ ਵੀ ਇਹ ਚੀਜ਼ ਨੂੰ ਫੇਸ ਕਰਨ, ਇੱਕ ਫਾਦਰ ਇਸ ਚੀਜ਼ ਨੂੰ ਫੇਸ ਕਰੇ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਿਆ ਐਂਡ ਇਟਸ ਐਕਚੁਅਲੀ ਗੁੱਡ ਕਿ ਅੱਜ ਕੱਲ੍ਹ ਦੋਨੋਂ ਪੇਰੈਂਟਸ ਇਕੁਅਲੀ ਦੇਖਦੇ ਨੇ। ਪੇਰੈਂਟਸ ਦੇ ਤੌਰ ਦੇ ਉੱਤੇ ਜਿਹੜੀ ਪੇਰੈਂਟਲ ਲੀਵ ਦਿੱਤੀ ਜਾਂਦੀ ਆ ਮਦਰਸ ਨੂੰ ਵੀ ਅੱਜ ਕੱਲ੍ਹ ਦਿੱਤੀ ਜਾਂਦੀ ਆ ਐਂਡ ਫਾਦਰ ਨੂੰ ਵੀ ਦਿੱਤੀ ਜਾਂਦੀ ਆ, ਵਿਚ ਇਜ਼ ਗੁੱਡ। ਅਤੇ ਉਹ ਟਰਾਈ ਵੀ ਕਰਦੇ ਆ ਕਿ ਸ਼ੇਅਰਡ ਰਿਸਪੌਂਸਿਬਿਲਿਟੀ 'ਚ ਜਾਣ ਦੀ, ਫਾਦਰ ਵੀ ਟਰਾਈ ਕਰਦਾ ਆ ਕਿ ਨਹੀਂ ਮੈਂ ਵੀ ਸੰਭਾਲਣਾ ਆ। ਪਰ ਅਫਕੋਰਸ ਜੇ ਕੋਈ ਨਵਾਂ ਜਿਹਾ ਐਕਸਪੀਰੀਅੰਸ ਆਪਣੀ ਲਾਈਫ 'ਚ ਆਉਂਦਾ ਆ, ਕੋਈ ਨਵਾਂ ਪੀਰੀਅਡ ਆਉਂਦਾ ਪਿਆ ਆਪਣੀ ਲਾਈਫ ਦੇ ਵਿੱਚ, ਉਹ ਡਿਪਰੈਸਿਵ ਹੋ ਸਕਦਾ ਆ। ਅਤੇ ਉਹ ਬਸ ਉਹਨੂੰ ਦੇਖਣਾ ਹੀ, ਜਿਹੜਾ ਕਹਿੰਦੇ ਨਾ ਕਿ ਆਪਾਂ ਅਬਜ਼ਰਵ ਕਰਨਾ, ਮੂਡ ਨੂੰ ਅਬਜ਼ਰਵ ਕਰਨਾ, ਡੇਲੀ ਐਕਟੀਵਿਟੀਜ਼ ਨੂੰ ਅਬਜ਼ਰਵ ਕਰਨਾ। ਹੁਣ ਜੇ ਕੋਈ ਬੰਦਾ ਖਾਣਾ ਛੱਡ ਦੂਗਾ, ਉਹਨੂੰ ਭੁੱਖ ਹੀ ਲੱਗਣੋਂ ਹਟ ਗਈ, ਡੈਟ ਮੀਨਸ ਓਬਵੀਅਸਲੀ ਤੁਸੀਂ ਕੁਛ ਤਾਂ ਨੋਟਿਸ ਕਰ ਰਹੇ ਹੋ ਨਾ ਕਿ ਜਿਹੜਾ ਬੰਦਾ ਐਵਰੀ ਡੇ ਆਪਣੀ ਡਾਈਟ ਪਲਾਨ ਨੂੰ ਫੋਲੋ ਕਰਦਾ ਸੀ, ਇੱਕ ਬੱਚੇ ਦੇ ਆਉਣ ਨਾਲ ਉਹ ਆਪਣਾ ਖਾਣਾ ਹੀ ਛੱਡ ਚੁੱਕਿਆ ਜੀ, ਦੈਨ ਉਹ ਕਿਤੇ ਤਾਂ ਇਫੈਕਟ ਕਰ ਰਹੀ ਹੈ ਨਾ ਉਹ ਚੀਜ਼ ਉਹਨੂੰ। ਜੀ ਬਿਲਕੁਲ। ਉੱਥੇ ਬਹੁਤ ਸਾਰੀਆਂ ਅਨਯੂਜ਼ੁਅਲ ਥਿੰਗਸ ਹੁੰਦੀਆਂ, ਬਿਹੇਵੀਅਰਸ ਚੇਂਜ ਹੁੰਦੇ ਆ, ਜਿਹੜਾ ਇੰਟਰਸਟ ਆ ਉਹਦੀਆਂ ਹੌਬੀ ਦੇ ਵਿੱਚ ਉਹ ਖਤਮ ਹੋ ਜਾਂਦਾ। ਹੋਰ ਬਹੁਤ ਸਾਰੇ ਸਾਈਨਸ, ਜਦੋਂ ਬੰਦਾ ਨੋਰਮਲ ਨਹੀਂ ਰਹਿੰਦਾ ਆਫਟਰ ਬਰਥ, ਖਾਸ ਕਰਕੇ ਮਦਰ, ਤਾਂ ਆਪਾਂ ਨੂੰ ਬਿਲਕੁਲ ਜੀ ਡਾਇਗਨੋਸ ਕਰਵਾ ਲੈਣਾ ਚਾਹੀਦਾ, ਡਾਕਟਰ ਨਾਲ ਰਾਏ ਕਰ ਲੈਣੀ ਚਾਹੀਦੀ ਹੈ। ਔਰ ਨਵਜੋਤ ਜੀ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾ ਰਹੇ ਨੇ। ਔਰ ਸਾਡਾ ਇੱਕ ਜੀ ਬ੍ਰੇਕ ਲੈਣ ਦਾ ਸਮਾਂ ਹੋ ਗਿਆ, ਹੁਣ ਅਸੀਂ ਥੋੜ੍ਹੀ ਜਿਹੀ ਬ੍ਰੇਕ ਲਵਾਂਗੇ, ਛੋਟੀ ਜਿਹੀ ਇੱਕ। ਤੁਸੀਂ ਡੋਂਟ ਚੇਂਜ ਦਾ ਚੈਨਲ, ਅਸੀਂ ਹੁਣੇ ਗਏ ਤੇ ਹੁਣੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰੰਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770888
8489 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਜੀ ਆਇਆਂ ਔਰ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਦਿੱਤੀ ਜਾਣਕਾਰੀ ਲਾਹੇਵੰਦ ਹੋਊਗੀ। ਔਰ ਉਹਦੇ ਵਿੱਚ ਸਾਡੇ ਨਾਲ ਨਵਜੋਤ ਚਾਹਲ ਜੀ ਨੇ ਜੋ ਕਿ ਅਸੀਂ ਡਿਪਰੈਸ਼ਨ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਔਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਨਾਲ ਉਹ ਕੰਮ ਕਰਦੇ ਨੇ, ਮੈਂਟਲ ਹੈਲਥ ਐਂਡ ਐਡਿਕਸ਼ਨ ਵੈਲਬੀਇੰਗ ਦੇ ਕੇਸ ਮੈਨੇਜਰ ਨੇ। ਸੋ ਨਵਜੋਤ ਜੀ, ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀ ਕਿ ਫਸਟ ਹਾਫ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਕਿ ਡਿਪਰੈਸ਼ਨ ਕੀ ਹੁੰਦਾ, ਇਹਦੀਆਂ ਟਾਈਪਸ ਕਿੰਨੀਆਂ ਨੇ ਔਰ ਖਾਸ ਕਰਕੇ ਜਿਹੜੀ ਲੰਮੀ ਗੱਲਬਾਤ ਕੀਤੀ ਆ ਪੋਸਟਮਾਰਟਮ ਡਿਪਰੈਸ਼ਨ ਉੱਤੇ ਕੀਤੀ ਹੈ, ਜਦੋਂ ਇੱਕ ਮਦਰ ਨੂੰ ਉਹ ਡਿਪਰੈਸ਼ਨ ਹੁੰਦਾ ਬੇਬੀ ਹੋਣ ਤੋਂ ਪਹਿਲਾਂ ਜਾਂ ਬੇਬੀ ਹੋਣ ਤੋਂ ਬਾਅਦ, ਜੋ ਕਿ ਵੈਰੀ ਕਾਮਨ ਹੈ ਔਰ ਇਹ ਕਿਸੇ ਨੂੰ ਵੀ ਹੋ ਸਕਦਾ। ਇਹ ਨਹੀਂ ਆਪਾਂ ਕਹਿ ਸਕਦੇ ਕਿ ਸਾਨੂੰ ਪਹਿਲਾਂ ਬਿਲਕੁਲ ਦੇ ਸਿੰਪਟਮ ਹੈ ਨਹੀਂ ਸੀ ਜਾਂ ਇਹ ਪਤਾ ਹੀ ਨਹੀਂ ਲੱਗਿਆ ਸਾਨੂੰ ਵੀ ਕੀ ਹੋ ਗਿਆ, ਜਾਂ ਕਈ ਵਾਰੀ ਆਪਾਂ ਸੁਭਾਅ ਦੇ ਵਿੱਚ ਕੱਢ ਦਿੰਦੇ ਹਾਂ, ਜਾਂ ਕਈ ਵਾਰੀ ਨਵਜੋਤ ਇੱਕ ਹੋਰ ਚੀਜ਼ ਵੀ ਆਪਣੀ ਕਮਿਊਨਿਟੀ ਦੇ ਵਿੱਚ ਹੈਗੀ ਹੈ, ਜੇ ਕਿਤੇ ਕੁੜੀ ਹੋ ਜੇ ਤੇ ਬੰਦਾ ਉਦਾਸ ਹੋ ਜਾਵੇ, ਹਸਬੈਂਡ ਵੀ ਉਦਾਸ ਹੋ ਸਕਦਾ। ਹਾਲਾਂਕਿ ਆਪਾਂ ਇਸ ਦੀ ਕੋਈ ਨਹੀਂ ਉਹ ਕਹਿੰਦੇ ਕਿ ਵੀ ਇਹ ਚੀਜ਼ ਸਹੀ ਹੈ ਜਾਂ ਗਲਤ ਹੈ, ਪਰ ਇਹ ਨਹੀਂ ਹੋਣਾ ਚਾਹੀਦਾ। ਉਹ ਵੀ ਚੀਜ਼ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੋ ਸਕਦੀ ਹੈ। ਮੁੰਡੇ ਕੁੜੀ ਜੈਂਡਰ ਦਾ ਜੋ ਅਸੀਂ ਪ੍ਰਾਇਓਰਟੀ ਦਿੰਦੇ ਹੈਗੇ ਹਾਂ, ਚਾਹੀਦੀ ਨਹੀਂ, ਪਰ ਐਨੀਵੇ ਇਹਦੇ 'ਤੇ ਫਿਰ ਕਿਤੇ ਗੱਲਬਾਤ ਕਰਾਂਗੇ। ਸੋ ਇਸ ਤਰ੍ਹਾਂ ਜਿਹੜੀ ਡਿਪਰੈਸ਼ਨ ਹੈਗੀ ਉਹਦੀ ਕਈ ਕਿਸਮਾਂ ਹੈਗੀਆਂ, ਉਹਨਾਂ ਬਾਰੇ ਅਸੀਂ ਜ਼ਿਕਰ ਕੀਤਾ। ਸੋ ਨਵਜੋਤ, ਇੱਕ ਹੋਰ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਜਿਹੜਾ ਡਿਪਰੈਸ਼ਨ ਹੈ, ਕਈ ਵਾਰੀ ਜਿਵੇਂ ਆਪਾਂ ਨੂੰ ਬੁਖਾਰ ਹੁੰਦਾ, ਬੁਖਾਰ ਹੋਣ ਦੇ ਨਾਲ ਹੋਰ ਬੜਾ ਕੁਛ ਹੋਣ ਲੱਗ ਜਾਂਦਾ, ਨਾਲ ਸਿਰ ਵੀ ਦੁਖਦਾ, ਨਾਲ ਸਰੀਰ ਵੀ ਦੁਖਦਾ, ਹੈ ਨਾ। ਆਪਾਂ ਨੂੰ ਹੋ ਸਕਦਾ ਨਾਲ ਲਾਈਕ ਵੋਮਟਿੰਗ, ਉਲਟੀਆਂ ਵੀ ਲੱਗ ਜਾ, ਕਿੰਨੀਆਂ ਹੋਰ ਬਿਮਾਰੀਆਂ ਵੀ ਨਾਲ ਆ ਜਾਂਦੀਆਂ ਇਕੱਲੇ ਫੀਵਰ ਦੇ ਨਾਲ। ਸੋ ਜਿਹੜੀ ਡਿਪਰੈਸ਼ਨ ਹੈ ਇਹ ਦੂਸਰੇ ਡਿਪਰੈਸ਼ਨਸ ਦੇ ਵਿੱਚ ਵੀ ਐਂਟਰ ਹੋ ਸਕਦਾ, ਜੇ ਕਿਸੇ ਨੂੰ ਲਾਈਕ ਬਾਈਪੋਲਰ ਹੋਵੇ, ਸਕੀਜ਼ੋਫਰੀਨੀਆ ਹੋਵੇ, ਉਹਦੀ ਆਪਾਂ ਗੱਲ ਅਗਲੇ ਪ੍ਰੋਗਰਾਮਾਂ 'ਚ ਜਾ ਕੇ ਕਰਾਂਗੇ, ਪਰ ਹੋਰ ਕਿਸੇ ਮੈਂਟਲ ਇਲਨੈਸ ਦੇ ਵਿੱਚ ਵੀ ਇਹ ਐਡ ਹੋ ਸਕਦਾ ਜੀ। ਇਹਨੂੰ ਆਪਾਂ ਨਾਮ ਦਿੰਦੇ ਹਾਂ ਜਿਹੜਾ ਡਿਪਰੈਸ਼ਨ ਵਿਦ ਸਿੰਪਟਮਸ ਆਫ ਸਾਈਕੋਸਿਸ। ਸੋ ਕਈ ਬਿਮਾਰੀਆਂ ਮੈਂਟਲ ਹੈਲਥ ਦੇ ਨਾਲ ਰਿਲੇਟਡ ਇੱਦਾਂ ਦੀਆਂ ਨੇਗੀਆਂ ਜਿਨ੍ਹਾਂ ਦੇ ਸਿੰਪਟਮਸ ਬਹੁਤ ਮਿਲਦੇ ਜੁਲਦੇ ਹੁੰਦੇ ਆ ਡਿਪਰੈਸ਼ਨ ਨਾਲ, ਪਰ ਉਹ ਡਿਪਰੈਸ਼ਨ ਹੁੰਦਾ ਨਹੀਂ ਆ। ਸੋ ਫੋਰ ਐਗਜ਼ਾਮਪਲ ਬਾਈਪੋਲਰ ਦੇ ਵਿੱਚ ਯੈਸ ਹੋ ਸਕਦਾ ਹੈ, ਕਿਉਂਕਿ ਬਾਈਪੋਲਰ ਦੇ ਵਿੱਚ ਬੰਦਾ ਇੱਕ ਬਿਲਕੁਲ ਹੀ ਐਕਟੀਵਿਟੀਜ਼ ਦੇ ਨਾਲ ਉਹਦੇ ਇਫੈਕਟ ਪੈਣ ਲੱਗ ਜਾਂਦਾ ਆ। ਸੋ ਲਾਈਕ ਸਮ ਟਾਈਮ ਉਹ ਬਹੁਤ ਹੀ ਜ਼ਿਆਦਾ ਸੁਪਰ ਐਕਸਾਈਟਡ ਨੇ, ਸਮ ਟਾਈਮ ਉਹ ਬਿਲਕੁਲ ਵੀ ਹੈ ਨਹੀਂ ਗੇ, ਰਾਈਟ। ਸੋ ਉੱਥੇ ਡਿਪਰੈਸ਼ਨ ਹੁੰਦਾ। ਈਵਨ ਦੋ ਸਕਿਜ਼ੋਫਰੇਨੀਆ ਦੀ ਜੋ ਤੁਸੀਂ ਗੱਲ ਕੀਤੀ ਆ, ਉਹਦੇ ਅਲੱਗ-ਅਲੱਗ ਉਹਦੇ ਵੀ ਅੰਦਰ ਕੈਟਾਗਰੀਜ਼ ਆ ਜਾਂਦੀਆਂ ਨੇ ਕਿ ਹੈਲੂਸੀਨੇਸ਼ਨ 'ਚ ਕਰਦੇ ਨੇਗੇ, ਡਿਲੂਜਨ ਹੁੰਦੀ ਆ, ਉੱਥੇ ਥਾਟਸ ਕਿੱਦਾਂ ਦੇ ਹੁੰਦੇ ਨੇ। ਸੋ ਇਹਦੀ ਬਿਲਕੁਲ ਅਲੱਗ ਕੈਟਾਗਰੀ ਆ, ਪਰ ਉਹਦੇ ਸਿੰਪਟਮਸ ਜੋ ਨੇ ਬਹੁਤ ਹੀ ਸਿਮਿਲਰ ਹੁੰਦੇ ਨੇ ਡਿਪਰੈਸ਼ਨ ਨਾਲ ਦੇ, ਪਰ ਉਹਨੂੰ ਆਪਾਂ ਡਿਪਰੈਸ਼ਨ ਦਾ ਨਾਮ ਨਹੀਂ ਦੇ ਸਕਦੇ। ਉਹਦੇ ਨਾਲ ਡਿਪਰੈਸ਼ਨ ਹੋ ਸਕਦਾ ਆ। ਸੋ ਫਿਰ ਇਹਦੇ ਨਾਲ ਇੱਕ ਆਪਾਂ ਜਦੋਂ ਸੀਜ਼ਨਲ ਦੀ ਵੀ ਗੱਲ ਕਰਦੇ ਹਾਂ, ਤਾਂ ਜਦੋਂ ਡਿਪਰੈਸ਼ਨ ਦੇ ਨਾਲ ਹੋਰ ਬਿਮਾਰੀਆਂ ਜੁੜਦੀਆਂ ਜਾਂਦੀਆਂ ਨੇ, ਤਾਂ ਸੀਜ਼ਨਲ ਡਿਪਰੈਸ਼ਨ ਜਿਹੜਾ ਹੁੰਦਾ ਆ ਉਹਨੂੰ ਜਦੋਂ ਆਪਾਂ ਮੱਦੇ ਨਜ਼ਰ ਰੱਖ ਕੇ ਦੇਖਦੇ ਹਾਂ ਕਿ ਜਦੋਂ ਕੋਈ ਟਾਈਮ ਹੀ ਕਹਿ ਲਓ ਕਿ ਵਿੰਟਰ ਦਾ ਟਾਈਮ ਇੱਦਾਂ ਦਾ ਹੁੰਦਾ ਜਦੋਂ ਸੁਸਾਈਡ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਡਿਪਰੈਸ਼ਨ ਦੇ ਪਰਸਨ ਨੂੰ, ਕਿਉਂਕਿ ਉਹ ਟਾਈਮ ਹੀ ਇੱਦਾਂ ਦਾ ਹੁੰਦਾ ਹੈ ਕਿ ਜੋ ਹੋਰ ਡਿਪਰੈਸ਼ਨ ਨੂੰ ਇਫੈਕਟ ਕਰਦਾ ਹੈ। ਸੋ ਮੈਂਟਲ ਹੈਲਥ ਵੀ ਇੱਦਾਂ ਦੀ ਚੀਜ਼ ਹੈ ਕਿ ਜਦੋਂ ਤੁਹਾਨੂੰ ਡਿਪਰੈਸ਼ਨ ਹੁੰਦਾ, ਡਿਪਰੈਸ਼ਨ ਇੰਨਾ ਕੁ ਮੇਜਰ ਸੀਰੀਅਸ ਡਿਸਆਰਡਰ ਹੈ ਕਿ ਇਹਦੇ ਨਾਲ ਜੇ ਤੁਹਾਨੂੰ ਕੋਈ ਹੋਰ ਡਿਸਆਰਡਰ ਹੁੰਦਾ ਪਿਆ ਹੈ ਤਾਂ ਦੈਨ ਦੈਟ ਮੀਨਸ ਕਿ ਤੁਸੀਂ ਹੋਰ ਵੀ ਵਰਸ ਹੋ ਸਕਦੇ ਹੋ। ਫੋਰ ਐਗਜ਼ਾਮਪਲ ਡਿਪਰੈਸ਼ਨ 'ਚ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਹੋ ਸਕਦਾ ਤੁਹਾਡੀ ਸਲੀਪ ਵੀ ਇਫੈਕਟ ਹੋਵੇ, ਬਹੁਤ ਜ਼ਿਆਦਾ ਹੱਦ ਤੱਕ ਹੋਵੇ। ਇਨਸੋਮਨੀਆ ਨਾਮ ਦੇ ਜਿਹੜੇ ਬਿਮਾਰੀਆਂ ਆਪਾਂ ਨੂੰ ਪਤਾ ਸਲੀਪ ਦੀਆਂ ਵੀ ਅੱਗੇ ਬਹੁਤ ਬਿਮਾਰੀਆਂ ਹੁੰਦੀਆਂ, ਡਿਸਆਰਡਰਸ ਹੁੰਦੇ ਆ। ਹੁਣ ਤੁਸੀਂ ਖੁਦ ਸੋਚੋ ਕਿ ਜਦੋਂ ਬੰਦੇ ਨੂੰ ਉਹ ਵੀ ਨਾਲ ਅਟੈਚ ਹੋ ਗਈ ਤੇ ਹੋਰ ਵੀ ਵਰਸ ਸਿਚੁਏਸ਼ਨ ਹੋ ਜਾਏਗੀ, ਰਾਈਟ। ਕਈ ਇੱਦਾਂ ਦੀਆਂ ਬਿਮਾਰੀਆਂ ਨੇ ਸਲੀਪ ਦੀਆਂ, ਜਿਵੇਂ ਮਾਈਗ੍ਰੇਨ ਆਪਾਂ ਕਹਿ ਦਿੰਦੇ ਹਾਂ, ਹੋਰ ਬੜੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਬੰਦੇ ਨੂੰ ਉਲਟੀਆਂ ਲੱਗ ਜਾਂਦੀਆਂ ਨੇ, ਉਹਨਾਂ ਨੂੰ ਪ੍ਰੋਪਰ ਓਬਵੀਅਸਲੀ ਨੀਂਦ ਤਾਂ ਬਿਲਕੁਲ ਹੀ ਨਹੀਂ ਲੈ ਸਕਦੇ, ਬਲੱਡ ਸ਼ਾਰਟ ਆਈਜ਼ ਹੋ ਜਾਂਦੀਆਂ ਨੇ, ਐਂਡ ਦੈਨ ਉੱਪਰੋਂ ਡਿਪਰੈਸ਼ਨ ਹੋਵੇ ਬੰਦੇ ਨੂੰ। ਵੀ ਕੈਨ ਇਮੈਜਿਨ ਹੈ ਨਾ ਕਿ ਕਿੰਨਾ ਕੁ ਸਵੀਅਰ ਹੋ ਸਕਦੀ ਆ ਉਹ ਕੰਡੀਸ਼ਨ। ਤਾਂ ਯੈਸ, ਇਹਦੇ ਨਾਲ ਹੋਰ ਵੀ ਮੈਂਟਲ ਹੈਲਥ ਆਪਣੀ ਬਹੁਤ ਹੀ ਇਫੈਕਟ ਹੁੰਦੀ ਆ, ਤਾਂ ਹੋਰ ਵੀ ਇਲਨੈਸਿਸ ਕਲੈਕਟਿਵਲੀ ਹੋ ਸਕਦੀਆਂ ਨੇ। ਜੀ
ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਸੀਜ਼ਨਲ ਡਿਪਰੈਸ਼ਨ ਹੁਣ ਕਈ ਵਾਰੀ ਪਤਾ ਹੀ ਨਹੀਂ ਲੱਗਦਾ, ਆਪਾਂ ਕਹਿੰਦੇ ਹਾਂ ਕਿ ਬਿਲਕੁਲ ਠੀਕ ਸੀ ਸਾਰਾ ਕੁਝ, ਔਰ ਖਾਸ ਕਰਕੇ ਇਹ ਬਜ਼ੁਰਗਾਂ ਦੇ ਵਿੱਚ ਪਾਇਆ ਜਾਂਦਾ ਕਿਉਂਕਿ ਆਪਣੇ ਕੈਨੇਡਾ ਦੇ ਵਿੱਚ ਕੁਝ ਵੈਦਰ ਹੀ ਇਸ ਤਰ੍ਹਾਂ ਦਾ ਹੈਗਾ ਕਿ ਤੁਸੀਂ 6 ਮਹੀਨੇ ਤੁਸੀਂ ਬਾਹਰ ਹੀ ਨਹੀਂ ਨਿਕਲ ਸਕਦੇ, ਖਾਸ ਕਰਕੇ ਬਜ਼ੁਰਗ ਜਦੋਂ ਮਾਈਨਸ ਟੈਂਪਰੇਚਰ ਆ ਬਾਹਰ ਨਹੀਂ ਜਾ ਸਕਦੇ, ਔਰ ਕਦੋਂ ਦਿਨ ਚੜ੍ਹਦਾ ਤੇ ਕਦੋਂ ਛਿਪ ਜਾਂਦਾ ਉਹ ਪਤਾ ਨਹੀਂ ਲੱਗਦਾ, ਔਰ ਰਾਤ ਜ਼ਿਆਦਾ ਲੰਬੀ ਰਹਿੰਦੀ ਹੈ, ਔਰ ਕਈ ਦਿਨ ਤਾਂ ਆਪਾਂ ਨੂੰ ਕਈ ਵਾਰੀ ਸੂਰਜ ਦੇਵਤਾ ਦੇ ਦਰਸ਼ਨ ਹੀ ਨਹੀਂ ਹੁੰਦੇ, ਉਸ ਦਿਨਾਂ ਦੇ ਵਿੱਚ ਸਨੋ ਪੈ ਰਹੀ ਆ, ਉਹ ਦਿਨ ਰਾਤ ਨੂੰ ਵੀ ਉਹੀ ਚਾਨਣ, ਦਿਨੇ ਵੀ ਉਹੋ ਜਿਹਾ ਹੀ ਚਾਨਣ, ਤੇ ਲੱਗਦਾ ਵੀ ਦਿਨ ਚੜ੍ਹਿਆ ਹੀ ਨਹੀਂਗਾ। ਉਹ ਸੀਜ਼ਨਲ ਡਿਪਰੈਸ਼ਨ ਜਿਹੜਾ ਹੈਗਾ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਤੇ ਦਿਨ ਛੋਟੇ ਹੁੰਦੇ ਆ, ਆਪਾਂ ਦੇਖਦੇ ਨਾ ਕਈ ਵਾਰੀ ਆਪਾਂ ਵੀ ਕੰਮ ਤੇ ਜਾਂਦੇ ਆ 9 ਤੋਂ 5, 9 ਵਜੇ ਵੀ ਹਨੇਰਾ ਹੁੰਦਾ ਤੇ 5 ਵਜੇ ਵੀ ਹਨੇਰਾ ਹੁੰਦਾ, ਉਹ ਲੱਗਦਾ ਵੀ ਅਸੀਂ ਰਾਤ ਹੀ ਇੱਥੇ ਸਾਡੀ ਸਾਰੀ ਕੰਮ ਕਰਦਿਆਂ ਨੂੰ ਹੋਣੀ। ਸੋ ਉਹ ਜਿਹੜਾ ਕਈ ਬੰਦੇ ਇਸ ਨੂੰ ਨਹੀਂ ਲੈਂਦੇ ਕਿਉਂਕਿ ਬ੍ਰੇਨ ਕੈਮੀਕਲਸ ਜਿਵੇਂ ਪਹਿਲਾਂ ਗੱਲ ਕੀਤੀ ਹਰ ਇੱਕ ਬੰਦੇ ਦੇ ਇੱਕੋ ਜਿਹੇ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਚੇਂਜ ਹੁੰਦੇ ਆ, ਔਰ ਖਾਸ ਕਰਕੇ ਜਦੋਂ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਜਿਹੜੇ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਅਸੀਂ ਜ਼ਰੂਰ ਇਹ ਕਹਾਂਗੇ ਕਿ ਸੀਜ਼ਨਲ ਡਿਪਰੈਸ਼ਨ ਦੀ ਉਹ ਟੈਂਪਰੇਰੀ ਹੁੰਦਾ, ਟੈਂਪਰੇਰੀ ਉਹਦੀ ਟਰੀਟਮੈਂਟ ਵੀ ਤੁਹਾਨੂੰ ਮਿਲ ਜਾਂਦੀ ਹੈ ਲਾਈਕ ਫॉर 6 ਮੰਥ 6 ਮਹੀਨੇ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਔਰ ਇਹ ਚੀਜ਼ ਦੀ ਸਮਝ ਲੱਗ ਜਾਵੇ ਜੇ ਆਪਾਂ ਕਹਿ ਲਈਏ ਕਿ ਥੋੜ੍ਹੀ ਜਿਹੀ ਕਾਉਂਸਲਿੰਗ ਹੋ ਜਾਵੇ, ਜੇ ਪਤਾ ਲੱਗ ਜਾਵੇ, ਕਿਉਂਕਿ ਜਦੋਂ ਆਪਾਂ ਅਵੇਅਰ ਹੋ ਜਾਂਦੇ ਹਾਂ ਚੀਜ਼ ਤੋਂ, ਕਾਉਂਸਲਿੰਗ ਦਾ ਇਹੀ ਹੈ ਕਿ ਕਾਉਂਸਲਿੰਗ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਤੁਹਾਨੂੰ ਅਵੇਅਰਨੈਸ ਦਿੰਦੀ ਹੈ, ਅਵੇਅਰ ਕਰਦੀ ਹੈ ਕਿ ਆਹ ਚੀਜ਼ਾਂ ਤੁਹਾਡੇ ਨਾਲ ਹੋ ਸਕਦੀਆਂ ਹਨ, ਅਤੇ ਜਦੋਂ ਆਪਾਂ ਨੂੰ ਪਤਾ ਵੀ ਇਹ ਚੀਜ਼ਾਂ ਸਾਡੇ ਨਾਲ ਹੋਣਗੀਆਂ ਤਾਂ ਅਸੀਂ ਉਹਦੇ ਲਈ ਤਿਆਰ ਹੁੰਦੇ ਹਾਂ। ਸੋ ਇਸੇ ਕਰਕੇ ਆਪਾਂ ਕਹਿੰਦੇ ਕਿ ਜਿਹੜੀ ਕਾਉਂਸਲਿੰਗ ਹੈ ਟਰੀਟਮੈਂਟ ਦੇ ਨਾਲ ਕਈ ਵਾਰੀ 50-50 ਦਾ ਹੀ ਆਪਾਂ ਕਹਿ ਸਕਦੇ ਕਿ ਰੇਸ਼ੋ ਬਣ ਜਾਂਦੀ ਹੈ, 50% ਤੁਹਾਨੂੰ ਕਾਉਂਸਲਿੰਗ ਠੀਕ ਕਰ ਦਿੰਦੀ ਹੈ, 50% ਤੁਹਾਨੂੰ ਦਵਾਈ ਠੀਕ ਕਰ ਦਿੰਦੀ ਹੈ, ਸੋ ਕੁੱਲ ਮਿਲਾ ਕੇ ਫਿਰ ਤੁਸੀਂ 100% ਠੀਕ ਹੋ ਜਾਂਦੇ ਹੋ। ਸੋ ਇਹਦੇ ਵਿੱਚ ਆਪਾਂ ਜਦੋਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਨਵਜੋਤ ਜੀ, ਇੱਕ ਜਿਹੜਾ ਨਾਰਮਲ ਡਿਪਰੈਸ਼ਨ ਹੈ ਨਾ, ਜੇ ਆਪਾਂ ਸਾਈਨਸ ਐਂਡ ਸਿੰਪਟਮਸ ਦੇਖੀਏ ਵੀ ਕਿਵੇਂ ਪਤਾ ਲੱਗਦਾ ਵੀ ਤੁਸੀਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਦੂਸਰੇ ਵਿੱਚ ਵੀ ਥੋੜ੍ਹਾ ਜ਼ਿਕਰ ਕੀਤਾ ਹੈਗਾ, ਪਰ ਜੇ ਆਪਾਂ ਡਿਟੇਲ ਦੇ ਵਿੱਚ ਦਰਸ਼ਕਾਂ ਨਾਲ ਸਾਂਝ ਪਾਉਣੀ ਹੋਵੇ ਕਿ ਜਦੋਂ ਕਿਸੇ ਬੰਦੇ ਨੂੰ ਡਿਪਰੈਸ਼ਨ ਹੋ ਜਾਂਦਾ ਤੇ ਕਿਵੇਂ ਪਤਾ ਲੱਗਦਾ ਕਿ ਉਹ ਡਿਪਰੈਸਡ ਹੈ। ਸੋ ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਕਿ ਜਦੋਂ ਬੰਦੇ ਦੇ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਨੀਂਦ ਨੂੰ ਇਫੈਕਟ ਕਰਦਾ, ਮੂਡ ਨੂੰ ਇਫੈਕਟ ਕਰਦਾ ਹੈ ਬਹੁਤ ਜ਼ਿਆਦਾ, ਐਂਡ ਈਵਨ ਦੋ ਡੇਲੀ ਐਕਟੀਵਿਟੀਜ਼ ਨੂੰ ਬਹੁਤ ਇਫੈਕਟ ਕਰਦਾ, ਜਿੱਦਾਂ ਜੇ ਕਿਸੇ ਨੂੰ ਵਾਕਿੰਗ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ ਇੱਕੋ ਦਮ ਛੱਡਤੀ ਆ, ਹੁਣ ਬਿਲਕੁਲ ਘਰੇ ਬੈਠੇ ਨੇ, ਆਪਣੇ ਖਾਣ ਪੀਣ ਦੇ ਵਿੱਚ ਫ਼ਰਕ ਪੈਣ ਲੱਗ ਜਾਂਦਾ ਆ, ਤੁਸੀਂ ਖਾਣੋਂ ਪੀਣੋਂ ਹਟ ਜਾਂਦੇ ਹੋ, ਹੈਲਦੀ ਨਹੀਂ ਖਾਂਦੇ, ਖਾਣੋਂ ਹੀ ਕਈ ਵਾਰੀ ਬੰਦੇ ਪਾਣੀ ਤੱਕ ਪੀਣਾ ਛੱਡ ਦਿੰਦੇ ਨੇ ਉਹ ਚੀਜ਼ਾਂ ਦੇ ਵਿੱਚ, ਤੇ ਇਹ ਤਾਂ ਬਹੁਤ ਹੀ ਨਾਰਮਲ ਚੀਜ਼ ਹੈ ਜਿਹੜੀ ਕਿ ਤੁਸੀਂ ਮੋਨੀਟਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀਆਂ ਹੁੰਦੀਆਂ ਜਿੱਦਾਂ ਫਨ ਐਕਟੀਵਿਟੀਜ਼ ਦੇ ਵਿੱਚ ਆਪਣਾ ਜਿਹੜਾ ਇੱਕ ਹੋਪ ਹੁੰਦੀ ਆ ਕਿ ਨਹੀਂ ਮੈਂ ਆਹ ਚੀਜ਼ ਕਰਨੀ ਹੈ, ਇੱਕ ਕੌਨਫੀਡੈਂਸ ਹੁੰਦਾ ਬੰਦੇ ਦਾ, ਉਹ ਖਤਮ ਹੋਣਾ ਸਟਾਰਟ ਹੋ ਜਾਂਦਾ ਆ। ਹੋਪਲੈਸ ਕਹਿ ਦਿੰਦੇ ਹਾਂ ਆਪਾਂ ਉਹਨੂੰ, ਹੈਲਪਲੈਸ ਕਹਿ ਦਿੰਦੇ ਹਾਂ ਕਿ ਜਦੋਂ ਆਪਾਂ ਨੂੰ ਇਹ ਲੱਗਦਾ ਕਿ ਮੇਰੇ ਕੋਲ ਇਹ ਚੀਜ਼ ਹੋ ਨਹੀਂ ਪਾ ਰਹੀ, ਉੱਥੇ ਆਪਾਂ ਹੈਲਪ ਲੈਣ ਲੱਗੇ ਵੀ ਸੰਗਣ ਲੱਗ ਜਾਂਦੇ ਹਾਂ ਕਿ ਇਹਦਾ ਵੀ ਕੋਈ ਫਾਇਦਾ ਹੀ ਨਹੀਂ ਹੋਣਾ ਮੈਨੂੰ, ਇੱਥੇ ਵੀ ਮੈਂ ਛੱਡ ਹੀ ਦਿੰਦਾ ਆਸ ਆਪਣੀ। ਈਵਨ ਦੋ ਫॉर ਆਪਾਂ ਅਡਲਟਸ ਦੇ ਵਿੱਚ ਵੀ ਦੇਖੀਏ ਸੈਕਸ਼ੂਅਲ ਡਿਜ਼ਾਇਰਸ ਬਹੁਤ ਘੱਟ ਜਾਂਦੀਆਂ ਨੇ, ਖਤਮ ਹੀ ਹੋ ਜਾਂਦੀਆਂ ਨੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਆਪਣੇ ਪਾਰਟਨਰ ਦੇ ਨਾਲ ਵੀ ਇੰਟਰਸਟ ਨਹੀਂ ਰਹਿੰਦਾ ਹੈਗਾ, ਉਹਨਾਂ ਨਾਲ ਗੱਲ ਕਰਨੋਂ ਹਟ ਜਾਂਦੇ ਨੇ। ਮੈਰਿਜਸ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਚੀਜ਼ ਦੇਖੀ ਗਈ ਹੈ ਕਿ ਜਦੋਂ ਡਿਪਰੈਸ਼ਨ ਆਉਂਦਾ ਹੈ ਤਾਂ ਇਹ ਚੀਜ਼ਾਂ ਬਹੁਤ ਇਫੈਕਟ ਹੁੰਦੀਆਂ ਨੇ। ਤੇ ਈਵਨ ਦੋ ਡਰੱਗਸ ਹੋ ਗਏ, ਐਲਕੋਹਲ ਹੋ ਗਏ, ਬਹੁਤ ਐਕਸੈਸਿਵ ਅਮਾਊਂਟ 'ਚ ਲੈਣਾ ਸਟਾਰਟ ਕਰ ਦਿੰਦੇ ਆ, ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਇਹੀ ਮੇਰੀ ਦਵਾਈ ਬਣ ਚੁੱਕੀ ਆ, ਪਰ ਜਦ ਕਿ ਉਹ ਚੀਜ਼ਾਂ ਤੁਹਾਡੇ ਮੂਡ ਨੂੰ ਹੋਰ ਇਫੈਕਟ ਕਰ ਰਹੀਆਂ ਹੁੰਦੀਆਂ ਨੇ, ਹੋਰ ਇਫੈਕਟ ਕਰਕੇ ਉਹਨੂੰ ਹੋਰ ਵੀ ਵਰਸ ਕਰ ਦਿੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਨੂੰ ਪਤਾ ਕਿ ਵੀਡ ਹੈ ਉਹ ਆਪਣੇ ਮੂਡ ਨੂੰ ਕਿੱਦਾਂ ਇਫੈਕਟ ਕਰਦੀ ਆ, ਤੇ ਜੇ ਤੁਸੀਂ ਉਦਾਸ ਬੈਠੇ ਹੋ ਤਾਂ ਤੁਸੀਂ ਵੀਡ ਲੈ ਲਈ ਤਾਂ ਤੁਸੀਂ ਹੋਰ ਸਵੀਅਰ ਉਹਦੇ ਵਿੱਚ ਚਲੇ ਗਏ, ਦੈਨ ਡਿਪਰੈਸ਼ਨ ਦੇ ਵਿੱਚ ਜਦੋਂ ਤੁਸੀਂ ਹੋਰ ਵੀ ਸਵੀਅਰ ਜਾਂਦੇ ਪਿਓ ਤਾਂ ਓਬਵੀਅਸਲੀ ਕਿਤੇ ਨਾ ਕਿਤੇ ਤੁਹਾਡੇ ਮੂਡ ਨੂੰ ਹੋਰ ਵੀ ਇਫੈਕਟ ਕਰਦੀ ਆ। ਤਾਂ ਡਰੱਗਸ ਦਾ ਡੈਫੀਨੇਟਲੀ ਜਦੋਂ ਬੰਦਾ ਐਕਸੈਸਿਵ ਅਮਾਊਂਟ 'ਚ ਲੈਣ ਲੱਗ ਜਾਂਦਾ ਆ, ਅਬਿਊਜ਼ ਕਰਨ ਲੱਗ ਜਾਂਦਾ ਇੱਕ ਤਰ੍ਹਾਂ ਦਾ ਮੈਡੀਕੇਸ਼ਨਸ ਨੂੰ ਵੀ, ਕਿ ਆਹ ਮੈਡੀਕੇਸ਼ਨ ਮੈਨੂੰ ਜਿਵੇਂ ਨੀਂਦ ਦੀ ਗੋਲੀ ਲੈ ਲਈ, ਨੀਂਦ ਤਾਂ ਆ ਨਹੀਂ ਰਹੀ, ਦਵਾਈ ਤਾਂ ਲੈ ਲਈ, ਪਰ ਹੁਣ ਜਦੋਂ ਆਪਾਂ ਨੂੰ ਡਿਪਰੈਸ਼ਨ ਦੇ ਨਾਲ ਨਾਲ ਆਪਾਂ ਨੂੰ ਨੀਂਦ ਤੇ ਚਾਹੀਦੀ, ਆਪਾਂ ਚਾਹੁੰਦੇ ਨਹੀਂ ਮੈਂ ਚਾਹੇ ਪੂਰੀ ਦੀ ਪੂਰੀ ਡੱਬੀ ਖਾ ਲਵਾਂ ਪਰ ਮੈਂ ਸੌਣਾ ਹੀ ਸੌਣਾ ਆ, ਰਾਈਟ, ਪਰ ਉੱਥੇ ਉਹਨੂੰ ਅਬਿਊਜ਼ ਕਰਨਾ ਸਟਾਰਟ ਕਰ ਦਿੰਦੇ ਆ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਆਵੇ ਨਹੀਂ ਆਣੀ ਪਰ ਮੈਂ ਇਹਨੂੰ ਖਾ ਲੈਣਾ ਆ, ਸਾਰੀ ਨੂੰ ਖਾ ਲੈਣਾ ਆ। ਇੱਕ ਲਾਈਫ ਜੋ ਜੀਣ ਦੀ ਇੱਕ ਇੱਛਾ ਹੁੰਦੀ ਆ ਬੰਦੇ ਦੀ, ਉਹ ਖਤਮ ਹੋਣੀ ਸਟਾਰਟ ਹੋ ਜਾਂਦੀ ਆ। ਉਹਨੂੰ ਨਹੀਂ ਫਰਕ ਪੈਂਦਾ ਕਿ ਉਹ ਕਿਤੇ ਬਾਹਰ ਜਾ ਰਿਹਾ, ਉਹਨੂੰ ਨਹੀਂ ਫਰਕ ਪੈਂਦਾ ਕਿ ਮੈਨੂੰ ਕੋਈ ਬੁਲਾ ਰਿਹਾ, ਉਹਨੂੰ ਨਹੀਂ ਫਰਕ ਪੈਂਦਾ ਕਿ ਕਿ ਆਪਣੀ ਮੇਰੀ ਜਿਹੜੀ ਵੈਸੇ ਇੱਕ ਰੈਗੂਲਰ ਰੂਟੀਨ ਸੀ
ਉਹ ਕਿੱਥੇ ਸਟੈਂਡ ਕਰ ਰਹੀ ਹੈ ਇਸ ਟਾਈਮ ਦੇ ਉੱਤੇ, ਉਹ ਵਧੀਆ ਜਾ ਰਹੀ ਆ, ਉਹ ਨਹੀਂ ਹੋ ਰਹੀ, ਨੁਕਸਾਨ ਹੋ ਰਿਹਾ। ਈਵਨ ਦੋ ਰਿਲੇਸ਼ਨਸ਼ਿਪਸ ਦੇ ਵਿੱਚ ਇੰਨਾ ਕੁ ਫਰਕ ਪੈ ਜਾਂਦਾ ਕਿ ਇੱਕ ਆਪਣੇ ਬੱਚੇ ਨਾਲ ਵੀ ਮੋਹ ਨਹੀਂ ਰਹਿੰਦਾ। ਆਪਾਂ ਨੂੰ ਆਪਣੇ ਪੇਰੈਂਟਸ ਦੀ ਕੋਈ ਕਦਰ ਨਹੀਂ ਹੁੰਦੀ, ਆਪਾਂ ਨੂੰ ਆਪਣੇ ਪਾਰਟਨਰਸ ਦਾ ਨਹੀਂ ਕੋਈ ਪਤਾ ਹੁੰਦਾ, ਬੱਚਿਆਂ ਦਾ ਨਹੀਂ ਕੋਈ ਪਰਵਾਹ ਹੁੰਦੀ। ਰਿਸਪੌਂਸਿਬਿਲਿਟੀਜ਼ ਜੋ ਜੌਬ ਰੋਲਸ ਹੁੰਦੇ ਨੇ ਉਹ ਖਤਮ ਹੋਣੇ ਸਟਾਰਟ ਹੋ ਜਾਂਦੇ ਆ। ਆਪਾਂ ਨੂੰ ਇਹ ਭੁੱਲ ਜਾਂਦੇ ਹਾਂ ਕਿ ਆਪਣੇ ਤੋਂ ਇਲਾਵਾ ਕਿਸੇ ਹੋਰ ਲਈ ਵੀ ਰੋਲ ਹੈਗਾ ਆ। ਸੋ ਇਹ ਜਿਹੜੇ ਕਾਮਨ ਜਿਹੇ ਸਾਈਨ ਸਿੰਪਟਮਸ ਨੇ ਕਿ ਜਿਹੜੇ ਓਬਵੀਅਸਲੀ ਆਪਾਂ ਦੇਖ ਸਕਦੇ ਹਾਂ। ਐਂਡ ਰੈਸਟ ਆਫ ਦਾ ਥਿੰਗ ਜਦੋਂ ਆਪਾਂ ਸਾਈਕੈਟਰਿਸਟ ਕੋਲ ਜਾਂਦੇ ਹਾਂ, ਡਾਕਟਰਸ ਕੋਲੇ ਜਾਂਦੇ ਹਾਂ, ਉਹਨਾਂ ਦੀਆਂ ਅਸੈਸਮੈਂਟਸ ਹੁੰਦੀਆਂ ਨੇ, ਤਾਂ ਉਹਦੇ ਥਰੂ ਵੀ ਆਪਾਂ ਪਤਾ ਕਰ ਸਕਦੇ ਹਾਂ ਕਿ ਹਾਂਜੀ ਜਿਹੜਾ ਡਿਪਰੈਸ਼ਨ ਉਹ ਕਿੰਨੇ ਕੁ ਸਵੀਅਰ ਆਪਣੀ ਕੈਟਾਗਰੀ ਦੇ ਉੱਪਰ ਜਾਂਦਾ ਪਿਆ ਹੈ। ਔਰ ਬਿਲਕੁਲ ਇੱਥੇ ਮੈਂ ਜਿਸ ਤਰ੍ਹਾਂ ਹੁਣੇ ਨਵਜੋਤ ਨੇ ਜ਼ਿਕਰ ਕੀਤਾ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹਦੇ 'ਚ ਜਿਹੜਾ ਕਾਉਂਸਲਰ ਆ ਉਹ ਡਾਇਗਨੋਸ ਨਹੀਂ ਕਰਦਾ, ਕਿਉਂਕਿ ਕਿਸੇ ਨੂੰ ਮੈਂਟਲ ਹੈਲਥ ਇਲਨੈਸ ਡਾਇਗਨੋਸ ਕਰਨਾ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਉਹ ਵਿਦਾਊਟ ਸਰਟੀਫਿਕੇਸ਼ਨ ਜਿਹੜਾ ਸਾਈਕੈਟਰਿਸਟ ਜਾਂ ਡਾਕਟਰ ਦੱਸ ਸਕਦਾ ਕਿ ਆਹ ਬਿਮਾਰੀ ਆ, ਔਰ ਫਿਰ ਉਸ ਬਿਮਾਰੀ 'ਤੇ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਕਰ ਸਕਦੇ ਹਾਂ ਇਲਾਜ। ਔਰ ਇਹਦੇ 'ਚ ਨਵਜੋਤ ਇੱਕ ਚੀਜ਼ ਹੋਰ ਹੈ ਜਿਹੜੀ ਤੁਸੀਂ ਹੁਣੇ ਜ਼ਿਕਰ ਕੀਤਾ ਸੀਗਾ, ਜਿਹਦੇ ਵਿੱਚ ਡਿਪਰੈਸ਼ਨ ਜਾਂ ਕੋਈ ਵੀ ਮੈਂਟਲ ਇਲਨੈਸ ਆ ਉਹਦੇ ਨਾਲ ਜਦੋਂ ਡਰੱਗ ਇਨਵੋਲਵ ਹੋ ਜਾਂਦੀ ਆ, ਚਾਹੇ ਉਹ ਅਲਕੋਹਲ ਆ, ਅਲਕੋਹਲ ਇਟ ਸੈਲਫ ਡਿਪਰੈਸੈਂਟ ਆ। ਹੁਣ ਜੇ ਤੁਸੀਂ ਜਿਹੜਾ ਬੰਦਾ ਨੋਰਮਲ ਅਲਕੋਹਲ ਲੈਂਦਾ ਔਰ ਅਗਲੇ ਦਿਨ ਉਹ ਆਪ ਹੀ ਡਿਪਰੈਸਡ ਹੁੰਦਾ, ਅਤੇ ਇੱਕ ਜਿਹੜਾ ਡਿਪਰੈਸਡ ਬੰਦਾ ਅਲਕੋਹਲ ਲਵੇ ਅਤੇ ਉਹਨੇ ਹੋਰ ਡਿਪਰੈਸਡ ਹੋ ਜਾਣਾ। ਸੋ ਜਿਹੜੀਆਂ ਦੂਜੀਆਂ ਓਪੀਐਡ ਜਾਂ ਸਿੰਥੈਟਿਕ ਡਰੱਗਸ ਹੈਗੀਆਂ ਉਹ ਵੀ ਬਹੁਤ ਇਫੈਕਟ ਪਾਉਂਦੀਆਂ, ਕਿਉਂਕਿ ਇਹ ਜਿਹੜੀਆਂ ਡਰੱਗਸ ਆ ਤੁਹਾਡੇ ਬ੍ਰੇਨ 'ਤੇ ਇਫੈਕਟ ਪਾਉਂਦੀਆਂ। ਔਰ ਜਿਹੜੇ ਸਾਨੂੰ ਪਹਿਲਾਂ ਹੀ ਇੱਕ ਬਿਮਾਰੀ ਹੈਗੀ ਆ ਜਾਂ ਇਲਨੈਸ ਹੈਗੀ ਆ ਬ੍ਰੇਨ ਨਾਲ ਰਿਲੇਟਡ, ਔਰ ਅਸੀਂ ਉਹਨੂੰ ਹੋਰ ਲੈ ਕੇ ਡਰੱਗਸ ਵਰਸਟ ਕਰ ਰਹੇ ਹਾਂ। ਸੋ ਇਹਦਾ ਕੰਬੀਨੇਸ਼ਨ ਮੈਨੂੰ ਲੱਗਦਾ ਵੀ ਬਿਲਕੁਲ ਵਧੀਆ ਨਹੀਂ ਗਾ। ਔਰ ਜਿਹੜੇ ਬੰਦੇ ਡਿਪਰੈਸਡ ਆ ਜਾਂ ਕਿਸੇ ਵੀ ਮੈਂਟਲ ਹੈਲਥ ਦੇ ਨਾਲ ਉਹ ਹੈਗੇ ਆ ਪੀੜਤ, ਮੈਨੂੰ ਲੱਗਦਾ ਵੀ ਉਹਨਾਂ ਨੂੰ ਬਿਲਕੁਲ ਜਿਹੜੀ ਕੋਈ ਵੀ ਡਰੱਗ, ਅਲਕੋਹਲ ਜਾਂ ਕੋਈ ਇਸ ਤਰ੍ਹਾਂ ਦਾ ਸਬਸਟੈਂਸ ਯੂਜ਼ ਨਹੀਂ ਕਰਨਾ ਚਾਹੀਦਾ। ਕੀ ਕਰਨਾ ਚਾਹੋਗੇ ਇਹਦੇ ਬਾਰੇ? ਸੋ ਦੇਖੋ, ਨੋਰਮਲੀ ਆਪਾਂ ਪਾਪੂਲੇਸ਼ਨ ਆਪਣੀ ਕਮਿਊਨਿਟੀ ਨੂੰ ਪੁੱਛਾਂਗੇ ਕਿ ਜਿਹੜੇ ਡਰੱਗਸ ਹੁੰਦੇ ਨੇ ਉਹਨੂੰ ਤੁਸੀਂ ਦੋ ਕੈਟਾਗਰੀਜ਼ 'ਚ ਡਿਵਾਈਡ ਕਰ ਸਕਦੇ ਹੋ। ਇੱਕ ਹੁੰਦੇ ਡਿਪਰੈਸ਼ਨ, ਇੱਕ ਆਪਾਂ ਐਂਟੀ ਡਿਪਰੈਸ਼ਨ ਵਿੱਚ ਲੈ ਜਾਂਦੇ ਜਿਹੜੇ ਹਾਈਪਰ ਐਕਟਿਵ ਕਰ ਦਿੰਦੇ ਆਪਾਂ ਨੂੰ। ਸੋ ਮੋਸਟਲੀ ਆਪਾਂ ਓਬਵੀਅਸ ਇਹ ਤਾਂ ਬਹੁਤ ਹੀ ਨੋਰਮਲ ਜੀ ਗੱਲ ਹੈ ਕਿ ਜਦੋਂ ਆਪਾਂ ਉਸ ਚੀਜ਼ ਬਾਰੇ ਪੜ੍ਹਿਆ ਨਹੀਂ, ਆਪਾਂ ਉਸ ਚੀਜ਼ ਬਾਰੇ ਆਪਾਂ ਨੂੰ ਪਤਾ ਵੀ ਹੈ ਨਹੀਂ ਗਾ ਕਿ ਜੋ ਆਪਾਂ ਲੈ ਰਹੇ ਹਾਂ ਉਹ ਆਪਣੇ ਮੂਡ ਨੂੰ ਕਿੱਦਾਂ ਇਫੈਕਟ ਕਰ ਰਿਹਾ, ਦੈਨ 0% ਗਾਰੰਟੀ ਹੈ ਕਿ ਕਿਸੇ ਨੂੰ ਇਹ ਪਤਾ ਵੀ ਹੋਏਗਾ ਕਿ ਜੇ ਮੈਨੂੰ ਡਿਪਰੈਸ਼ਨ ਹੈ ਤਾਂ ਮੈਂ ਜੇ ਆਹ ਚੀਜ਼ ਲੈ ਰਿਹਾ ਉਹ ਮੇਰੇ ਮੂਡ ਨੂੰ ਇਫੈਕਟ ਕਰੂਗੀ ਜਾਂ ਨਹੀਂ ਕਰੂਗੀ। ਸੋ ਟੈਕਨੀਕਲੀ ਜੇ ਤੁਸੀਂ ਆਪਾਂ ਨਹੀਂ ਕਿਸੇ ਨੂੰ ਓਬਵੀਅਸਲੀ ਕਹਿ ਸਕਦੇ ਕਿ ਤੁਸੀਂ ਆਹ ਚੀਜ਼ ਕਰੋ ਜਾਂ ਨਾ ਕਰੋ, ਰਾਈਟ? ਇਹ ਤਾਂ ਵਿਲਿੰਗਨੈਸ ਆ। ਜਦੋਂ ਤੱਕ ਤੁਸੀਂ ਖੁਦ ਹੀ ਵਿਲਿੰਗ ਨਹੀਂ ਹੋਵੋਗੇ ਉਸ ਚੀਜ਼ ਨੂੰ ਛੱਡਣ ਲਈ, ਕੋਈ ਕੁਛ ਨਹੀਂ ਕਰ ਸਕਦਾ, ਨਾਟ ਈਵਨ ਕਾਉਂਸਲਰਸ ਔਰ ਡਾਕਟਰਸ। ਮੈਡੀਕੇਸ਼ਨ ਨੇ ਵੀ ਅਸਰ ਨਹੀਂ ਪਾਉਣਾ, ਰਾਈਟ? ਅਬ ਮੈਡੀਕੇਸ਼ਨਸ ਦੇ ਨਾਲ ਵੀ ਕਈ ਤੁਸੀਂ ਦੇਖਿਆ ਹੋਣਾ ਅਲਕੋਹਲ ਨਹੀਂ ਛੱਡਦੇ, ਉਹਨਾਂ ਨੂੰ ਇਹ ਹੁੰਦਾ ਕਿ ਨਹੀਂ ਇਹ ਮੇਰੀ ਦਵਾਈ ਹੈ, ਇਹ ਚੀਜ਼ ਇੱਦਾਂ ਆ। ਪਰ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਐਟਲੀਸਟ ਜੋ ਤੁਸੀਂ ਲੈ ਰਹੇ ਹੋ ਉਹਦੇ 'ਤੇ ਗਾਈਡੈਂਸ ਲਓ, ਉਹਦੇ ਬਾਰੇ ਪਤਾ ਕਰੋ ਕਿ ਤੁਹਾਡੇ ਮੂਡ ਨੂੰ ਡਿਪਰੈਸ ਕਰਦਾ ਪਿਆ ਜਾਂ ਐਕਟਿਵ ਕਰਦਾ ਪਿਆ ਹੈ, ਰਾਈਟ? ਅਤੇ ਈਵਨ ਦੋ ਜੇ ਤੁਸੀਂ ਕਿਸੇ ਚੀਜ਼ ਨੂੰ ਇੱਕ ਦਵਾਈ ਦੇ ਤੌਰ 'ਤੇ ਵੀ ਲੈ ਰਹੇ ਹੋ ਤਾਂ ਮੇਕ ਸ਼ੋਰ ਕਰਨਾ ਚਾਹੀਦਾ ਕਿ ਐਟਲੀਸਟ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਸਭ ਤੋਂ ਪਹਿਲਾਂ ਤਾਂ, ਕਿ ਕਿੰਨੀ ਮਾਤਰਾ 'ਚ ਮੈਂ ਲੈ ਸਕਦਾ ਜਾਂ ਨਹੀਂ ਲੈ ਸਕਦਾ। ਹੁਣ ਕਈ ਇਲੀਗਲ ਐਂਡ ਇਲੀਗਲ ਡਰੱਗਸ ਹੈਗੇ ਨੇ ਮਾਰਕੀਟ ਦੇ ਵਿੱਚ, ਰਾਈਟ? ਅਤੇ ਜੇ ਕੋਈ ਲੀਗਲ ਹੈਗਾ ਵੀ ਹੈ ਤਾਂ ਓਬਵੀਅਸਲੀ ਤੁਸੀਂ ਜਦੋਂ ਡਾਕਟਰ ਤੋਂ ਗਾਈਡੈਂਸ ਲਓਗੇ, ਡਾਕਟਰ ਤੁਹਾਨੂੰ ਕਦੇ ਗਲਤ ਸਲਾਹ ਨਹੀਂ ਦਊਗਾ ਕਿ ਤੁਸੀਂ ਇਹ ਚੀਜ਼ ਲੈਣੀ ਹੈ ਜਾਂ ਨਹੀਂ ਲੈਣੀ ਹੈ। ਹਾਲਾਂਕਿ ਉਹ ਤੁਹਾਡੀ ਬੋਡੀ ਅਤੇ ਟਾਈਪ 'ਤੇ ਡਿਪੈਂਡ ਕਰਦਾ। ਜਿੱਦਾਂ ਆਪਾਂ ਵੇਟ ਦੀ ਗੱਲ ਕਰਦੇ ਹਾਂ ਤਾਂ ਡਾਕਟਰਸ ਕਈ ਜਗ੍ਹਾ ਦੇ ਉੱਤੇ ਐਜ਼ ਅ ਮੈਡੀਕੇਸ਼ਨ ਵੀ ਉਸ ਚੀਜ਼ ਨੂੰ ਯੂਜ਼ ਕਰਦੇ ਨੇਗੇ। ਤੋ ਡਿਫਰੈਂਟ ਕਾਈਂਡ ਆਫ ਕੈਟਾਗਰੀ ਪੈ ਜਾਂਦੀ ਆ। ਉਹਦੇ ਵਾਸਤੇ ਹਮੇਸ਼ਾ ਡਾਕਟਰਸ ਨਾਲ ਕੰਸਲਟ ਕਰੋ। ਸਾਈਕੈਟਰਿਸਟ ਜੇ ਕੋਈ ਤੁਹਾਨੂੰ ਮੈਡੀਕੇਸ਼ਨ ਪ੍ਰਸਕ੍ਰਾਈਬ ਕਰਦਾ ਪਿਆ ਉਹਨਾਂ ਨਾਲ ਗੱਲ ਕਰੋ। ਕਈ ਵਾਰੀ ਇਹ ਮੈਡੀਕੇਸ਼ਨ ਦੇ ਸਾਈਡ ਇਫੈਕਟ ਨਾਲ ਵੀ ਹੁੰਦਾ ਹੈ। ਤੁਸੀਂ ਦੇਖਿਆ ਹੋਊਗਾ ਕਿ ਕਈ ਮੈਡੀਕੇਸ਼ਨਸ ਇੱਦਾਂ ਦੀਆਂ ਹੁੰਦੀਆਂ ਜੋ ਆਪਾਂ ਨੂੰ ਸਾਈਡ ਇਫੈਕਟ ਕਰ ਦਿੰਦੀਆਂ ਨੇ ਅਤੇ ਉਹਦੇ ਨਾਲ ਵੀ ਡਿਪਰੈਸ਼ਨ ਹੋਇਆ ਲੋਕਾਂ ਨੂੰ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਮੈਡੀਕੇਸ਼ਨ ਤੁਸੀਂ ਲੈਂਦੇ ਪਏ ਹੋ ਤੁਸੀਂ ਉਹਨੂੰ ਵੀ ਮੋਨੀਟਰ ਕਰੋ ਕਿ ਇਹ ਮੈਨੂੰ ਇਫੈਕਟ ਤਾਂ ਨਹੀਂ ਪਾਉਂਦੀ ਪਈ ਕਿਸੇ ਤਰ੍ਹਾਂ ਨਾਲ, ਮੇਰੇ ਮੂਡ ਨੂੰ ਤਾਂ ਨਹੀਂ ਖਰਾਬ ਕਰਦੀ ਪਈ। ਕਿਉਂਕਿ ਕਈ ਵਾਰੀ ਉਹ ਕੰਮ ਕਰਨ ਸਟਾਰਟ ਕਰ ਦਿੰਦੇ ਆ ਅਤੇ ਜਦੋਂ ਜਿੰਨਾ ਤੁਸੀਂ ਕਾਮ ਰਹਿਣ ਲੱਗ ਜਾਂਦੇ ਹੋ, ਆਪਣੇ ਆਪ 'ਚ ਰਹਿਣ ਲੱਗ ਜਾਂਦੇ ਹੋ, ਬੋਲਦੇ ਨਹੀਂ ਕਿਸੇ ਨਾਲ, ਤਾਂ ਉਹ ਹੌਲੀ ਹੌਲੀ ਫਿਰ ਉਹ ਇੱਕ ਤਰ੍ਹਾਂ ਤੋਂ ਆਪਣੇ ਨੇਚਰ ਦੇ ਵਿੱਚ ਅਡੈਪਟ ਹੋਣ ਲੱਗ ਜਾਂਦੀ ਹੈ ਚੀਜ਼, ਅਤੇ ਉਹ ਅੱਗੇ ਜਾ ਕੇ ਡਿਪਰੈਸ਼ਨ ਦਾ ਨਾਮ ਲੈ ਲੈਂਦੀ ਹੈ। ਜੀ ਬਿਲਕੁਲ, ਜਿਹੜੀ ਤੁਸੀਂ ਸਹੀ ਗੱਲ ਕੀਤੀ ਹੈ ਕਿ ਜਿਹੜੇ ਸਾਈਡ ਇਫੈਕਟਸ ਹੈਗੇ ਆ ਮੈਡੀਸਨ ਦੇ ਉਹ ਵੀ ਆਪਾਂ ਨੂੰ ਮੋਨੀਟਰ ਕਰਨੇ ਚਾਹੀਦੇ ਆ। ਕਈ ਵਾਰੀ ਦੇਖਿਆ ਆਪਾਂ ਕਿ ਕਈਆਂ ਨੂੰ ਭੁੱਖ ਲੱਗਣ ਲੱਗ ਜਾਂਦੀ ਹੈ, ਕਈਆਂ ਨੂੰ ਘਟ ਜਾਂਦੀ ਹੈ, ਕਈਆਂ ਦਾ ਵੇਟ ਵੱਧ ਜਾਂਦਾ, ਕਈਆਂ ਦਾ
ਵੇਦ ਘਟਣ ਲੱਗ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਮੋਨੀਟਰ ਕਰਕੇ ਕਈ ਵਾਰੀ ਮੈਡੀਸਨ ਚੇਂਜ ਕਰਨ ਦੀ ਲੋੜ ਹੁੰਦੀ ਹੈ ਔਰ ਡਾਕਟਰ ਨੂੰ ਆਪਾਂ ਨੂੰ ਬਿਲਕੁਲ ਇਹ ਤੁਸੀਂ ਸਹੀ ਗੱਲ ਕਹੀ ਹੈਗੀ ਆ, ਕੰਸਲਟ ਕਰਨਾ ਚਾਹੀਦਾ ਆਲ ਦਾ ਟਾਈਮ। ਸੋ ਜੇ ਆਪਾਂ ਨਵਜੋਤ ਜੀ, ਜਦੋਂ ਆਪਾਂ ਇੱਕ ਬੰਦਾ ਡਿਪਰੈਸਡ ਆ, ਕਿਹੜੇ ਰਿਸਕ ਹੋ ਸਕਦੇ ਨੇ, ਰਿਸਕ ਫੈਕਟਰ ਕਿਹੜੇ ਨੇ? ਸੋ ਦੇਖੋ, ਰਿਸਕ ਫੈਕਟਰ ਨੂੰ ਆਪਾਂ ਕਦੇ ਵੀ ਇੱਕ ਮਿਨੀਮਮ ਔਰ ਮੈਕਸਿਮਮ ਤੇ ਨਹੀਂ ਕਾਊਂਟ ਕਰ ਸਕਦੇ ਨਾ। ਰਿਸਕ ਫੈਕਟਰ ਤਾਂ ਰਿਸਕ ਫੈਕਟਰ ਨੇ, ਬਹੁਤ ਤਰ੍ਹਾਂ ਦੇ ਰਿਸਕ ਫੈਕਟਰਸ ਨੇਗੇ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਏਜਿਸ ਹੁੰਦੀਆਂ, ਕਈ ਏਜਿਸ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਰਿਸਕ 'ਤੇ ਹੁੰਦੀਆਂ, ਜਿੱਦਾਂ 16 to 30 ਦੀ ਏਜ ਜਿਹੜੀ ਹੁੰਦੀ ਆ, ਉਹ ਮੋਸਟਲੀ ਡਿਪਰੈਸ਼ਨ ਹੋ ਗਿਆ, ਸਕਿਜ਼ੋਫਰੇਨੀਆ ਹੋ ਗਿਆ, ਹੋਰ ਮੈਂਟਲ ਹੈਲਥ ਇਲਨੈਸਿਸ ਹੁੰਦੀਆਂ, ਉਹ ਟਾਈਮ ਪੀਰੀਅਡ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੇ ਨੇ। ਉਹਦੇ ਵੀ ਰੀਜ਼ਨਸ ਨੇਗੇ ਕਿਉਂਕਿ ਉਹ ਟਾਈਮ ਦੇ ਵਿੱਚ ਆਪਣੀ ਬੋਡੀ ਚੇਂਜ ਹੋ ਰਹੀ ਹੁੰਦੀ ਆ, ਫਿਜ਼ੀਕਲ ਮੈਂਟਲ ਦੇ ਰਿਲੇਟਡ ਆਪਣੀਆਂ ਡਿਫਰੈਂਟ ਆਉਂਦੇ, ਆਪਣੀ ਬੋਡੀ ਦੇ ਵਿੱਚ ਚੇਂਜਿਸ ਆਉਂਦੀਆਂ ਨੇਗੀਆਂ। ਈਵਨ ਦੋ ਖਾਣ ਪੀਣ ਨਾਲ, ਕਿਉਂਕਿ ਉਹ ਟਾਈਮ ਪੀਰੀਅਡ ਇੱਦਾਂ ਦਾ ਹੁੰਦਾ, ਕਈ ਵਾਰੀ ਆਪਾਂ ਹੈਲਦੀ ਖਾਣਾ ਛੱਡ ਦਿੰਦੇ ਜਾਂ ਫਿਰ ਹੈਲਦੀ ਖਾਣ ਲੱਗ ਜਾਂਦੇ ਹਾਂ, ਤਾਂ ਉਹ ਚੀਜ਼ਾਂ ਵੀ ਇਫੈਕਟ ਪਾਉਣਾ ਸਟਾਰਟ ਕਰ ਦਿੰਦੀਆਂ ਨੇ। ਉਸ ਤੋਂ ਇਲਾਵਾ ਜਦੋਂ ਆਪਾਂ ਐਥਨੀਸਿਟੀ, ਰੇਸ ਦੀ ਗੱਲ ਕਰਦੇ ਹਾਂ, ਰਿਸਕ ਫੈਕਟਰਸ ਉੱਥੇ ਵੀ ਪੈਂਦੇ ਆ ਜਦੋਂ ਆਪਾਂ ਬੁਲਿੰਗ ਦੇ ਸ਼ਿਕਾਰ ਹੋ ਜਾਂਦੇ ਹਾਂ, ਆਪਣੇ ਨਾਲ ਬੁਲਿੰਗ ਹੁੰਦੀ ਆ ਸਕੂਲਸ ਦੇ ਵਿੱਚ, ਕਾਲਜਸ ਦੇ ਵਿੱਚ, ਰੇਸ ਦੇ ਅਕੋਰਡਿੰਗ, ਤੁਹਾਡੇ ਐਥਨੀਸਿਟੀ ਦੇ ਅਰਾਊਂਡ। ਹੋਰ ਬਹੁਤ ਤਰ੍ਹਾਂ ਦੀਆਂ ਕਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ, ਡਿਸੇਬਿਲਿਟੀਜ਼ ਹੁੰਦੀਆਂ, ਫਿਜ਼ੀਕਲ ਡਿਸੇਬਿਲਿਟੀਜ਼ ਹੁੰਦੀਆਂ, ਉਹਨੂੰ ਰਿਲੇਟਡ ਆਪਾਂ ਦੇਖਦੇ ਹਾਂ ਕਿ ਕਈਆਂ ਨੂੰ ਉਹ ਚੀਜ਼ਾਂ ਬਹੁਤ ਅਸਰ ਕਰਦੀਆਂ ਨੇ ਅੰਦਰ। ਜਦੋਂ ਕਮਿਊਨਿਟੀ ਆਪਣੇ ਨਾਲ ਉੱਦਾਂ ਦਾ ਟਰੀਟ ਕਰਦੇ, ਉਹ ਡਿਪਰੈਸ਼ਨ 'ਚ ਚਲ ਜਾਂਦਾ ਆ। ਇਸ ਤੋਂ ਇਲਾਵਾ ਜਦੋਂ ਦੇਖਦੇ ਹਾਂ ਕਿ ਜਿਹੜੇ ਫਿਜ਼ੀਕਲ ਹੈਲਥ ਪ੍ਰੋਬਲਮਸ ਹੁੰਦੀਆਂ, ਉਹ ਵੀ ਇਹਦੇ ਨਾਲ ਕਾਫੀ ਹੁੰਦੀਆਂ, ਬਿਕਾਜ਼ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ, ਇੱਕ ਸੀਜ਼ਨਲ ਜਿਹੜਾ ਡਿਪਰੈਸ਼ਨ ਆ, ਉਹ ਅੱਗੇ ਜਾ ਕੇ ਸੁਸਾਈਡ ਦਾ ਨਾਮ ਲੈ ਲੈਂਦਾ ਆ। ਉਹ ਟਾਈਮ ਪੀਰੀਅਡ ਦੇ ਵਿੱਚ ਸੁਸਾਈਡਸ ਬਹੁਤ ਜ਼ਿਆਦਾ ਹੁੰਦੀਆਂ, ਤਾਂ ਟੈਕਨੀਕਲੀ ਤੁਸੀਂ ਮਾਰਕਸ ਦੇਖੋਗੇ, ਕਈਆਂ ਦੇ ਹੱਥ ਦੇ ਉੱਪਰ ਨਿਸ਼ਾਨ ਹੁੰਦੇ ਆ ਬਣੇ ਹੋਏ, ਸੁਸਾਈਡ ਅਟੈਂਪਟ ਕੀਤੀਆਂ ਹੁੰਦੀਆਂ ਨੇਗੀਆਂ। ਐਂਡ ਈਵਨ ਦੋ ਕਈਆਂ ਨੂੰ ਜਿੱਦਾਂ ਕੋਈ ਡਾਇਬਟੀਜ਼ ਹੋਈ ਆ, ਕੈਂਸਰ ਹੋਇਆ ਆ, ਹੁਣ ਉਸ ਚੀਜ਼ ਬਾਰੇ ਸੋਚ ਕੇ ਕਿ ਯੈਸ ਮੈਂ ਮਰ ਜਾਣਾ ਇੱਕ ਦਿਨ, ਮੈਨੂੰ ਕੈਂਸਰ ਹੋ ਗਿਆ, ਮੈਂ ਪਤਾ ਨਹੀਂ ਬਚਣਾ ਨਹੀਂ ਬਚਣਾ, ਮੈਂ ਦਵਾਈ ਪਤਾ ਨਹੀਂ ਮੈਨੂੰ ਪ੍ਰੋਪਰ ਅਸਰ ਕਰੂਗੀ ਨਹੀਂ ਕਰੂਗੀ, ਉਹ ਚੀਜ਼ਾਂ ਆਪਣੇ ਬ੍ਰੇਨ ਨੂੰ ਇਫੈਕਟ ਕਰਨਾ ਸਟਾਰਟ ਕਰ ਦਿੰਦੇ ਹਾਂ, ਆਪਾਂ ਡਿਪਰੈਸ਼ਨ 'ਚ ਜਾਣ ਲੱਗ ਜਾਂਦੇ ਹਾਂ। ਸੋ ਇਹ ਵੀ ਰਿਸਕ ਫੈਕਟਰਸ ਹੁੰਦੇ ਕਿ ਜਦੋਂ ਕਿਸੇ ਨੂੰ ਆਲਰੇਡੀ ਕੋਈ ਕਿਸੇ ਵੀ ਤਰ੍ਹਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਓਪਰੈਸ ਹੁੰਦਾ ਪਿਆ ਆ, ਚਾਹੇ ਉਹ ਆਪਣੀ ਏਜ ਆ, ਚਾਹੇ ਜੈਂਡਰ ਆ। LGBTQ ਕਮਿਊਨਿਟੀ ਅੱਜ ਕੱਲ੍ਹ ਬਹੁਤ ਜ਼ਿਆਦਾ ਰਿਸਕ 'ਤੇ ਆਉਂਦੀ ਪਈ ਆ ਇਹ ਚੀਜ਼ਾਂ ਦੇ, ਰਾਈਟ? ਕਿਉਂਕਿ ਫੋਰ ਐਗਜ਼ਾਮਪਲ ਮੈਨੂੰ ਨਹੀਂ ਪਤਾ ਕਿ ਇਹ ਚੀਜ਼ ਮੀਡੀਆ 'ਚ ਹੋ ਰਹੀ ਹੈ ਨਹੀਂ ਹੋ ਰਹੀ, ਪਰ ਤੁਸੀਂ ਮੋਸਟਲੀ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਦੇਖਿਆ ਹੋਊਗਾ, ਕਈ ਵਾਰੀ ਲੋਕੀ ਪ੍ਰਾਈਵੇਟ ਵੀਡੀਓਜ਼ ਅਪਲੋਡ ਕਰਦੇ, ਉਹਨਾਂ 'ਚ ਦਿਖਾਇਆ ਗਿਆ ਹੈ ਕਿ ਅੱਜ ਕੱਲ੍ਹ ਇਹਨਾਂ ਦੇ ਖਿਲਾਫ ਵੀ ਕਈ ਧਰਨੇ ਹੋ ਰਹੇ ਨੇ ਕਿ ਚੀਜ਼ਾਂ ਬੱਚਿਆਂ ਨੂੰ ਸਿਖਾਈਆਂ ਨਹੀਂ ਜਾਣੀਆਂ ਚਾਹੀਦੀਆਂ ਸਕੂਲ ਨੂੰ। ਪੇਰੈਂਟਸ ਬਹੁਤ ਜ਼ਿਆਦਾ ਇਸ ਚੀਜ਼ ਦੇ ਖਿਲਾਫ ਹੋ ਰਹੇ ਨਹੀਂ ਹੋ ਰਹੇ, ਉਹ ਇੱਕ ਡਿਬੇਟ ਚੱਲਦੀ ਪਈ ਹੈ, ਰਾਈਟ? ਹੁਣ ਜਿਹੜੇ ਪਰਸਨ ਓਬਵੀਅਸਲੀ ਉਸ ਚੀਜ਼ ਤੋਂ ਇਫੈਕਟ ਹੋ ਰਹੇ ਨੇ, ਉਹਨਾਂ ਨੂੰ ਤਾਂ ਡਿਪਰੈਸ਼ਨ ਦੇ ਵਿੱਚ ਜਾਣਾ ਬਹੁਤ ਸੁਭਾਵਿਕ ਜਿਹਾ ਹੋ ਜਾਣਾ ਹੈ, ਕਿਉਂਕਿ ਉਹ ਆਪਣੀ ਇੱਕ ਪਹਿਚਾਣ ਨੂੰ ਕਹਿ ਸਕਦੇ ਹਾਂ ਆਪਾਂ ਕਿ ਉਹ ਤੋਂ ਵੀ ਦੱਸਣ ਲੱਗੇ ਡਰਦੇ ਨੇ, ਰਾਈਟ? ਕਿ ਕੋਈ ਯੂ ਨੈਵਰ ਨੋ ਕਿ ਕੋਈ ਸਾਹਮਣੇ ਖੜਾ ਬੰਦਾ ਤੁਹਾਡੇ ਨਾਲ ਕਿੱਦਾਂ ਰਿਐਕਟ ਕਰੂਗਾ। ਤੇ ਇਸ ਤੋਂ ਇਲਾਵਾ ਆਪਣੇ ਮੈਂਟਲ ਹੈਲਥ ਦੇ ਜਿਹੜੇ ਇਲਨੈਸਿਸ ਆਪਾਂ ਪਹਿਲਾਂ ਗੱਲ ਕੀਤੀਆਂ ਵੀ ਰਿਸਕ ਫੈਕਟਰਸ ਹੁੰਦੇ ਆ ਕਿ ਕਿਸੇ ਨੂੰ ਜੇ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਬਿਮਾਰੀ ਲੱਗੀ ਹੋਈ ਆ ਤੇ ਉਹਦੇ ਬਾਰੇ ਜਦੋਂ ਆਪਾਂ ਜ਼ਿਆਦਾ ਸੋਚਣ ਲੱਗ ਜਾਂਦੇ, ਇੱਕ ਐਜ ਤੇ ਪਹੁੰਚ ਜਾਂਦੇ ਆ ਕਿ ਨਹੀਂ ਇਹਦਾ ਹੁਣ ਕੋਈ ਇਲਾਜ ਹੀ ਨਹੀਂ ਰਿਹਾ ਮੇਰੇ ਵਾਸਤੇ। ਬੇਸ਼ੱਕ ਉਹਦਾ ਇਲਾਜ ਹੋਵੇ ਹੀ ਹੋਵੇ, ਫਿਰ ਵੀ ਆਪਾਂ ਸੋਚ ਕੇ ਉਸ ਚੀਜ਼ ਨੂੰ ਆਪਾਂ ਇੱਕ ਨੈਗੇਟਿਵ ਦੇ ਵਿੱਚ ਲੈ ਜਾਂਦੇ ਆ। ਇੱਕ ਐਕਸਪੈਰੀਮੈਂਟ ਹੋਇਆ ਸੀਗਾ, ਤੁਸੀਂ ਸੁਣਿਆ ਹੋਏਗਾ, ਬਹੁਤ ਹੀ ਕਾਮਨ ਜਿਹਾ ਐਕਸਪੈਰੀਮੈਂਟ ਹੈ ਕਿ ਕਿਸੇ ਬੰਦੇ ਨੂੰ ਬਲਾਈਂਡ ਫੋਲਡ ਕਰਕੇ ਚੇਅਰ 'ਤੇ ਬਿਠਾਤਾ, ਉਹਨੂੰ ਕਹਿੰਦੇ ਜੇ ਤੈਨੂੰ ਮੌਤ ਸਜ਼ਾ ਹੋਣੀ ਹੈ ਤਾਂ ਤੈਨੂੰ ਸੱਪ ਦੇ ਡੰਗ ਨਾਲ ਮਰਵਾਉਣਾ ਹੈ। ਉਹਨਾਂ ਨੇ ਨਕਲੀ ਡੰਗ ਮਾਰਿਆ ਉਹਨੂੰ, ਪਰ ਉਹਦੇ ਬ੍ਰੇਨ ਦੇ ਕੈਮੀਕਲਸ ਨੇ ਉਹਨੂੰ ਇੱਕ ਤਰ੍ਹਾਂ ਤੋਂ ਡਿਪਰੈਸ਼ਨ 'ਚ ਪਾ ਕੇ ਉਹਨੂੰ ਇਹ ਕਹਿਤਾ ਕਿ ਹਾਂ ਤੈਨੂੰ ਤਾਂ ਸੱਪ ਨੇ ਮਾਰਨਾ ਸੀ, ਤੈਨੂੰ ਡੰਗ ਵੱਜ ਗਿਆ, ਤੂੰ ਮਰਨਾ। ਉਹ ਬੰਦਾ ਸੱਚੀ ਮਰ ਗਿਆ ਸੀ। ਉਹ ਇੱਕ ਐਕਸਪੈਰੀਮੈਂਟ ਹੋਇਆ ਲੈਬ ਦੇ ਵਿੱਚ ਕਿ ਨਕਲੀ ਡੰਗ ਮਰਵਾਇਆ ਗਿਆ, ਦੱਸਿਆ ਉਹਨੂੰ ਗਿਆ ਕਿ ਤੈਨੂੰ ਡੰਗ ਨਾਲ ਮਰਵਾਉਣਾ, ਸੱਪ ਨੇ ਤੈਨੂੰ ਕੱਟਣਾ ਆ, ਤੂੰ ਮਰ ਜਾਣਾ, ਐਂਡ ਉਹ ਸੱਚੀ ਮਰ ਗਿਆ। ਜੀ ਆਪਾਂ ਕਹਿ ਸਕਦੇ ਹਾਂ ਕਿ ਬ੍ਰੇਨ ਤੁਹਾਡਾ ਬਹੁਤ ਪਾਵਰਫੁਲ ਆ, ਮਾਈਂਡ ਇਜ਼ ਲਾਈਕ ਵੈਰੀ ਪਾਵਰਫੁਲ। ਸੋ ਉਹਨੇ ਉਹ ਜਿਹੜੀ ਸੀਗੀ ਉਹ ਜ਼ਹਿਰ ਪ੍ਰੋਡਿਊਸ ਕੀਤੀ ਔਰ ਇਹ ਸਾਰੇ ਬ੍ਰੇਨ ਕੈਮੀਕਲਸ ਨੈਗੇਟਿਵ ਐਂਡ ਪੋਜ਼ਿਟਿਵ ਥਿੰਕਿੰਗ। ਸੋ ਨਵਜੋਤ, ਇੱਕ ਮੇਰੇ ਹੋਰ ਦਿਮਾਗ ਦੇ ਵਿੱਚ ਗੱਲ ਆਈ, ਜੋ ਤੁਸੀਂ ਸਾਰੇ ਇਹ ਸਾਈਨ ਐਂਡ ਸਿੰਪਟਮਸ ਦੱਸ ਰਹੇ ਸੀਗੇ, ਇਹਦੇ ਰਿਸਕ ਫੈਕਟਰ ਤੁਸੀਂ ਕੀਤੇ ਹੈਗੇ ਆ। ਸੋ ਇਹਦੇ 'ਚ ਕਈ ਵਾਰੀ ਚਾਈਲਡਹੁੱਡ ਟਰਾਮਾ ਵੀ ਰੋਲ ਪਲੇ ਕਰਦਾ ਕਿ ਸਮਥਿੰਗ ਕੁਛ ਨਾ ਕੁਛ ਬਚਪਨ ਦੇ ਵਿੱਚ ਹੋਇਆ
ਔਰ ਉਹ ਚੀਜ਼ ਪ੍ਰੋਸੈਸ ਨਹੀਂ ਕੀਤੀ ਗਈ ਔਰ ਬਾਅਦ 'ਚ ਆ ਕੇ ਉਹ ਡਿਪਰੈਸ਼ਨ ਬਣ ਜਾਂਦੀ ਹੈ। ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੋਜ਼ਿਟਿਵ ਐਂਡ ਨੈਗੇਟਿਵ ਥਿੰਕਿੰਗ ਦੀ, ਰਾਈਟ। ਹੁਣ ਜਿਹੜੇ ਰਿਸਕ ਫੈਕਟਰਸ ਹੁੰਦੇ ਨੇ ਉਹ ਓਬਵੀਅਸਲੀ ਉਹਨਾਂ ਵਿੱਚ ਇਹ ਵੀ ਜਾਂਦਾ ਹੈ ਕਿ ਜਦੋਂ ਮੈਂਟਲ ਹੈਲਥ ਆਪਣੀ ਇਫੈਕਟ ਹੋਈ ਹੁੰਦੀ ਆ ਕਿਸੇ ਵੀ ਤਰ੍ਹਾਂ ਤੋਂ, ਸੋ ਟਰਾਮਾ ਇਜ਼ ਆਫ ਕੋਰਸ ਲਾਈਕ ਹੈ ਨਾ, ਆਪਾਂ ਮੈਂਟਲ ਹੈਲਥ ਨਾਲ ਰਿਲੇਟ ਕਰਦੇ ਹਾਂ। ਜਦੋਂ ਕਿਸੇ ਨੂੰ ਆਪਣਾ PTSD ਹੁੰਦਾ ਆ, ਪੋਸਟ ਟਰਾਮੈਟਿਕ ਡਿਸਆਰਡਰ ਹੋਏ ਹੁੰਦੇ ਨੇ, ਜਾਂ ਫਿਰ ਇਸ ਤੋਂ ਇਲਾਵਾ ਵੀ ਕੋਈ ਇੱਦਾਂ ਦੀ ਚੀਜ਼ ਹੈਪਨ ਹੋਈ ਹੁੰਦੀ ਹੈ ਚਾਈਲਡਹੁੱਡ ਦੇ ਵਿੱਚ ਜਾਂ ਫਿਰ ਅਡਲਟਹੁੱਡ ਦੇ ਵਿੱਚ, ਜਿਹੜੀ ਆਪਾਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ, ਰਾਈਟ। ਐਂਡ ਦੈਨ ਇਟਸ ਅ ਨੈਗੇਟਿਵ ਟੂ, ਅਤੇ ਤੁਸੀਂ ਉਹਦੇ ਬਾਰੇ ਸੋਚੀ ਜਾਂਦੇ ਹੋ। ਸੋ ਉਹ ਓਬਵੀਅਸਲੀ ਜਿਹੜੀ ਨੈਗੇਟਿਵ ਥਿੰਕਿੰਗ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਲੀਡ ਕਰਦੀ ਆ, ਤਾਂ ਉਹ ਨੈਗੇਟਿਵ ਥਿੰਕਿੰਗ ਕੱਲ੍ਹ ਨੂੰ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਆ। ਐਂਡ ਜ਼ਰੂਰੀ ਨਹੀਂ ਹੈਗਾ ਕਿ ਡਿਪਰੈਸ਼ਨ ਹੋਵੇ, ਡਿਪਰੈਸ਼ਨ ਦੇ ਨਾਮ ਇੱਕ ਬੜਾ ਨਾਲ ਕਾਮਨ ਜਿਹਾ ਨਾਮ ਆਉਂਦਾ ਐਂਜ਼ਾਈਟੀ ਦਾ, ਜਿਹੜਾ ਕਿ ਦੋਨਾਂ ਨੂੰ ਇਕੱਠੇ ਹੀ ਰੱਖਦਾ। ਮੋਸਟਲੀ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਡਿਪਰੈਸ਼ਨ ਦੀ ਗੱਲ ਹੁੰਦੀ ਹੈ ਐਂਜ਼ਾਈਟੀ ਨਾਲ ਹੁੰਦੀ ਆ, ਬਿਕਾਜ਼ ਇਹ ਬੇਸ਼ੱਕ ਦੋਨੇ ਇੱਕ ਦੂਸਰੇ ਤੋਂ ਡਿਫਰੈਂਟ ਨੇ, ਪਰ ਕਈ ਵਾਰੀ ਇਹ ਦੋਨੋਂ ਬਹੁਤ ਸਿਮਿਲਰ ਰੋਲ ਵੀ ਅਦਾ ਕਰਦੇ ਨੇ ਉਹਦੇ ਵਾਸਤੇ। ਪਰ ਇਹ ਜਿਹੜੇ ਸਾਈਨਸ ਐਂਡ ਸਿੰਪਟਮਸ ਨੇ ਤੁਸੀਂ ਕਾਮਨਲੀ ਦੋਨਾਂ 'ਚ ਦੇਖ ਸਕਦੇ ਹੋ। ਸੋ ਜਿਵੇਂ ਤੁਸੀਂ ਐਂਗਜ਼ਾਇਟੀ ਦੀ ਗੱਲ ਕੀਤੀ ਹੈ, ਹੁਣ ਜਿਹੜਾ ਬੰਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਇੱਕ ਆਪਦਾ ਕੰਫਰਟ ਜ਼ੋਨ ਜਿਹਾ ਬਣਾ ਲੈਂਦਾ, ਉਹ ਕਹਿੰਦਾ ਵੀ ਮੈਂ ਇੱਥੇ ਠੀਕ ਹਾਂ, ਮੈਨੂੰ ਤੁਸੀਂ ਬਿਲਕੁਲ, ਉਹ ਆਪਦੀ ਦੁਨੀਆ ਦੇ ਵਿੱਚ ਰਹਿੰਦਾ, ਉਹਨੂੰ ਲੱਗਦਾ ਕਿ ਮੈਂ ਠੀਕ ਹਾਂ, ਕਿਉਂਕਿ ਉਹਦਾ ਉਹ ਜਿਹੜੇ ਇੱਕ ਕਿਸਮ ਦਾ ਆਪਾਂ ਕਹਿ ਲਈਏ ਐਂਗਜ਼ਾਇਟੀ ਦੇ ਵਿੱਚ ਥੋੜ੍ਹਾ ਜਿਹਾ ਹੁੰਦਾ ਕਿ ਡਰ ਹੁੰਦਾ ਬੰਦੇ ਨੂੰ ਵੀ ਜਿਹੜੀ ਚੀਜ਼ ਨਹੀਂ ਹੋਣੀ ਪਰ ਉਹਨੂੰ ਲੱਗਦਾ ਵੀ ਇਹ ਹੋ ਸਕਦੀ ਹੈ ਜਾਂ ਹੋਏਗੀ, ਸੋ ਐਕਚੁਅਲ 'ਚ ਉਹ ਨਹੀਂ ਚੀਜ਼ ਹੁੰਦੀ। ਸੋ ਇਵੇਂ ਡਿਪਰੈਸ਼ਨ ਦੇ ਵਿੱਚ ਉਹਨੂੰ ਇੱਦਾਂ ਲੱਗਦਾ ਕਿ ਇਹ ਸਾਰਾ ਕੁਛ ਇੱਦਾਂ ਹੋ ਰਿਹਾ ਜਾਂ ਇਹ ਮੇਰੇ ਆਲੇ ਦੁਆਲੇ ਵਾਪਰ ਰਿਹਾ, ਅਤੇ ਉਹ ਆਪਦੇ ਆਪ ਨੂੰ ਬੰਦਾ ਮੋਸਟਲੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਕੰਫਰਟ ਜ਼ੋਨ 'ਚ ਲੈ ਆਉਂਦਾ ਔਰ ਉਹਦੇ 'ਚੋਂ ਬਾਹਰ ਨਿਕਲਣ ਦੀ ਉਹ ਕੋਸ਼ਿਸ਼ ਨਹੀਂ ਕਰਦਾ, ਕਿਉਂਕਿ ਉੱਥੇ ਉਹਨੂੰ ਆਨੰਦ ਆਉਂਦਾ। ਐਕਚੁਅਲ ਦੇ ਵਿੱਚ ਉਹ ਆਨੰਦ ਲੈਂਦਾ ਉੱਥੇ, ਚਾਹੇ ਉਹ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਆਪਦੇ ਆਪ ਨੂੰ, ਬਾਹਰ ਸੁਸਾਇਟੀ 'ਚ ਨਹੀਂ ਵਿਚਰਦਾ, ਹੋਰ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਸਾਈਨ ਐਂਡ ਸਿਮਟਮਸ ਤੁਸੀਂ ਦੱਸੇ ਹੈਗੇ ਉਹ ਸਾਰੇ ਪਾਏ ਜਾ ਸਕਦੇ ਆ। ਸੋ ਉਮੀਦ ਆ ਜਿਹੜੀ ਅੱਜ ਦੀ ਜਿਹੜੀ ਗੱਲਬਾਤ ਆ ਤੁਹਾਨੂੰ ਪਸੰਦ ਆ ਰਹੀ ਹੋਵੇਗੀ, ਔਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਜਦੋਂ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰੀਏ, ਅਤੇ ਜੇਕਰ ਅਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਵਿਸ਼ੇ ਨੂੰ ਛੂਹਨੇ ਆ ਤਾਂ ਉਹਦੇ ਜਿਹੜੇ ਕਾਰਨ ਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਟਰੀਟਮੈਂਟ ਵੀ ਉਹਦਾ ਇਲਾਜ ਕੀ ਆ ਉਹਦੇ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਨਵਜੋਤ ਜੀ, ਐਟ ਦੀ ਐਂਡ ਆਪਾਂ ਆਪਣੇ ਕੋਲੇ ਥੋੜ੍ਹਾ ਜਿਹਾ ਸਮਾਂ ਬਾਕੀ ਆ, ਸੋ ਕੀ ਸਾਰੇ ਕੋਈ ਵੀ ਮੈਂਟਲ ਹੈਲਥ ਦੀ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਇਹਨਾਂ ਦੇ ਇਲਾਜ ਹੈਗੇ ਆ, ਜਦੋਂ ਆਪਾਂ ਬੰਦਾ ਇੱਕ ਡਿਪਰੈਸਡ ਆ, ਉਹ ਮੰਨਦਾ ਚਾਹੇ ਨਹੀਂ ਮੰਨਦਾ ਉਹ ਇੱਕ ਵੱਖਰਾ ਵਿਸ਼ਾ, ਪਰ ਆਪਾਂ ਨੂੰ ਪਤਾ ਕਿ ਬੰਦਾ ਡਿਪਰੈਸਡ ਆ ਔਰ ਉਹਦੇ ਇਲਾਜ ਹੈਗੀ ਆ ਜੀ, ਹੈ ਤਾਂ ਉਹ ਕਿਸ ਤਰ੍ਹਾਂ ਕੰਮ ਕਰਦੇ ਆ। ਔਰ ਇਹਦੇ ਵਿੱਚ ਮੈਂ ਇੱਕ ਵਾਰੀ ਫਿਰ ਇਹ ਚੀਜ਼ ਇਨਵੋਲਵ ਕਰੂੰਗਾ ਕਿ ਕਾਉਂਸਲਿੰਗ ਕਿੰਨੀ ਪਾਰਟ ਅਦਾ ਕਰਦੀ ਆ। ਸੋ ਜਿੱਦਾਂ ਤੁਸੀਂ ਪਹਿਲਾਂ ਵੀ ਨਿਲਿਪ ਜੀ ਕਿਹਾ ਸੀਗਾ ਕਿ ਮੈਡੀਕੇਸ਼ਨ ਐਂਡ ਕਾਉਂਸਲਿੰਗ 50-50 ਰੋਲ ਅਦਾ ਕਰਦੇ ਹਨ। ਹੁਣ ਫੋਰ ਐਗਜ਼ਾਮਪਲ ਆਪਾਂ ਜਦੋਂ ਪੋਸਟਮਾਰਟਮ ਦੀ ਗੱਲ ਕਰ ਰਹੇ ਸੀ ਕਿ ਜਿਹੜਾ ਸਰਕਲ ਆਫ ਕੇਅਰ ਉਹ ਬਹੁਤ ਜ਼ਰੂਰੀ ਹੁੰਦਾ, ਕੇਅਰ ਬਹੁਤ ਜ਼ਰੂਰੀ ਹੁੰਦੀ ਆ। ਇਹ ਤੁਸੀਂ ਕਈ ਵਾਰੀ ਇਹ ਵੀ ਦੇਖਿਆ ਹੋਣਾ ਹੈ ਕਿ ਬੱਚਿਆਂ ਨੂੰ ਆਪਾਂ ਚਾਹੇ ਉਹਨਾਂ ਦੇ ਸੱਟ ਕਿੰਨੀ ਕੁ ਵੱਜੀ ਹੋਵੇ, ਮੈਡੀਕੇਸ਼ਨ ਠੀਕ ਆ ਆਪਾਂ ਉਹਨਾਂ ਨੂੰ ਦਿੰਦੇ ਹਾਂ, ਪਰ ਜਿੰਨਾ ਟਾਈਮ ਉਹਨਾਂ ਨੂੰ ਬਾਹਰੀ ਪਿਆਰ ਨਹੀਂ ਮਿਲਦਾ, ਉਹਨਾਂ ਨੂੰ ਆਪਾਂ ਬੱਚਿਆਂ ਨੂੰ ਜਿਵੇਂ ਇੱਕ ਟੌਫੀ ਦੇ ਕੇ ਵੀ ਚੁੱਪ ਕਰਾ ਦਾਂਗੇ ਉਹ ਫਿਰ ਵੀ ਕਰ ਜਾਣਗੇ ਜਿੰਨੀ ਮਰਜ਼ੀ ਪੇਨ ਕਰਦੀ ਹੋਵੇ, ਰਾਈਟ। ਉਹ ਇੱਕ ਕੇਅਰ ਹੁੰਦੀ ਆ, ਉਹ ਸੈਂਸ ਆਫ ਕੇਅਰ ਹੁੰਦੀ ਆ। ਗੋਡੇ ਦੇ ਸੱਟ ਵੱਜੀ ਹੋਵੇ, ਮਦਰ ਫੂਕ ਮਾਰ ਦੇਵੇ ਨਾ, ਉਹ ਵੀ ਠੀਕ ਹੋ ਜਾਂਦੀ ਆਰਾਮ ਆ ਜਾਂਦਾ। ਯੈਸ, ਐਂਡ ਈਵਨ ਦਾ ਆਪਣੇ ਮਾਈਂਡ ਸੈਟ ਬਣਿਆ ਹੁੰਦਾ ਹੈ ਕਿ ਹਸਪੀਟਲ ਹੀ ਜਾਣਾ ਹੈ, ਘਰੇ ਵੀ ਨਹੀਂ ਠੀਕ ਹੋਣਾ, ਕਿਉਂਕਿ ਹਸਪੀਟਲ ਜੋ ਸੈਂਸ ਆਊਗੀ ਆਪਾਂ ਨੂੰ ਕੇਅਰ ਦੀ, ਉਹਨਾਂ ਨੇ ਆਪਾਂ ਨੂੰ ਦਵਾਈ ਦੇਣੀ ਆ, ਆਪਣਾ ਖਿਆਲ ਰੱਖਣਗੇ। ਸੋ ਇਹ ਓਬਵੀਅਸਲੀ 50-50 ਹੈ ਕਿ ਜਿਹੜੀ ਕਾਉਂਸਲਿੰਗ ਆ ਉਹ ਤੁਹਾਨੂੰ ਹੀਲ ਅੰਦਰੋਂ ਹੀਲ ਕਰਦੀ ਹੈ। ਜਿਹੜੀ ਮੈਡੀਕੇਸ਼ਨ ਆ ਠੀਕ ਆ, ਉਹਨੇ ਇੱਕ ਤਰ੍ਹਾਂ ਤੋਂ ਆਪਣਾ ਕੈਮੀਕਲੀ ਪਾਰਟ ਅਦਾ ਕਰਨਾ ਆ, ਪਰ ਜੋ ਇੱਕ ਥੈਰਾਪਿਊਟਿਕ ਆਪਣਾ ਜਿਹੜਾ ਇਲਾਜ ਹੈਗਾ ਆ ਉਹ ਤੇ ਤੁਹਾਨੂੰ ਕਾਉਂਸਲਿੰਗ ਨੇ ਦੇਣਾ। ਹੁਣ ਜੇ ਕਿਸੇ ਨੂੰ ਟਰਾਮਾ ਹੋਇਆ ਸੀ, ਰਾਈਟ, ਹੁਣ ਉਹ ਜਿਹੜਾ ਟਰਾਮਾ ਉਹ ਇੱਕ ਯਾਦਗਾਰੀ ਬ੍ਰੇਨ 'ਚ ਛਪ ਚੁੱਕੀ ਆ, ਉਹ ਤੁਸੀਂ ਮੈਡੀਕੇਸ਼ਨ ਨਾਲ ਕਿੱਦਾਂ ਠੀਕ ਕਰ ਸਕਦੇ ਹੋ, ਰਾਈਟ। ਉਹ ਤੁਹਾਨੂੰ ਇੱਕ ਤਰ੍ਹਾਂ ਤੋਂ ਹੀਲ ਕਰਨ 'ਚ ਹੈਲਪ ਕਰ ਸਕਦੀ ਹੈ ਮੈਡੀਕੇਸ਼ਨ, ਕਿ ਤੁਸੀਂ ਆਪਣਾ ਪ੍ਰੋਪਰ ਖਾਣ ਲੱਗ ਜਾਓਗੇ, ਨੀਂਦ ਵਧੀਆ ਆਉਣ ਲੱਗ ਜੂਗੀ। ਜਦੋਂ ਨੀਂਦ ਵਧੀਆ ਆਊਗੀ ਤਾਂ ਤੁਸੀਂ अर्ਲੀ ਮਾਰਨਿੰਗ ਉੱਠ ਸਕਦੇ ਹੋ, ਰਾਈਟ, ਆਪਣੇ ਡੇਲੀ ਰੂਟੀਨ ਦੀਆਂ ਜੋ ਚੀਜ਼ਾਂ ਨੇ ਉਹਨਾਂ 'ਚ ਦੁਬਾਰਾ ਐਕਟਿਵ ਹੋ ਸਕਦੇ ਹੋ। ਪਰ ਜੋ ਬ੍ਰੇਨ ਦੇ ਵਿੱਚ ਇੱਕ ਤਰ੍ਹਾਂ ਤੋਂ ਇਮੇਜ ਬਣ ਚੁੱਕੀ ਆ ਉਹ ਤਾਂ ਫਿਰ ਤੁਹਾਨੂੰ ਇੱਕ ਕਾਉਂਸਲਿੰਗ ਦੇ ਨਾਲ ਹੀ, ਇੱਕ ਥੈਰਾਪਿਊਟਿਕ ਜੋ ਆਪਣਾ ਇਲਾਜ ਆ ਉਹਦੇ ਨਾਲ ਹੀ ਠੀਕ ਹੋਏਗਾ। ਐਂਡ ਇਸ ਤੋਂ ਇਲਾਵਾ ਕਈ ਇੱਦਾਂ ਦੀਆਂ ਚੀਜ਼ਾਂ ਵੀ ਨੇ ਜਿਹੜਾ ਆਪਾਂ ਘਰੇ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਣੀ ਡੇਲੀ ਰੂਟੀਨ ਦੇ ਵਿੱਚ 30 ਮਿੰਟ ਦੀ ਵਾਕ ਕੰਸੀਡਰ ਕਰੋ, ਬਾਹਰ ਜਾਓ, ਫਰੈਸ਼ ਏਅਰ ਲਓ, ਨੇਚਰ ਨੂੰ ਮਿਲੋ,
ਨਵੇਂ ਸਰਕਲਸ ਬਣਾਓ। ਸੋਸ਼ਲ ਸਰਕਲ ਹੋਣਾ ਬਹੁਤ ਜ਼ਰੂਰੀ ਆ। ਬੇਸ਼ੱਕ ਚਾਹੇ ਕਿਸੇ ਕਾਫੀ ਸ਼ਾਪ ਤੇ ਹੀ ਚਲ ਜਾਓ, ਆਪਣੀ ਤਾਂ ਕਸਟਮਰ ਸਰਵਿਸ ਵੀ ਇੰਨੀ ਅੱਛੀ ਹੁੰਦੀ ਹੈ ਕਿ ਜੇ ਤੁਸੀਂ ਉੱਥੇ ਜਾ ਕੇ 5 ਮਿੰਟ ਉਹਨਾਂ ਨਾਲ ਗੱਲ ਕਰੋਗੇ, ਦੇ ਵਿਲ ਗਿਵ ਯੂ ਟਾਈਮ। ਉਹ ਤੁਹਾਡੇ ਨਾਲ ਵੀ ਗੱਲ ਕਰਦੇ ਆ ਉੱਥੇ ਖੜੇ ਹੋ ਕੇ, ਰਾਈਟ। ਉਹਨੂੰ ਪੁੱਛਣਗੇ ਤੁਹਾਡਾ ਦਿਨ ਕਿਵੇਂ ਰਿਹਾ, ਕਿਵੇਂ ਨਹੀਂ ਰਿਹਾ। ਉਹੀ ਤੁਹਾਨੂੰ ਬੜਾ ਮੂਡ ਜਿਹਾ ਤੁਹਾਡਾ ਫਰੈਸ਼ ਕਰ ਦਿੰਦਾ ਅਰਲੀ ਮਾਰਨਿੰਗ, ਰਾਈਟ। ਆਪਣੇ ਆਪ ਨੂੰ ਪੈਂਪਰ ਕਰਨਾ ਵੀ ਆਉਣਾ ਚਾਹੀਦਾ। ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਫਲਾਵਰਸ ਨੇ ਉਹ ਦੂਜਿਆਂ ਨੂੰ ਦੇਣ ਵਾਸਤੇ ਹੁੰਦੇ ਆ। ਆਪ ਜਾਓ, ਆਪਣੇ ਵਾਸਤੇ ਵੀ ਇੱਕ ਫਲਾਵਰ ਲਓ, ਆਪਣੇ ਆਪ ਨੂੰ ਗਿਫਟ ਕਰੋ ਕਿ ਮੇਰੇ ਲਈ ਆ, ਰਾਈਟ। ਉਹ ਵੀ ਤੁਹਾਨੂੰ ਇੱਕ ਸੂਦਨੈਸ ਦਊਗਾ ਕਿ ਨਹੀਂ, ਮੈਂ ਵੀ ਆਪਣੀ ਲਾਈਫ 'ਚ ਕੁਛ ਕੀਤਾ। ਆਪਣੇ ਆਪ ਨੂੰ ਜਿੰਨਾ ਆਪਾਂ ਖੁਦ ਇਨਕਰੇਜ ਕਰ ਸਕਦੇ ਉਹਨਾਂ ਕੋਈ ਹੋਰ ਨਹੀਂ ਕਰ ਸਕਦਾ। ਸੋ ਆਪਣੇ ਆਪ ਨੂੰ ਪੈਂਪਰ ਕਰਨਾ ਵੀ ਬਹੁਤ ਜ਼ਰੂਰੀ ਹੈ। ਐਂਡ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਸੀਜ਼ਨਲ ਡਿਪਰੈਸ਼ਨ ਹੁੰਦਾ, ਡੇ ਲਾਈਟ ਕਿੰਨੀ ਇਫੈਕਟ ਕਰਦੀ ਹੈ ਆਪਣੇ ਮੂਡ ਨੂੰ। ਸੋ ਉਹਦੇ ਲਈ ਵੀ ਆਪਾਂ ਇੱਕ ਟ੍ਰੀਟਮੈਂਟ ਦੇਖਦੇ ਹੁੰਦੇ ਹਾਂ। ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਕਾਉਂਸਲਰਸ ਹੁੰਦੇ ਆ, ਈਵਨ ਦੋ ਕੋਈ ਡਾਕਟਰ ਵੀ ਹੋ ਗਿਆ ਜਾਂ ਕੋਈ ਪ੍ਰੋਫੈਸ਼ਨਲ ਹੋ ਗਿਆ, ਆਪਾਂ ਨੂੰ ਪਤਾ ਕਿ ਆਪਾਂ 9 ਤੋਂ 5 ਆਪਾਂ ਇੱਥੇ ਹੀ ਆ, ਅੰਦਰ ਹੀ ਆ, ਆਪਾਂ ਸੂਰਜ ਦੇਖ ਹੀ ਨਹੀਂ ਰਹੇ, ਰਾਈਟ। ਹੁਣ ਕਈ ਇੱਦਾਂ ਵੀ ਹੁੰਦੇ ਨੇਗੇ ਕਿ ਜਿਨ੍ਹਾਂ ਨੇ ਆਪਣੀ ਲਾਈਟਸ ਲੈ ਕੇ ਰੂਮ ਦੇ ਵਿੱਚ ਰੱਖੀਆਂ ਹੁੰਦੀਆਂ। ਇੱਕ ਛੋਟਾ ਜਿਹਾ ਮਿਰਰ ਹੁੰਦਾ, ਸਨਲਾਈਟ ਮਿਰਰ ਕਹਿ ਦਿੰਦੇ ਆ ਉਹਨੂੰ। ਉਹਦੀ ਜਿਹੜੀ ਲਾਈਟ ਹੁੰਦੀ ਉਹ ਇੰਨੀ ਕੁ ਬ੍ਰਾਈਟ ਐਂਡ ਸਨ ਦੇ ਲਾਈਟ ਵਰਗੀ ਹੁੰਦੀ ਆ ਕਿ ਉਹ ਤੁਹਾਨੂੰ ਇੱਕ ਸੂਦਨੈਸ ਦਿੰਦੀ ਆ। ਸੋ ਤੁਸੀਂ ਉੱਦਾਂ ਦੀਆਂ ਚੀਜ਼ਾਂ ਬਾਏ ਕਰਕੇ ਰੱਖ ਸਕਦੇ ਹੋ। ਜਿੰਨੀ ਕੁ ਲਾਈਟ ਆਪਣੇ ਘਰਾਂ ਦੇ ਵਿੱਚ ਨੋਰਮਲ ਚੱਲ ਰਹੀ ਹੁੰਦੀ ਉਸ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੁੰਦੀ ਆ। ਸੋ ਯੈਸ, ਯੋਗਾ ਕਰੋ। ਔਨਲਾਈਨ ਐਕਟੀਵਿਟੀਜ਼ ਅੱਜ ਕੱਲ੍ਹ ਬਹੁਤ ਚੱਲਦੀਆਂ ਨੇ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ PCHS ਦੇ ਵਿੱਚ ਕਾਫੀ ਸੀਨੀਅਰਸ ਵਾਸਤੇ ਪ੍ਰੋਗਰਾਮ ਚੱਲਦੇ ਨੇ, ਯੂਥ ਵਾਸਤੇ ਪ੍ਰੋਗਰਾਮ ਚੱਲਦੇ ਆ, ਰਾਈਟ। ਫੈਮਲੀਜ਼ ਵਾਸਤੇ ਰਨ ਹੁੰਦੇ ਨੇ। ਸੋ ਇੱਦਾਂ ਦੀਆਂ ਚੀਜ਼ਾਂ 'ਚ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ। ਜਦੋਂ ਗਵਰਨਮੈਂਟ ਆਪਾਂ ਨੂੰ ਬੈਨੀਫਿਟ ਦਿੰਦੀ ਪਈ ਹੈ, ਦੈਨ ਵਾਈ ਨਾਟ ਵੀ ਟੇਕਿੰਗ ਇਟ। ਜੀ ਬਿਲਕੁਲ। ਔਰ ਇਹਦੇ 'ਚ ਇੱਕ ਨਵਜੋਤ, ਮੈਂ ਅਕਸਰ ਗੱਲ ਕਰਦਾ ਹੁੰਦਾ ਜਦੋਂ ਮੈਂਟਲ ਹੈਲਥ ਜਾਂ ਐਡਿਕਸ਼ਨ ਦੀ ਗੱਲ ਕਰੀਏ, ਜੇ ਇੱਕ ਪਰਿਵਾਰਕ ਮੈਂਬਰ ਤੁਹਾਡਾ, ਕੋਈ ਵੀ ਲਵਡ ਵਨ ਤੁਹਾਡਾ, ਚਾਹੇ ਉਹ ਐਡਿਕਸ਼ਨ ਦੇ ਵਿੱਚ ਹੈ, ਚਾਹੇ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਹੈਗੀ ਆ, ਉਹ ਇਕੱਲੇ ਦੀ ਪ੍ਰੋਬਲਮ ਨਹੀਂ ਹੁੰਦੀ, ਉਹ ਪੂਰੀ ਫੈਮਿਲੀ ਦੀ ਪ੍ਰੋਬਲਮ ਹੁੰਦੀ ਹੈ। ਔਰ ਜਿਹੜੀ ਫੈਮਿਲੀ ਸਪੋਰਟ ਆ ਉਹ ਬਹੁਤ ਜ਼ਰੂਰੀ ਹੈ। ਸੋ ਫੈਮਿਲੀ ਸਪੋਰਟ, ਜੇ ਕਈ ਵਾਰੀ ਫੈਮਿਲੀ ਸਪੋਰਟ ਦੇ ਵਿੱਚ ਇਹ ਵੀ ਆ ਜਾਂਦਾ ਕਿ ਇੱਕ ਬਿਮਾਰ ਬੰਦੇ ਦੇ ਨਾਲ ਬਾਕੀ ਫੈਮਿਲੀ ਮੈਂਬਰਸ ਨੇ ਵਿਚਰਨਾ ਕਿਸ ਤਰ੍ਹਾਂ, ਰਹਿਣਾ ਕਿਸ ਤਰ੍ਹਾਂ, ਕਮਿਊਨੀਕੇਸ਼ਨ ਕਿਸ ਤਰ੍ਹਾਂ ਕਰਨੀ ਹੈ, ਗੱਲਬਾਤ ਕਿਸ ਤਰ੍ਹਾਂ ਕਰਨੀ ਹੈ, ਉਹਨੂੰ ਮੋਟੀਵੇਟ ਕਿਸ ਤਰ੍ਹਾਂ ਕਰਨਾ, ਇਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਉਹਦੇ ਟ੍ਰੀਟਮੈਂਟ ਪਲਾਨ ਦੇ ਉੱਤੇ, ਹੈ ਨਾ। ਸੋ ਕਿੰਨੀ ਇੰਪੋਰਟੈਂਸ ਹੈਗੀ ਆ ਫੈਮਿਲੀ ਸਪੋਰਟ ਦੀ? ਸੋ ਜੇ ਆਪਾਂ ਇੰਪੋਰਟੈਂਸ ਦੀ ਗੱਲ ਕਰੀਏ, ਫੋਰ ਐਗਜ਼ਾਮਪਲ ਇੱਕ ਬੱਚੇ ਨੂੰ ਆਪਾਂ 5 ਸਾਲ ਤੱਕ ਆਪਦੇ ਘਰੇ ਰੱਖਿਆ ਹੁੰਦਾ, ਬੱਚਾ ਘਰ ਤੋਂ ਬਾਹਰ ਜਾਂਦਾ, ਕਿਸੇ ਦੇ ਨਾਲ ਜਾਂਦਾ, ਰਾਈਟ। ਉਹ ਆਪਾਂ ਉਹਨੂੰ ਸੈਂਸ ਦਿੰਦੇ ਹਾਂ ਕਿ ਨਹੀਂ, ਵੀ ਆਰ ਹੇਅਰ ਫॉर ਯੂ। ਬੱਚਾ ਆਪਣੇ 'ਤੇ ਟਰਸਟ ਕਰਦਾ ਆ, ਉਹਨੇ ਛੋਟੀ ਜਿਹੀ ਵੀ ਸੱਟ ਵੱਜਦੀ ਸਭ ਤੋਂ ਪਹਿਲਾਂ ਆ ਕੇ ਆਪਾਂ ਨੂੰ ਦੱਸੂਗਾ। ਸੋ ਉਹ ਜਿਹੜਾ ਇੰਪੋਰਟੈਂਟ ਰੋਲ ਆ, ਇਹ ਵੱਡੇ ਹੋ ਕੇ ਵੀ ਰਹਿਣਾ ਚਾਹੀਦਾ ਆ। ਹੁਣ ਜਦੋਂ ਕੋਈ ਵੱਡੀ ਉਮਰ ਦੇ ਵਿੱਚ ਜਾ ਕੇ ਆਪਾਂ ਕਹਿੰਦੇ ਹਾਂ ਕਿ ਮੇਰੇ ਕੋਲ ਤਾਂ ਗੱਲ ਕਰਨ ਨੂੰ ਕੋਈ ਹੈ ਨਹੀਂ, ਕਿਉਂ? ਜਦੋਂ ਛੋਟੇ ਸੀ ਉਦੋਂ ਕਿਹਦੇ ਕੋਲੇ ਜਾਂਦੇ ਸੀ, ਰਾਈਟ। ਇਹ ਖੁਦ ਨੂੰ ਵੀ ਆਪਾਂ ਨੂੰ ਸਮਝਾਉਣਾ ਚਾਹੀਦਾ ਕਿ ਨਹੀਂ, ਜਿਹੜਾ ਇੱਕ ਰਿਲੇਸ਼ਨਸ਼ਿਪ ਆਪਣੀ ਫੈਮਿਲੀ ਨਾਲ ਹੈਗਾ ਉਹ ਹਮੇਸ਼ਾ ਰਹੂਗਾ, ਕਦੇ ਖਤਮ ਨਹੀਂ ਹੋ ਸਕਦਾ। ਸਰਕਮਸਟੈਂਸਸ ਡਿਫਰੈਂਟ ਹੋ ਸਕਦੇ ਆ, ਰਾਈਟ। ਵੱਡੇ ਹੋ ਕੇ ਤੁਸੀਂ ਅਲੱਗ ਰਹਿਣਾ, ਆਪਦੇ ਘਰੇ ਸਟਾਰਟ ਕਰਤਾ, ਤੁਹਾਡੀ ਮੈਰਿਜ ਹੋਈ ਆ, ਕੁਛ ਵੀ ਹੋਇਆ, ਉਹ ਡਿਫਰੈਂਟ ਗੱਲ ਆ। ਪਰ ਜਿੰਨਾ ਟਾਈਮ ਤੁਸੀਂ ਵੀ ਆਪਣੇ ਆਪ ਨੂੰ ਇਨਕਰੇਜ ਨਹੀਂ ਕਰੋਗੇ ਆਪਣੀ ਫੈਮਿਲੀ ਨੂੰ ਗੱਲ ਦੱਸਣ 'ਤੇ, ਉਹ ਦੱਸੇ ਬਿਨਾਂ ਤਾਂ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਕਿ ਕੁਛ ਚੱਲ ਰਿਹਾ। ਸੋ ਥਾਟਸ ਨੂੰ ਆਪਣੇ ਅੰਦਰ ਰੱਖਣ ਦੀ ਬਜਾਏ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਕੇ ਸ਼ੇਅਰ ਕਰੋਗੇ, ਦੁੱਖ ਵੰਡਣ ਨਾਲ ਕਹਿ ਦਿੰਦੇ ਆ ਉਹ ਥੋੜਾ ਹੌਲਾ ਹੋ ਜਾਂਦਾ, ਰਾਈਟ। ਬੇਸ਼ੱਕ ਤੁਹਾਡੇ ਸਾਹਮਣੇ ਵਾਲਾ ਬੰਦਾ ਇੱਕ ਕੰਨ ਚੋਂ ਕੱਢ ਕੇ ਦੂਜੇ 'ਚ ਕਰ ਦੂਗਾ, ਸੁਣੂਗਾ ਨਹੀਂ ਚੰਗੀ ਤਰ੍ਹਾਂ, ਉਹਨੂੰ ਪ੍ਰੋਸੈਸ ਨਹੀਂ ਕਰੂ, ਪਰ ਜਿੰਨਾ ਟਾਈਮ ਉਹ ਤੁਹਾਡੇ ਸਾਹਮਣੇ ਬੈਠੋ ਸੁਣੂਗਾ, ਤੁਸੀਂ ਆਪਣੇ ਅੰਦਰੋਂ ਕੱਢਣਾ ਉਸ ਚੀਜ਼ ਨੂੰ, ਦਫਨ ਕਰਕੇ ਅੰਦਰ ਰੱਖ ਕੇ ਉਹ ਚੀਜ਼ਾਂ ਹੋਰ ਟਰਾਮਾ ਬਣਦੀਆਂ ਨੇ, ਅੱਗੇ ਜਾ ਕੇ ਉਹਨਾਂ ਦਾ ਕੋਈ ਫਿਰ ਇਲਾਜ ਨਹੀਂ ਰਹਿ ਜਾਂਦਾ, ਫਿਰ ਉਹੀ ਥੈਰਾਪਿਊਟਿਕ ਚੀਜ਼ਾਂ ਨੇ। ਐਂਡ ਦੈਨ ਕਾਉਂਸਲਰਸ ਜਿਹੜੇ ਨੇਗੇ, ਰਾਈਟ, ਉਹ ਤਾਂ ਕੌਨਫੀਡੈਂਸ਼ੀਅਲ ਹੁੰਦੇ। ਜੇ ਇਹ ਡਰ ਆ ਕਿ ਫੈਮਿਲੀ ਮੈਂਬਰ ਕਿਸੇ ਹੋਰ ਨੂੰ ਦੱਸ ਦੂਗਾ ਜਾ ਕੇ, ਮੈਂ ਦੱਸ ਨਹੀਂ ਸਕਦਾ, ਦੈਨ ਗੋ ਵਿਦ ਦ ਕਾਉਂਸਲਿੰਗ। ਜੀ ਬਿਲਕੁਲ। ਔਰ ਹਮੀਦ, ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਡਿਪਰੈਸ਼ਨ ਦੇ ਉੱਤੇ ਸਾਡੇ ਕੋਲ ਜਿੰਨਾ ਕੁ ਸਮਾਂ ਸੀਗਾ ਉਹਦੇ ਵਿੱਚ ਰਹਿ ਕੇ ਗੱਲਬਾਤ ਕੀਤੀ ਜਾਵੇ। ਅਸੀਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਆ, ਕਿਸਮਾਂ ਜਾਣਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਹੁੰਦਾ, ਇਹ ਸਾਰਾ ਅਤੇ ਰਿਸਕ ਜਿਹੜੇ ਹੈਗੇ ਆ, ਕਿਹੜੇ ਰਿਸਕ ਸਾਡੇ ਜਿਹੜੇ ਡਿਪਰੈਸਡ ਹੈਗੇ ਆ ਉਹਨਾਂ ਨੂੰ ਹੋ ਸਕਦੇ ਨੇ, ਉਹਨਾਂ ਬਾਰੇ ਗੱਲਬਾਤ ਕੀਤੀ ਆ। ਉਮੀਦ ਆ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਨਵਜੋਤ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਸਾਡੇ ਦਰਸ਼ਕਾਂ ਨਾਲ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਉਮੀਦ ਆ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਔਰ ਅਗਲੇ ਹਫ਼ਤੇ ਤੁਹਾਡੇ ਲਈ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਤੁਹਾਡਾ, ਸਾਡਾ, ਸਾਰਿਆਂ ਦਾ ਰੱਬ ਰਾਖਾ। ਬਹੁਤ ਬਹੁਤ ਧੰਨਵਾਦ।
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।